सत श्री अकाल जी। हमदर्द टीवी के सारे दर्शकों का बहुत बहुत स्वागत है। अज के लाइव प्रोग्राम में मैं हाँ तरनजीत कौर घुम्मन। सो अज सोमवार है जी, लैके हाजिर हाँ असीं लाइव प्रोग्राम इमीग्रेशन मैटर्स जिहदे विच अज असीं गलबात करांगे। सोमवार नूं जिवें कि जाणदे हो कि असीं यूएस इमीग्रेशन दे विच जो नवीं तब्दीलियां आउंदियां ने उहदे बारे विच असीं तुहानूं रूबरू करवाउने आ। अमरीकी इमीग्रेशन संबंधी तुहाडे कोई सवाल ने तां तुसीं सानूं हेठ लिखे नंबर्स दे उत्ते लाइव प्रोग्राम विच कॉल कर सकते हो। हमेशा की तरह प्रोग्राम विच तुहाडे सवालों के जवाब देने लई ते सानूं अमरीकी इमीग्रेशन संबंधी वधेरे जानकारी देने लई जुड़ चुके हैं जी अटॉर्नी एट लॉ मिस्टर जसप्रीत सिंह। बहुत बहुत स्वागत है सर तुहाडा। सत श्री अकाल जी सर की हाल चाल ने? यूएस ते असीं गल करिए तां इमीग्रेशन सिस्टम इस टाइम किस तरह नाल चल रहा है ते की नवीं अपडेशनस ने? इमीग्रेशन ਦੇ ਵਿੱਚ ਤਾਂ ਇੱਕ ਤਾਂ ਇਹ ਆ ਵੀ ਜਿਹੜੀਆਂ ਇਮੀਗ੍ਰੇਸ਼ਨ ਕੋਰਟ ਦੀਆਂ ਡੇਟਸ ਹੈਗੀਆਂ ਨੌਨ ਡਿਟੇਨ ਕੇਸਾਂ ਦੀਆਂ ਉਹ 29 ਜਿਹੜੀ ਹੈਗੀ ਆ ਮਈ ਜੂਨ 29 ਜੂਨ ਤੱਕ ਪੋਸਟਪੋਨ ਹੋ ਗਈਆਂ ਮਹੀਨੇ ਦੇ ਐਂਡ ਤੱਕ। ਤੇ ਬਾਕੀ ਇਹ ਆ ਵੀ ਸਿਵਲ ਅਨਰੈਸਟ ਕਰਕੇ ਕਿਉਂਕਿ ਜਿਹੜੀ ਆ ਉੱਥੇ ਚੱਲ ਰਹੀਆਂ ਪ੍ਰੋਟੈਸਟ ਵਗੈਰਾ ਇਹਦੇ ਕਰਕੇ ਵੀ ਕਈ ਵਾਰੀ ਕਈ ਕੋਰਟਸ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਉਹਨਾਂ ਏਰੀਆਜ਼ ਦੇ ਵਿੱਚ ਹੈਗੀਆਂ ਉਹ ਬੰਦ ਕਰ ਦਿੰਦੇ ਆ, ਪਰ ਉਹ ਡੇਲੀ ਬੇਸ 'ਤੇ ਅਪਡੇਟ ਦਿੰਦੇ ਆ ਵੀ ਅੱਜ ਕਿਹੜੀ ਖੁੱਲੂ ਕੱਲ੍ਹ ਨੂੰ ਕਿਹੜੀ। पर जी USCIS उन्हें भी अपना शुरू किया काम, पर अजे लिमिटेड तो है। बाकी इन्होंने गाइडलाइनस जारी जरूर कीतियां ने भी जो कोई अपनी इंटरव्यू वगैरह तो बनाओगे किसी को बकायदा उत्थे सोशल डिस्टेंसिंग होगी। तो ये भी हो सकता कि ऑफिसर इन परसन इंटरव्यू की बजाय उन्होंने नाल दे कमरे च बिठा के मतलब वीडियो कॉल पर गल करे भी बिल्डिंग के जिवें ऑफिसर होर कमरे च आ तो जिहड़ा एप्लीकेंट आ होर च आ, पर वो वीडियो कॉल पर गल करनगे भी इन परसन ਜਿਹੜੀਆਂ ਇੰਟਰਵਿਊਜ਼ ਨੇ ਉਹ ਨਾ ਹੋਣ। ਤੇ ਇਦਾਂ ਦੀਆਂ ਉਹ ਜਿਹੜੇ ਰੂਲਸ ਇੰਪਲੀਮੈਂਟ ਕਰ ਰਹੇ ਆ ਤਾਂ ਕਿ ਇਹ ਜਿਹੜੀ ਮਹਾਮਾਰੀ ਹੈ ਤੋਂ ਜਿੰਨਾ ਵੀ ਸੇਫ ਰਿਹਾ ਜਾ ਸਕੇ ਉਨਾ ਚੰਗਾ। ਤੇ ਇਸ ਤੋਂ ਇਲਾਵਾ ਬਾਕੀ ਜਿਹੜੀਆਂ ਨੇ ਉਹ ਇਹ ਆ ਵੀ ਆ ਪਿਛਲਾ ਜਿਹੜਾ ਹਫਤਾ 10 ਦਿਨ ਇੱਥੇ ਕਾਫੀ ਜ਼ਿਆਦਾ ਜਿਹੜਾ ਸਿਵਲ ਅਨਰੈਸਟ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਦੇ ਵਿੱਚ ਹੋ ਰਿਹਾ। ਤੇ ਜਿਹੜੀਆਂ ਹੁਣ ਵੀ ਪ੍ਰੋਟੈਸਟ ਹੋ ਰਹੀਆਂ ਨੇ, ਪਰ ਹੁਣ ਤਾਂ ਪੀਸਫੁਲ ਹੋ ਗਿਆ। ਪਿੱਛੇ ਤਾਂ ਵਾਇਲੈਂਟ ਜਿਹੜਾ ਸੀਗਾ ਮਤਲਬ ਕੁਛ ਦੇਰ ਵਾਇਲੈਂਸ ਚੱਲੀ ਆ, पर हुण काफ़ी हद तक पीसफुल है, पर प्रोटेस्ट अजे भी जारी ने। ते उहदा भी मतलब सारे पासे काफ़ी ज़्यादा असर है। ते हाँ जी सर जी तुसीं जिवें कहा कि कोर्ट डेट्स भी अगे पोस्टपोन कर दित्तियां गई ने, कुछ जिहड़े मैटर्स ने वो भी कुछ समय लई जिहड़े आ बंद कीते गए ने, उन्हां दे बारे विच अपडेशन जिहड़ी हजे आउणी बाकी है। सो तुहानूं नहीं लगदा इहदे नाल जिहड़ा इमीग्रेशन सिस्टम दे विच बैकलॉग्स एप्लीकेशन दा बहुत ज़्यादा वध जाएगा ते एक तरह नाल जदों थोड़ा जिहा ओपन होएगा तां बहुत ज़्यादा भार पेगा इमीग्रेशन डिपार्टमेंट ते? हाँ जी ये तो नैचुरली है क्योंकि जो हुण जिहड़ी आ डेट्स वगैरह आउणियां शुरू होणगीਆਂ ਉਹਦਾ असर पएगा ਤੇ डिले ਹੋਣਗੀਆਂ। ਤੇ ਪਲੱਸ ਨਾਲੇ ਇਹ ਵੀ ਹੈਗਾ ਵੀ ਜਿਵੇਂ ਅੱਗੇ ਕਾਫੀ ਜ਼ਿਆਦਾ ਐਪਲੀਕੈਂਟਸ ਨੂੰ ਉਹ ਬੁਲਾ ਦਿੰਦੇ ਸੀਗੇ ਉੱਥੇ ਇੰਟਰਵਿਊ ਕਰਨ ਲਈ, ਤੇ ਹੁਣ ਜਿਹੜੇ ਮਤਲਬ ਜ਼ਿਆਦਾ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਨਹੀਂ ਬੁਲਾਉਣਗੇ ਉਹ। ਤੇ ਇਹਦਾ ਵੀ ਮਤਲਬ ਅਸਰ ਪਏਗਾ। ਉਹਦੇ ਨਾਲ ਸੋਸ਼ਲ ਡਿਸਟੈਂਸਿੰਗ ਕਰਕੇ ਜਿਹੜਾ ਪ੍ਰੋਸੈਸ ਹੈ ਉਹ ਸਲੋ ਤਾਂ ਹੋਏਗਾ, ਪਰ ਆਪਣੇ ਵੱਲੋਂ ਕੋਸ਼ਿਸ਼ ਕਰਨਗੇ ਵੀ ਜ਼ਿਆਦਾ ਨਾ ਹੋਵੇ ਡਿਲੇ। ਪਰ ਡਿਲੇ ਤਾਂ ਓਬਵੀਅਸਲੀ ਹੋਏਗੀ। ਪਹਿਲਾਂ ਤਾਂ ਖੋਲ੍ਹਣ 'ਚ ਹੀ ਆ, ਕਿਉਂਕਿ ਜਦੋਂ ਇਹ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ ਤੇ ਮਤਲਬ ਕੁਛ ਨਾ ਕੁਛ ਹੋ ਜਾਂਦਾ। ਜਿਵੇਂ ਹੁਣ ਸਿਵਲ ਅਨਰੈਸਟ ਹੋ ਗਈ ਉਹਦਾ ਵੀ ਅਸਰ ਆ। ਤੇ ਇਸ ਤਰ੍ਹਾਂ ਮਤਲਬ ਡਿਲੇ ਤਾਂ ਨਾਰਮਲੀ ਹੋਏਗੀ। ਪਰ ਅਜੇ ਫਿਲਹਾਲ ਜਿਹੜੀ ਰੀਸੈਂਟ ਅਪਡੇਟ ਆ ਉਹ ਇਹੀ ਆ ਵੀ ਜਿਹੜੇ ਇਮੀਗ੍ਰੇਸ਼ਨ ਕੋਰਟਾਂ ਵਿੱਚ ਜਿਨ੍ਹਾਂ ਦੇ ਕੇਸ ਚੱਲਦੇ ਆ, ਖਾਸ ਕਰਕੇ ਪੋਲੀਟੀਕਲ ਅਸਾਈਲਮ ਦੇ ਚੱਲਦੇ ਆ, ਤੇ ਉਹ ਜਿਹੜੀ ਸਾਰੀ ਆ ਉਹ ਇਹਨਾਂ ਨੇ ਜਾਣੀ ਕਿ 26 ਜੂਨ ਤੱਕ ਜਿਹੜੀਆਂ ਸਾਰੀਆਂ ਡੇਟਾਂ ਪੋਸਟਪੋਨ ਕਰਤੀਆਂ। ਤੇ ਹੁਣ 29 ਜਿਹੜੀ ਜੂਨ ਆ ਉਹ ਤੋਂ ਖੁੱਲ੍ਹਣ ਦੀ ਤਿਆਰੀ ਆ। ਬਾਕੀ ਜੇ ਨਵੀਂ ਅਪਡੇਟ ਆਊਗੀ ਤਾਂ ਆਪਾਂ ਆਉਂਦੇ ਵੀਕਾਂ ਵਿੱਚ ਦੱਸਦੇ ਰਹਾਂਗੇ। ਮੁਲਕਾਂ ਤੋਂ ਲੋਕ ਇਸ ਵਕਤ ਯੂਐਸ ਵੀਜ਼ਾ ਲਈ ਜਿਵੇਂ ਇਸ ਮੌਸਮ ਦੇ ਦੌਰਾਨ ਫਾਈਲ ਕਰਦੇ ਹੁੰਦੇ ਆ, ਤੁਹਾਨੂੰ ਕੀ ਲੱਗ ਰਿਹਾ ਕਿ ਕਦੋਂ ਤੱਕ ਅਮਰੀਕਾ ਜਿਹੜਾ ਆ ਟੂਰਿਜ਼ਮ ਦੇ ਲਈ ਵੀ ਖੁੱਲ ਜਾਏਗਾ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬਾਕੀ ਸਾਰੇ ਕੰਮਾਂ ਲਈ ਇਕਨੋਮੀ ਜਿਹੜੀ ਆ ਖੋਲ ਦਿੱਤੀ ਗਈ ਹੈ। ਸੋ ਜੇ ਟੂਰਿਸਟ ਦੀ ਗੱਲ ਕੀਤੀ ਜਾਵੇ ਹਜੇ ਕਦੋਂ ਤੱਕ ਓਪਨ ਹੋਣ ਦੀ ਆਸ ਹੈਗੀ ਹੈ? ਫਲਾਈਟਸ ਤਾਂ ਜਿਹੜੀਆਂ ਹੈਗੀਆਂ ਇੱਥੇ ਇੰਟਰਨਲੀ ਤਾਂ ਆਲਮੋਸਟ ਚੱਲ ਰਹੀਆਂ ਨੇ, ਪਰ ਉਹਦੇ ਵਿੱਚ ਵੀ ਏਅਰਲਾਈਨਸ ਨੇ ਆਪਣੇ ਰੂਲਸ ਬਣਾਏ ਆ। ਜਿਵੇਂ ਉਹਨਾਂ ਨੇ ਇਹ ਕਿਹਾ ਵੀ ਇੱਕ ਤਾਂ ਜਿਹੜਾ ਹੈਗਾ ਹਰ ਬੰਦੇ ਨੂੰ ਮਾਸਕ ਪਾਉਣਾ ਪਊਗਾ, ਤੇ ਇੱਕ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹ ਏਅਰਪਲੇਨਾਂ ਦੇ ਵਿੱਚ ਵੀ ਹੋਊਗੀ ਤੇ ਏਅਰਪੋਰਟਾਂ 'ਤੇ ਵੀ ਹੋਏਗੀ। ਬਾਕੀ ਜਿਹੜੀ ਇੰਟਰਨੈਸ਼ਨਲ ਟਰੈਵਲ ਆ ਉਹ ਜਿਹੜੀਆਂ ਕੰਟਰੀਆਂ 'ਤੇ ਬੈਨ ਲੱਗਿਆ ਇਹਨਾਂ ਨੇ ਲਾਇਆ, ਜਿਵੇਂ ਯੂਰਪੀਅਨ ਕੰਟਰੀਜ਼ ਕੁਛ ਹੈਗੀਆਂ, ਬ੍ਰਾਜ਼ੀਲ 'ਤੇ ਲਾਇਆ, ਚਾਈਨਾ 'ਤੇ, ਉਹ ਜਦੋਂ ਹੁਣ ਇਹ ਹਾਲਾਤ ਦੇਖਣਗੇ ਠੀਕ ਹੈ ਤਾਂ ਉਦੋਂ ਆ ਸਕਣਗੇ। ਪਰ ਜਿਹੜੀਆਂ ਕੰਟਰੀਆਂ 'ਤੇ ਬੈਨ ਨਹੀਂ ਹੈਗਾ ਉਹਨਾਂ ਦੇ ਜਿਹੜੇ ਬੰਦੇ ਆ ਉਹ ਜਦੋਂ ਉਹਨਾਂ ਕੰਟਰੀਆਂ ਦੇ ਵਿੱਚ ਹਾਲਾਤ ਠੀਕ ਹੋਣਗੇ, ਹੁਣ ਜਿਵੇਂ ਇੰਡੀਆ ਆ, ਉੱਥੇ ਜਦੋਂ ਇੰਡੀਆ ਦੇ ਵਿੱਚ ਉੱਥੋਂ ਦੀ ਗਵਰਨਮੈਂਟ ਅਲਾਓ ਕਰੇਗੀ
ਕਿ ਇੰਟਰਨੈਸ਼ਨਲ ਫਲਾਈਟਾਂ ਆ ਸਕਦੀਆਂ ਜਾ ਸਕਦੀਆਂ ਤਾਂ ਉਹ ਸ਼ੁਰੂ ਹੋ ਜਾਏਗਾ। ਪਰ ਹੋ ਸਕਦਾ ਸਾਨੂੰ ਉਮੀਦ ਹੈਗੀ ਵੀ ਸ਼ਾਇਦ ਜੁਲਾਈ ਦੇ ਵਿੱਚ ਇਹ ਜਿਹੜਾ ਪ੍ਰੋਸੈਸ ਆ ਇਹ ਜ਼ਿਆਦਾ ਸਪੀਡ ਫੜੇਗਾ। ਕਿ ਇਮੀਗ੍ਰੇਸ਼ਨ ਦੀ ਅਸੀਂ ਫਾਈਲਸ ਦੀ ਗੱਲ ਕਰੀਏ, ਚਾਹੇ ਉਹ ਸਪਾਊਸ ਵੀਜ਼ਾ ਹੋਵੇ, ਜਿਵੇਂ ਆਪਣੇ ਸਪਾਊਸ ਲਈ ਕਿਸੇ ਨੇ ਫਾਈਲ ਅਪਲਾਈ ਕਰਨੀ ਹੈ ਜਿਨ੍ਹਾਂ ਦੇ ਨਿਊਲੀ ਮੈਰਿਜ ਹੋਈ ਹੈ, ਕਿ ਇਹ ਸਾਰੀਆਂ ਫਾਈਲਸ ਦੀ ਪ੍ਰੋਸੈਸਿੰਗ ਉਸੇ ਤਰੀਕੇ ਨਾਲ ਚੱਲ ਰਹੀ ਹੈ? ਦੇਖੋ ਜਿਹੜਾ ਮਤਲਬ ਪ੍ਰੈਜ਼ੀਡੈਂਟ ਟਰੰਪ ਨੇ ਇਮੀਗ੍ਰੇਸ਼ਨ ਬੈਨ ਲਾਇਆ, ਉਹਦੇ ਵਿੱਚ ਜਿਹੜਾ US ਸਿਟੀਜ਼ਨ ਵਿਆਹ ਕਰਦਾ ਸਿਟੀਜ਼ਨ ਆਪਣੇ ਸਪਾਊਸ ਨੂੰ ਲਿਆਉਣਾ ਚਾਹੁੰਦਾ, ਹਸਬੈਂਡ ਜਾਂ ਵਾਈਫ ਨੂੰ ਕਿਸੇ ਬਾਹਰਲੀ ਕੰਟਰੀ ਤੋਂ, ਚਾਹੇ ਉਹ ਇੰਡੀਆ ਹੀ ਹੈ ਜਾਂ ਕੈਨੇਡਾ ਆ ਜਾਂ ਇੰਗਲੈਂਡ ਆ, ਚਾਹੇ ਇੱਥੇ ਕੋ ਆਇਆ ਬੰਦਾ ਜਿਹੜਾ ਵਿਜ਼ਟਰ ਵੀਜ਼ੇ ਤੇ ਆਇਆ, ਉਹਦਾ ਵਿਆਹ ਹੋ ਜਾਂਦਾ ਸਿਟੀਜ਼ਨ ਨਾਲ, ਉਹਦੇ ਤੇ ਬੈਨ ਲਾਗੂ ਨਹੀਂ ਹੁੰਦਾ। ਸੋ ਇਸ ਕਰਕੇ ਉਹ ਪ੍ਰੋਸੈਸ ਉਸੇ ਤਰ੍ਹਾਂ ਹੀ ਚੱਲ ਰਿਹਾ, ਉੱਤੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਦੂਜੀਆਂ ਕੈਟਾਗਰੀਆਂ ਤੇ ਜ਼ਰੂਰ ਹੁੰਦਾ। ਬਿਲਕੁਲ ਜੀ ਸਰ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਦੂਸਰੀ ਕੈਟਾਗਰੀਜ਼ ਜਿਹਦੀ ਤੁਸੀਂ ਗੱਲ ਕੀਤੀ ਹੈ, ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਮੌਂਟਰੀਅਲ ਕੈਨੇਡਾ ਤੋਂ ਬੋਲਦਾ। ਮੈਂ ਅਮਰੀਕਨ ਵਾਸਤੇ ਪੁੱਛਣਾ ਸੀ, ਜਿਹੜਾ ਕੈਨੇਡਾ ਕੇਸ ਵਾ ਜੋ ਸਰ ਤੁਸੀਂ ਪਲੀਜ਼ ਤੁਸੀਂ 1 ਮਿੰਟ ਸਰ, ਤੁਸੀਂ ਪਲੀਜ਼ ਪਿੱਛੋਂ ਟੀਵੀ ਸਕਰੀਨ ਦੀ ਆਵਾਜ਼ ਘੱਟ ਕਰ ਦਿਓ, ਡਬਲ ਆਵਾਜ਼ ਆ ਰਹੀ ਹੈ ਜੀ। ਆਪਣੀ ਪਿੱਛੋਂ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹਾਂਜੀ ਦੱਸੋ, ਹੁਣ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਜੋ ਐਸੇ ਇਮੀਗ੍ਰੇਸ਼ਨ ਫੈਮਿਲੀ ਕੇਸ ਸੀਗੇ ਨਾ, ਉਹ ਖੁੱਲੇ ਆ ਜਾਂ ਬੰਦ ਹੋ ਗਏ? ਜੇ ਖੁੱਲੇ ਆ ਤੇ ਕਿਹੜਾ ਸਾਲ ਚੱਲਦਾ, ਜਿਹੜੇ 10-15 ਸਾਲ ਬਾਅਦ ਵਾਰੀ ਆਉਂਦੀ ਸੀਗੀ? ਜੀ ਜਸਪ੍ਰੀਤ ਜੀ ਇਸ ਵਕਤ ਉਹ ਪੁੱਛ ਰਹੇ ਨੇ ਫੈਮਿਲੀ ਕੇਸ ਦੇ ਬਾਰੇ ਵਿੱਚ, ਉਹਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਨੇ। ਤੁਹਾਨੂੰ ਸਵਾਲ ਸੁਣ ਗਿਆ? ਹਾਂਜੀ ਸੁਣ ਗਿਆ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ? ਨਹੀਂ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਦਿੰਦੇ ਹਾਂ ਜੀ। ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ। ਇਸ ਤਰ੍ਹਾਂ ਜੀ ਕਿ ਮੇਰੇ ਖਿਆਲ F4 ਕੈਟਾਗਰੀ ਜਿਹੜੀ ਕਿ US ਸਿਟੀਜ਼ਨ ਆਪਣੇ ਮਤਲਬ ਭਰਾ ਭੈਣ ਦਾ ਅਪਲਾਈ ਕਰਦੇ ਆ, ਉਹਨਾਂ ਬਾਰੇ ਪੁੱਛ ਰਹੇ ਆ। ਤੇ ਇਸ ਕੈਟਾਗਰੀ ਦੇ ਵਿੱਚ ਅਜੇ ਤਾਂ 2005 ਹੀ ਚੱਲਦਾ ਤੇ ਇਹਨੂੰ ਤਕਰੀਬਨ 15 ਸਾਲ ਲੱਗ ਰਹੇ ਆ। ਹੁਣ ਡਿਪੈਂਡਿੰਗ ਔਨ ਵੀ ਇਹਨਾਂ ਨੇ ਕਦੋਂ ਅਪਲਾਈ ਕੀਤਾ, ਉੱਥੋਂ ਇਹ ਟਾਈਮ ਗਿਣ ਲੈਣ 15 ਸਾਲ ਦਾ। ਸੋ ਜੇ ਹੁਣ 2010 ਚ ਅਪਲਾਈ ਕੀਤਾ, 2025 ਚ ਵਾਰੀ ਆਏਗੀ ਤੇ ਇਸ ਤਰ੍ਹਾਂ ਹੀ। ਲੇਕਿਨ ਹੁਣ ਫਿਲਹਾਲ 2005 ਆ ਤੇ ਇਹ ਜਿਹੜੀ ਕੈਟਾਗਰੀ ਹੈ ਇਹਦੇ ਤੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬੈਨ ਉਹ ਲੱਗਿਆ ਹੋਇਆ, ਉਹਦੇ ਕਰਕੇ ਜਿਹੜੀਆਂ ਬਾਹਰ ਕਾਉਂਸਲੇਟਾਂ ਦੇ ਵਿੱਚ ਪ੍ਰੋਸੈਸਿੰਗ ਹੋਣੀ ਆ ਉਹ ਡਿਲੇ ਹੋਏਗੀ। ਜਿਵੇਂ ਕਿ ਕਿਸੇ ਨੇ ਹੁਣ ਇੰਡੀਆ ਤੋਂ ਆਉਣਾ ਜਾਂ ਈਵਨ ਕੈਨੇਡਾ ਤੋਂ ਵੀ ਆਉਣਾ ਇਸ ਕੈਟਾਗਰੀ ਦੇ ਵਿੱਚ, ਉਹਨਾਂ ਦੇ ਵਿੱਚ ਜਿੰਨੀ ਦੇਰ ਤੱਕ ਉਹ ਬੈਨ ਲਾਗੂ ਆ ਉਨੀ ਦੇਰ ਤੱਕ ਇਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ। ਸੋ ਇਹ ਡਿਲੇ ਹੈਗੀ ਆ, ਪਰ ਫਿਲਹਾਲ ਅਜੇ 15 ਸਾਲ ਦੀ ਡਿਲੇ ਚੱਲ ਰਹੀ ਜੀ ਬਿਲਕੁਲ ਸਰ। ਜਿਵੇਂ ਅਸੀਂ ਇਹਨਾਂ ਨੇ ਵੀ ਗੱਲ ਕੀਤੀ ਹੈ ਫੈਮਿਲੀ ਕੇਸ ਦੀ, ਉਸ ਤੋਂ ਇਲਾਵਾ ਜਿਵੇਂ ਅਸੀਂ ਗੱਲ ਕਰ ਰਹੇ ਸੀ US ਸਿਟੀਜ਼ਨ ਦੇ ਲਈ ਜਿਨ੍ਹਾਂ ਦੇ ਆਪਣੇ ਪਾਰਟਨਰਸ ਲਈ ਅਪਲਾਈ ਕੀਤਾ ਹੋਇਆ, ਹਜੇ ਇੰਟਰਵਿਊਜ਼ ਦੇ ਉੱਤੇ ਕੰਮ ਇਸ ਵਕਤ ਖੜਾ ਆ। ਬਹੁਤ ਸਾਰਿਆਂ ਦੀ ਇੰਟਰਵਿਊਜ਼ ਦੀ ਕਾਲ ਜਿਹੜੀ ਆਉਣੀ ਬਾਕੀ ਸੀ, ਇਸ ਪ੍ਰੋਸੈਸ ਦੇ ਉੱਤੇ ਹੈਗੇ ਨੇ। ਕਦੋਂ ਤੱਕ ਇਹ ਹੋ ਸਕਦਾ ਹੈ ਕਿ ਕਾਲਸ ਆਉਣੀਆਂ ਸ਼ੁਰੂ ਹੋ ਜਾਣ, ਇੰਟਰਵਿਊ ਸਿਸਟਮ ਜਿਹੜਾ ਸ਼ੁਰੂ ਹੋ ਜਾਵੇ? ਇਹਦਾ ਇਸ ਤਰ੍ਹਾਂ ਜੀ ਵੀ ਜਿਹੜੀ ਤਾਂ ਕੈਟਾਗਰੀ ਹੈਗੀ ਹੈ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ, ਉੱਤੇ ਦਾ ਕੋਈ ਬੈਨ ਹੈ ਨਹੀਂ ਤੇ ਉਹਦਾ ਇੰਟਰਵਿਊ ਜਦੋਂ ਖੁੱਲੇਗੀ ਤੇ ਜਿਹੜਾ ਸਾਰਾ ਪੇਪਰ ਵਰਕ ਪੂਰਾ ਹੋ ਜਾਏਗਾ, ਜਿਹੜੀ ਹੈਗੀ ਆ ਇਨੀਸ਼ੀਅਲ ਪ੍ਰੋਸੈਸਿੰਗ ਉਹ ਆਏਗੀ। ਚਾਹੇ ਉਹ ਬੰਦਾ ਅਮਰੀਕਾ 'ਚ ਆ, ਚਾਹੇ ਕਿਸੇ ਨੇ ਮਤਲਬ ਇੰਟਰਵਿਊ ਕਿਸੇ ਬਾਹਰਲੇ ਮੁਲਕ 'ਚ ਦੇਣੀ ਆ, ਜ਼ਰੂਰ ਹੋਏਗੀ। ਪਰ ਜਿਹੜੀ ਕੈਟਾਗਰੀ ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ, ਜਿਵੇਂ ਗ੍ਰੀਨ ਕਾਰਡ ਹੋਲਡਰ ਨੇ ਵਿਆਹ ਕਰਾਇਆ, ਉਹਨੇ ਅਪਲਾਈ ਕੀਤਾ, ਉਹਦੇ ਤੇ ਇਹ ਜਿਹੜਾ ਬੈਨ ਹੈਗਾ ਲਾਗੂ ਹੁੰਦਾ, ਉਹਨਾਂ ਦੀ ਇੰਟਰਵਿਊ ਡਿਲੇ ਹੋਏਗੀ। ਇਸ ਤੋਂ ਇਲਾਵਾ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚੇ ਨੇ ਉਹਨਾਂ ਦਾ ਅਪਲਾਈ ਕੀਤਾ, ਉਹ ਵੀ ਡਿਲੇ ਆ। ਤੇ ਜਿਹੜੇ US ਸਿਟੀਜ਼ਨ ਦੇ ਭੈਣ ਭਰਾ ਦੀ ਕੈਟਾਗਰੀ ਹੈ, ਜਿਵੇਂ ਆ ਇਹਨਾਂ ਨੇ ਸਵਾਲ ਪੁੱਛਿਆ ਸੀ ਭਾਈ ਸਾਹਿਬ ਨੇ, ਇਹ ਵੀ ਜਿਹੜੀ ਕੈਟਾਗਰੀ ਡਿਲੇਡ ਆ। ਤੇ ਇਸ ਤੋਂ ਇਲਾਵਾ ਜਿਹੜੀਆਂ ਜਿਵੇਂ ਹੁਣ ਵੀਜ਼ਾ ਲੋਟਰੀ ਆ ਜਾਂ ਹੋਰ ਕੈਟਾਗਰੀਆਂ, ਉਹਨਾਂ ਤੇ ਵੀ ਬੈਨ ਲੱਗਿਆ। ਉਹ ਜਦੋਂ ਹੁਣ ਇਮੀਗ੍ਰੇਸ਼ਨ ਖੁੱਲੇਗੀ ਤਾਂ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਦੀ ਇੰਟਰਵਿਊ ਜਿਹੜੀ ਹੈਗੀ ਡੇਟ ਹੈਗੀ ਵੀ ਆ, ਜਿਵੇਂ ਸਕੈਜੂਲ ਹੈ ਜਾਂ ਉਹਨਾਂ ਨੇ ਬੁਲਾਉਣਾ ਸੀ ਇੰਟਰਵਿਊ, ਤੇ ਹੋ ਸਕਦਾ ਉਹਨਾਂ ਨੂੰ ਅਜੇ ਨਾ ਬੁਲਾਉਣ ਜਿੰਨੀ ਦੇਰ ਤੱਕ ਕਿ ਇਹ ਬੈਨ ਜਿਹੜਾ ਖਤਮ ਨਹੀਂ ਹੁੰਦਾ। ਬਿਲਕੁਲ ਸਰ, ਸਿਟੀਜ਼ਨਸ਼ਿਪ ਦੇ ਬਾਰੇ ਵਿੱਚ ਕੀ ਕੋਈ ਨਵੀਂ ਅਪਡੇਸ਼ਨ ਆਈ ਹੈ? ਕੀ ਇਹ ਪ੍ਰੋਸੈਸਿੰਗ ਸ਼ੁਰੂ ਹੋ ਚੁੱਕੀ ਹੈ ਸਿਟੀਜ਼ਨਸ਼ਿਪ ਨੂੰ ਲੈ ਕੇ, ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀ ਜਾਂ ਜਿਨ੍ਹਾਂ ਦੀਆਂ ਸੈਰੇਮਨੀਜ਼ ਹੋਣ ਵਾਲੀਆਂ ਸੀ? ਹਾਂਜੀ, ਉਹ ਜਿਹੜਾ ਮਤਲਬ ਸਿਟੀਜ਼ਨਸ਼ਿਪ ਦਾ ਹੈਗਾ ਉਹਦਾ ਪ੍ਰੋਸੈਸ ਉਸੇ ਤਰ੍ਹਾਂ ਹੀ ਚੱਲ ਰਿਹਾ। ਉਹਦੇ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਕਿ ਉਹਦੇ 'ਚ ਬੇਸਿਕਲੀ ਜੇ ਕਿਸੇ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਨੂੰ 5 ਸਾਲ ਹੋ ਗਏ ਆ ਤੇ ਉਹਦੇ 'ਚੋਂ ਅੱਧਾ ਟਾਈਮ 2.5 ਸਾਲ ਉਹ ਅਮਰੀਕਾ ਦੇ ਵਿੱਚ ਰਹੇ ਆ, ਤੇ ਜਿਹੜਾ ਬਾਹਰ ਵੀ ਰਹੇ ਆ ਉਹਦੇ 'ਚੋਂ 6 ਮਹੀਨੇ ਤੋਂ ਵੱਧ ਬਾਹਰ ਅਮਰੀਕਾ ਦੇ ਵਿੱਚ ਮਤਲਬ ਨਹੀਂ ਰਹੇ, ਅਮਰੀਕਾ ਤੋਂ ਬਾਹਰ ਮੁੜ ਕੇ ਵਾਪਸ ਆ ਗਏ ਆ, ਉਹਨਾਂ ਤੇ ਇਸ ਚੀਜ਼ ਦਾ ਜਿਹੜਾ ਹੈਗਾ ਉਹ ਮਤਲਬ ਉਹ ਆਪਣੇ ਸਿਟੀਜ਼ਨਸ਼ਿਪ ਕਰ ਸਕਦੇ ਆ। ਉਹਦੇ ਵਾਸਤੇ ਕੋਈ ਇਹਦੇ 'ਚ ਬੈਨ ਨਹੀਂ ਲੱਗਿਆ। ਲੇਕਿਨ ਜਿਹੜੀ ਉਹਨਾਂ ਦੀ ਇੰਟਰਵਿਊ ਆਉਣੀ ਆ ਉਹ ਉਦੋਂ ਆਉਣੀ ਆ ਜਦੋਂ ਇਮੀਗ੍ਰੇਸ਼ਨ ਖੁੱਲ੍ਹ ਜਾਏਗੀ।
ਸੋ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹ ਬੇਸਿਕਲੀ ਜਦੋਂ ਉਹਨਾਂ ਦੀ ਇੰਟਰਵਿਊਜ਼ ਉਹ ਸਕੈਜੂਲ ਕਰਨਗੇ ਆਪਣੇ ਹਿਸਾਬ ਨਾਲ ਕਰਨਗੇ, ਪਰ ਉਹ ਤੇ ਕੋਈ ਬੈਨ ਨਹੀਂ ਹੈ। ਜਿਹੜੇ ਅਮਰੀਕਾ ਦੇ ਵਿੱਚ ਹਾਂਜੀ ਕਿਸੇ ਨੇ ਫਿਰ ਅਮਰੀਕਾ 'ਚ ਗ੍ਰੀਨ ਕਾਰਡ ਕਿਸੇ ਕੈਟਾਗਰੀ 'ਚ ਅਪਲਾਈ ਕੀਤਾ ਉਹ ਤੇ ਵੀ ਬੈਨ ਹੈ ਨਹੀਂ, ਉਹ ਤੇ ਵੀ ਕੁਝ ਨਹੀਂ ਹੈ, ਇਹ ਬਾਹਰ ਲਈ ਆ ਮਤਲਬ ਬੇਸਿਕਲੀ ਜੀ। ਤੇ ਸਰ ਇਮੀਗ੍ਰੇਸ਼ਨ ਆਫਿਸਿਸ ਆਈ ਥਿੰਕ ਖੁੱਲ ਚੁੱਕੇ ਨੇ ਅਮਰੀਕਾ ਦੇ ਵਿੱਚ ਵੀ, ਤੇ ਪ੍ਰੋਸੈਸਿੰਗ ਵਗੈਰਾ ਹਜੇ ਇਸ ਦੇ ਲਈ ਟਾਈਮ ਲੱਗੇਗਾ, ਹਜੇ ਵੇਟ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਪ੍ਰੋਸੈਸਸ ਨੂੰ ਕਦੋਂ ਹਰੀ ਝੰਡੀ ਮਿਲਦੀ ਆ? ਨਹੀਂ ਆਫਿਸ ਤਾਂ ਉਹਨਾਂ ਨੇ ਆਲਮੋਸਟ ਖੁੱਲ ਗਿਆ 4 ਜੂਨ ਤੋਂ, ਪਰ ਉਹਦੇ ਜਿਸ ਤਰ੍ਹਾਂ ਹੈਗਾ ਕਿ ਅਜੇ ਜਿਹੜੀਆਂ ਇੰਟਰਵਿਊਜ਼ ਵਗੈਰਾ ਹੈਗੀਆਂ ਉਹ ਇਹ ਸਕੈਜੂਲ ਮਤਲਬ ਅਜੇ ਨਹੀਂ ਕਰ ਰਹੇ, ਕਰਨਗੇ ਉਹਦੇ ਤੋਂ ਪਹਿਲਾਂ ਉਹ ਆਪਣਾ ਜੇ ਕਰ ਰਹੇ ਆ ਵੀ ਕਿਸ ਤਰ੍ਹਾਂ ਬਣਾਉਣਾ ਇੰਟਰਵਿਊ ਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਤੇ ਇਨ ਦਾ ਕਮਿੰਗ ਵੀਕਸ ਜਿਵੇਂ ਆ ਹਫਤੇ 2 ਹਫਤੇ ਤੱਕ ਇੰਟਰਵਿਊ ਵਗੈਰਾ ਵੀ ਆਉਣੇ ਸ਼ੁਰੂ ਹੋ ਸਕਦੇ ਨੇ। ਪਰ ਹਰੇਕ ਸਿਟੀ ਦਾ ਹਰੇਕ ਆਫਿਸ ਦਾ ਆਪੋ ਆਪਣਾ ਹਿਸਾਬ ਹੈ ਜੀ, ਤੇ ਹੁਣ ਕਈ ਥਾਵਾਂ ਦੇ ਸੋਸ਼ਲ ਅਨਰੈਸਟ ਜ਼ਿਆਦਾ ਉਹਦੇ ਕਰਕੇ 1 ਮਿੰਟ ਸਰ ਔਨ ਹੋਲਡ ਰਹੇ ਹੋ ਤੁਸੀਂ ਜੀ ਸਰ। ਓਕੇ ਜੀ ਸਰ, ਆਪਣੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਆਪਾਂ ਉਹਨਾਂ ਨਾਲ ਪਹਿਲਾਂ ਗੱਲ ਕਰ ਲਈ, ਉਹਨਾਂ ਦੇ ਸਵਾਲ ਦਾ ਜਵਾਬ ਲੈ ਲਈਏ। ਹੈਲੋ ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਮੈਰੀਲੈਂਡ ਤੋਂ ਅਮਰੀਕਾ ਤੋਂ ਬੋਲਦੇ ਜੀ ਸਰ, ਕੀ ਪੁੱਛਣਾ ਤੁਸੀਂ? ਮੈਂ ਪੁੱਛਣਾ ਚਾਹੁੰਦਾ ਜੀ F4 ਦੇ ਵਿੱਚ ਕੈਟਾਗਰੀ 'ਚ ਮੇਰੇ ਬ੍ਰਦਰ ਦਾ 2006 ਦੇ ਵਿੱਚ ਅਪਲਾਈ ਕਰਿਆ ਸੀ, ਪਰ ਉਹਨਾਂ ਦਾ ਅਪਰੂਵਲ ਡੇਟ ਸਾਡੇ ਕੋਲੇ 2014 ਨੂੰ ਮਿਲੀ ਆ, ਕਿਉਂਕਿ ਉਹਨਾਂ ਦਾ ਕੇਸ ਰਿਜੈਕਟ ਕਰਤਾ ਸੀ ਉਹਨਾਂ ਨੇ। ਓਕੇ। ਤੇ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਉਸ ਟਾਈਮ 1993 ਦਾ ਜਨਮ ਉਹਨਾਂ ਦਾ, ਕੀ ਵੀ ਉਹ ਜਦ ਅਸੀਂ ਦੁਬਾਰਾ ਹੁਣ ਪੇਪਰ ਆਉਣਗੇ ਤਾਂ ਕੀ ਉਸ ਦੀ ਉਮਰ ਰਸੀਟ ਡੇਟ ਤੇ ਅਪਰੂਵਲ ਡੇਟ ਦੇ ਵਿੱਚ ਡਿਫਰੈਂਟ ਹੈ ਔਰ ਨਹੀਂ? ਜੀ ਜਸਪ੍ਰੀਤ ਜੀ, ਤੁਹਾਨੂੰ ਸਵਾਲ ਸੁਣ ਗਿਆ? ਨਾਲ ਆ ਸਕਦਾ ਕਿ ਨਹੀਂ? ਹੈਲੋ ਜਸਪ੍ਰੀਤ ਜੀ, ਤੁਹਾਨੂੰ ਸਵਾਲ ਸੁਣ ਗਿਆ? ਹਾਂਜੀ ਹਾਂਜੀ ਇੱਕ ਵਾਰੀ ਤੁਸੀਂ ਰਿਪੀਟ ਕਰ ਦਿਓ ਜੀ। ਇਹਨਾਂ ਨੇ ਇਹੀ ਪੁੱਛਿਆ ਕਿ F4 ਕੈਟਾਗਰੀ ਦੇ ਅੰਡਰ ਇਹਨਾਂ ਦੇ ਬ੍ਰਦਰ ਨੇ ਅਪਲਾਈ ਕੀਤਾ ਸੀ 2006 ਦੇ ਵਿੱਚ, ਬਟ ਉਸ ਵੇਲੇ ਅਪਰੂਵਲ ਇਹਨਾਂ ਨੂੰ ਜਾ ਕੇ 2014 ਵਿੱਚ ਆਈ ਹੈ, ਪਹਿਲਾਂ ਰਿਜੈਕਟ ਹੋ ਗਿਆ ਸੀ, ਤੇ ਇਹਨਾਂ ਦਾ ਇੱਕ ਬੇਟਾ 1993 ਬੋਰਨ ਹੈਗਾ ਆ। ਕੀ ਹੁਣ ਜਿਹੜੀ ਨਵੀਂ ਫਾਈਲਿੰਗ ਪ੍ਰੋਸੈਸ ਕੀਤੀ ਹੈ 2014 ਚ ਅਪਰੂਵਲ ਆਈ ਆ, ਕੀ ਬੇਟਾ ਐਲੀਜੀਬਲ ਹੋਏਗਾ ਉਹਨਾਂ ਦਾ ਆਉਣ ਦੇ ਲਈ? ਠੀਕ ਹੈ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ ਇਹਨਾਂ ਦਾ। ਸਰ ਇਹੀ ਕੁਐਸਚਨ ਸੀ ਨਾ ਤੁਹਾਡਾ? ਹਾਂਜੀ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ ਸਰ। ਇਹਦਾ ਇਸ ਤਰ੍ਹਾਂ ਹੈਗਾ ਕਿ ਜਿਹੜੀ ਇਹ F4 ਕੈਟਾਗਰੀ ਆ ਇਹਦੇ 'ਚ ਜਿਹੜੇ 21 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਆ ਸਕਦੇ ਆ ਨਾਲ, ਤੇ ਇਹਨਾਂ ਤੇ ਲੇਕਿਨ ਜਿਹੜਾ 21 ਤੋਂ ਵੱਧ ਹੋ ਜਾਂਦਾ ਇੱਥੇ ਇੱਕ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਜਿਹਦੇ ਅੰਡਰ ਉਹ ਵੀ ਕਵਰ ਹੋ ਸਕਦਾ ਸਰਟਨ ਹਾਲਾਤ ਦੇ ਵਿੱਚ। ਉਹਦੀ ਇੱਕ ਕੈਲਕੂਲੇਸ਼ਨ ਹੁੰਦੀ ਆ ਕਿ ਕਦੋਂ ਤੁਹਾਡੀ ਜਿਹੜੀ ਹੈਗੀ ਅਪਰੂਵਲ ਹੋਈ ਆ ਉਦੋਂ ਕਿੰਨੀ ਉਮਰ ਸੀਗੀ, ਤੇ ਇੱਕ ਤਾਂ ਪਹਿਲਾਂ ਤਾਂ ਹੈ ਹੀ ਆ ਵੀ ਜਦੋਂ ਵੀ ਅਪਲਾਈ ਤੁਸੀਂ ਆਪਣੇ ਭਰਾ ਭੈਣ ਦਾ ਕਰਦੇ ਹੋ, ਮਤਲਬ ਜਿਹੜੀ ਇਹ ਕੈਟਾਗਰੀ ਹੈਗੀ, ਤੇ ਇਹਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਜਦੋਂ ਤੁਸੀਂ ਅਪਲਾਈ ਕਰਦੇ ਹੋ ਜੀ। ਉਦੋਂ ਬਾਅਦ ਜੇ ਉਹ 21 ਤੋਂ ਉੱਪਰ ਹੋ ਜਾਂਦੇ ਨੇ ਤਾਂ ਇਹ ਦੇਖਣਾ ਪਏਗਾ ਕਿ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਇਹ ਕਵਰ ਹੁੰਦੇ ਆ ਕਿ ਨਹੀਂ। ਤੇ ਉਹਦੀ ਹਰੇਕ ਦੀ ਜਿਹੜੀ ਹੈਗੀ ਆ ਅਪਰੂਵਲ ਡੇਟ ਤੋਂ ਤੇ ਉਹ ਜਿਹੜੇ ਹੈਗੇ ਦਿਨ ਮਾਈਨਸ ਹੁੰਦੇ ਆ, ਤੇ ਉਹਦੇ ਮੁਤਾਬਕ ਆਪਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਡਿਟੇਲ 'ਚ ਇਹਦੇ ਬਾਰੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਬਾਰੇ ਗੱਲ ਕਰ ਲਾਂਗੇ ਵਿੱਚ ਕੀ ਆ ਤੇ ਕਿਵੇਂ ਆ। ਬਾਕੀ ਇਹਨਾਂ ਨੇ ਜੇ ਡਿਟੇਲ ਜਾਣਕਾਰੀ ਲੈਣੀ ਆ ਤਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਮੇਰੇ ਨੰਬਰ ਤੇ ਕਾਲ ਕਰ ਲੈਣ 9179154142, ਤੇ ਇਹਨਾਂ ਨੂੰ ਮੈਂ ਉਹ ਸਾਰਾ ਇਹਨਾਂ ਦਾ ਦੇਖ ਕੇ ਪੇਪਰ ਵਰਕ ਇਹਨਾਂ ਨੂੰ ਜਵਾਬ ਦੇ ਦੂੰਗਾ। ਆਪਣੇ ਦਰਸ਼ਕਾਂ ਨੂੰ ਇਹੀ ਦੱਸ ਦਈਏ ਕਿ ਜੇਕਰ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ, ਜਸਪ੍ਰੀਤ ਜੀ ਨੂੰ ਉਹਨਾਂ ਦੇ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਬਲੈਕ ਅੱਖਰਾਂ ਦੇ ਵਿੱਚ ਉਹਨਾਂ ਦਾ ਨੰਬਰ ਲਿਖਿਆ ਹੋਇਆ, ਸੋ ਉੱਥੇ ਕਾਲ ਕਰ ਸਕਦੇ ਹੋ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਸਰ ਇੱਕ ਅਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਵੀ ਕਿ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਅਪਡੇਸ਼ਨਸ ਆਈਆਂ ਨੇ। ਇਹ ਪ੍ਰੋਗਰਾਮ ਕੀ ਹੈ ਤੇ ਕੀ ਇਹਦੇ ਵਿੱਚ ਨਵੀਆਂ ਅਪਡੇਸ਼ਨਸ ਆਈਆਂ ਨੇ? ਅਮਰੀਕਾ ਦੇ ਵਿੱਚ ਜਿਹੜਾ ਕੇਅਰਸ ਐਕਟ ਪਾਸ ਹੋਇਆ ਸੀਗਾ ਜਿਹਦੇ ਵਿੱਚ ਕਿ ਇਹਨਾਂ ਨੇ ਰਿਲੀਫ ਦਿੱਤੀ ਹੈ ਗਵਰਨਮੈਂਟ ਨੇ ਕਰੋਨਾ ਵਾਇਰਸ ਦੇ ਜਿਹੜੇ ਬੰਦੇ ਪ੍ਰਭਾਵਿਤ ਹੋਏ ਆ ਉਹਨਾਂ ਨੂੰ, ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਪ੍ਰੋਵੀਜ਼ਨ ਸੀਗੀ, ਉਹਨੂੰ ਕਹਿੰਦੇ ਆ PPP ਲੋਨ, ਇਹ ਪੇਮੈਂਟ ਜਿਹੜੀ ਹੈਗੀ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ। ਉਹਦਾ ਮਤਲਬ ਇਹ ਆ ਕਿ ਜਿਹੜੇ ਇੱਥੇ ਮਤਲਬ ਬਿਜ਼ਨਸਿਸ ਨੇ, ਜਿਹੜੇ ਉਹਨਾਂ ਦੇ EMPLOYEES ਨੇ, ਉਹ ਹੁਣ ਮਤਲਬ ਕੰਮ ਤੇ ਨਹੀਂ ਆ ਰਹੇ ਸੀ ਕਿਉਂਕਿ ਬਿਜ਼ਨਸ ਬੰਦ ਕਰਨਾ ਪਿਆ ਲੋਕਡਾਊਨ ਕਰਕੇ, ਤੇ ਉਹਨਾਂ ਨੂੰ ਵਾਪਸ ਕੰਮ ਤੇ ਬੁਲਾ ਕੇ ਤਨਖਾਹ ਦਿੱਤੀ ਜਾਵੇ ਤਾਂ ਕਿ ਇਕਨੋਮੀ ਚੱਲੇ। ਹੁਣ ਕਈ ਬਿਜ਼ਨਸ ਓਨਰਸ ਨੂੰ ਦਾ ਇਹ ਕਹਿਣਾ ਸੀ ਵੀ ਸਾਡੇ ਕੋਲ ਤਾਂ ਕਿਉਂਕਿ ਬਿਜ਼ਨਸ ਹੀ ਅਜੇ ਹੈ ਨਹੀਂ, ਕੋਈ ਜਿਹੜਾ ਹੈਗਾ ਨਹੀਂ ਕਸਟਮਰ ਆ ਰਿਹਾ, ਤਨਖਾਹ ਕਿੱਥੋਂ ਦਈਏ। ਤਾਂ ਗਵਰਨਮੈਂਟ ਨੇ ਉਹਨਾਂ ਨੂੰ SBA ਜਿਹੜਾ ਹੈਗਾ ਉਹਨੇ ਇੱਕ ਲੋਨ ਪ੍ਰੋਗਰਾਮ ਸ਼ੁਰੂ ਕੀਤਾ ਕਿ ਤੁਸੀਂ 2 ਮਹੀਨੇ ਦੀ ਤੁਹਾਡੀ ਜਿਹੜੀ ਪੇਰੋਲ ਆ ਤੇ ਉਹਦੇ ਮੁਤਾਬਕ ਤੁਹਾਨੂੰ ਅਸੀਂ ਜਿਹੜਾ ਲੋਨ ਦਿਆਂਗੇ, ਤੇ ਜੇ ਤੁਸੀਂ ਇਹ ਜਿਹੜੀ ਹੈਗੀ ਹੈ ਚੋਂ 75% ਪੇਰੋਲ ਤੇ ਹੀ ਖਰਚੋਗੇ ਤਾਂ ਅਸੀਂ ਉਹਨੂੰ ਮਾਫ ਕਰ ਦਿਆਂਗੇ।
ਤੇ ਜਿਹੜਾ ਉਹਨਾਂ ਦੇ ਬੈਂਕ ਨੇ, ਜਿਹੜੇ ਬੈਂਕ ਨਾਲ ਉਹ ਬੈਂਕ ਕਰਦੇ ਨੇ, ਜਿੱਥੇ ਉਹਨਾਂ ਦਾ ਅਕਾਊਂਟ ਆ, ਤੇ ਉਹ ਤਕਰੀਬਨ ਸਾਰੇ ਬੈਂਕ ਹੀ ਇਹਦੇ ਵਿੱਚ ਅਪਰੂਵਡ ਸੀਗੇ ਤੇ ਉਹਦੇ ਰਾਹੀਂ ਅਪਲਾਈ ਕਰੋ। ਤੇ ਉਹ ਕਾਫੀ ਬੰਦਿਆਂ ਨੇ ਅਰਜ਼ੀਆਂ ਦਿੱਤੀਆਂ। ਪਹਿਲਾਂ ਤਾਂ ਜਿਹੜਾ ਸੀ ਉਹ ਫੰਡ ਹੀ ਖਤਮ ਹੋ ਗਿਆ, ਉਦੋਂ ਬਾਅਦ ਇਹਨਾਂ ਨੇ ਦੁਬਾਰਾ ਫੰਡ ਕੀਤਾ ਤੇ ਹੁਣ ਉਹ ਅਵੇਲੇਬਲ ਹੈਗਾ। ਇਹ ਪ੍ਰੋਗਰਾਮ 30 ਜੂਨ ਤੱਕ ਆ, ਵੀ ਉਸ ਤੋਂ ਪਹਿਲਾਂ ਐਪਲੀਕੇਸ਼ਨਾਂ ਦੇਣੀਆਂ ਜ਼ਰੂਰੀ ਆ, ਪਰ ਇਹ ਦਿੱਤੀਆਂ ਜਾਂਦੀਆਂ ਨੇ ਸਿਰਫ ਉਸ ਬੈਂਕ ਰਾਹੀਂ ਜਿਹੜੇ ਬੈਂਕ ਦੇ ਵਿੱਚ ਉਹਦਾ ਅਕਾਊਂਟ ਆ, ਬੰਦਾ ਬੈਂਕ ਕਰਦਾ ਜਿੱਥੋਂ। ਇਹਦੇ ਵਿੱਚ ਜਿਹੜੀ ਵੱਡੀਆਂ ਚੇਂਜਸ ਹੁਣ ਆਈਆਂ ਨੇ, ਜਿਹੜਾ ਬਿੱਲ ਪਿਛਲੇ ਫਰਾਈਡੇ ਸਾਈਨ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ, ਹਾਊਸ ਤੇ ਸੈਨੇਟ ਨੇ ਪਾਸ ਕੀਤਾ, ਉਹ ਪਹਿਲੀ ਚੇਂਜ ਤਾਂ ਇਹ ਆ ਕਿ ਉਹਨਾਂ ਨੇ ਅੱਗੇ ਸੀਗਾ ਵੀ 2 ਮਹੀਨੇ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਉਹ ਸ਼ੋਅ ਕਰਨੀ ਆ ਕਿ ਪੇਰੋਲ ਦਿੱਤੀ ਆ। ਹੁਣ ਕਈ ਬਿਜ਼ਨਸ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਓਪਨ ਹੀ ਹੁਣ ਹੋਏ ਆ, ਤਾਂ 2 ਮਹੀਨੇ ਦੇ ਵਿੱਚ ਸਾਡਾ ਇਹਨਾਂ ਬਿਜ਼ਨਸ ਪਤਾ ਨਹੀਂ ਪਿਕ ਕਰੂਗਾ ਕਿ ਨਹੀਂ ਕਰੂਗਾ, ਤੇ ਅਸੀਂ ਉਹ ਸਾਰੀ ਪੇਰੋਲ ਕਿਵੇਂ ਦੇ ਸਕਦੇ ਆ। ਉਹ ਇਹਨਾਂ ਨੇ ਟਾਈਮ ਵਧਾ ਕੇ ਤਾਂ ਉਹ 24 ਹਫ਼ਤੇ ਕਰਤਾ, ਵੀ 24 ਹਫ਼ਤੇ ਦੇ ਵਿੱਚ ਜਿਹੜੀ ਪੇਰੋਲ ਆ ਉਹ ਮਤਲਬ ਤੁਸੀਂ ਪੂਰੀ ਕਰ ਸਕਦੇ ਹੋ। ਤੁਹਾਨੂੰ 2 ਮਹੀਨੇ 'ਚ ਉਹ ਸਾਰੇ ਪੈਸੇ ਤਨਖਾਹ ਦੇਣ ਦੀ ਲੋੜ ਨਹੀਂ, ਤੁਸੀਂ ਉਹਨੂੰ 24 ਵੀਕ ਤੱਕ ਐਕਸਟੈਂਡ ਕਰ ਸਕਦੇ ਹੋ। ਦੂਜਾ ਅੱਗੇ ਸੀਗਾ ਵੀ 75% ਉਹ ਲੋਨ ਦੇ ਪੈਸੇ ਤੁਸੀਂ ਤਨਖਾਹ 'ਚ ਦੇਣੇ ਆ, ਉਹ ਇਹਨਾਂ ਨੇ ਘਟਾ ਕੇ 60% ਕਰਤਾ ਕਿ ਤੁਸੀਂ ਉਹ 'ਚੋਂ ਹੁਣ 60% ਹੀ ਤਨਖਾਹ ਦੇਣੀ ਆ, ਬਾਕੀ ਤੁਸੀਂ 40% ਆਪਣਾ ਰੈਂਟ ਜਾਂ ਜਿਹੜੇ ਹੋਰ ਖਰਚੇ ਹੁੰਦੇ ਨੇ ਬਿਜ਼ਨਸ ਦੇ ਉੱਤੇ ਤੁਸੀਂ ਲਾ ਸਕਦੇ ਹੋ। ਤੇ ਉਹਦੇ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਰਿਲੈਕਸੇਸ਼ਨ ਹੋਰ ਦਿੱਤੀ ਆ ਕਿ ਜਿਵੇਂ ਅੱਗੇ ਸੀਗਾ ਵੀ ਬਹੁਤ ਜ਼ਿਆਦਾ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਮਤਲਬ ਸਟ੍ਰਿਕਟ ਸੀਗੀ, ਤੇ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਬੈਂਕਾਂ ਦੇ ਰਾਹੀਂ ਇਹਦੀ ਫੋਰਗਿਵਨੈਸ ਲਈ ਮਤਲਬ ਅਪਲਾਈ ਕਰ ਦਿਓ। ਸੋ ਇਹਦੇ 'ਚ ਰਿਲੈਕਸੇਸ਼ਨ ਮਿਲੀ ਆ। ਹੁਣ ਜਿਹੜਾ ਐਮਪਲੋਇਰ ਆ ਜਿਹਨੇ ਵੀ ਲੋਨ ਲਿਆ ਇਹ, ਉਹਦੇ ਕੋਲ 6 ਜਿਹੜਾ ਮਹੀਨੇ ਦਾ ਟਾਈਮ ਹੋਏਗਾ, ਤੇ ਉਹਦੇ ਵਿੱਚ ਉਹਨੇ ਉਹ ਜਿਹੜੀ ਸਾਰੀ ਅਮਾਊਂਟ ਆ ਉਹ ਸ਼ੋਅ ਕਰਨੀ ਆ ਵੀ ਉਹਨੇ ਪੇਰੋਲ ਤੇ ਲਾਈ ਆ, ਕਿੱਥੇ ਲਾਈ ਆ, ਤੇ 60% ਉਹਦੇ 'ਚੋਂ ਅਮਾਊਂਟ ਉਹਨੂੰ ਪੇਰੋਲ ਤੇ ਲਾਣੀ ਪਏਗੀ। ਮਤਲਬ ਜੇ ਕਿਸੇ ਨੇ ਜਿੰਨਾ ਵੀ ਲੋਨ ਲਿਆ ਉਹਦਾ 60% ਉਹ ਤਨਖਾਹ ਦੇਵੇ ਤੇ ਉਹਦਾ ਪ੍ਰੂਫ ਸ਼ੋਅ ਕਰੇ ਉਹਨਾਂ ਨੂੰ, ਤਾਂ ਇਹ ਮਾਫ ਹੋਏਗਾ। ਜੇ ਨਹੀਂ ਤਾਂ ਉਹਨੂੰ ਫਿਰ 1 ਸਾਲ ਬਾਅਦ ਇਹਦੀਆਂ ਕਿਸ਼ਤਾਂ ਦੇਣੀਆਂ ਸ਼ੁਰੂ ਮਤਲਬ ਕਰਨੀਆਂ ਪੈਣਗੀਆਂ, ਇਹਦਾ ਜਿਹੜੀ ਹੈਗੀ ਪੇਮੈਂਟ ਵਾਪਸ ਕਰਨੀ ਪਏਗੀ। ਇਹ ਵੱਡੀ ਚੇਂਜ ਆ ਜਿਹੜੀ ਕਿ ਬਿਜ਼ਨਸਿਸ ਨੂੰ ਤੇ ਜਿਹੜੇ EMPLOYERS ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਹੋਏਗਾ। ਸਰ, ਇਹ ਤਾਂ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਕਿ ਬਿਜ਼ਨੈਸਿਸ ਐਂਡ EMPLOYERS ਦੇ ਬਾਰੇ ਵਿੱਚ ਇਸ ਵਕਤ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਘਾਟੇ ਵਿੱਚ ਜਾ ਰਿਹਾ ਤੇ ਇਮੀਗ੍ਰੇਸ਼ਨ ਆਫੀਸਰਸ ਦਾ ਵੀ ਇਹੀ ਕਹਿਣਾ ਹੈ ਕਿ ਜਿਸ ਪ੍ਰਕਾਰ ਨਾਲ ਘਾਟੇ ਵਿੱਚ ਜਾ ਰਿਹਾ, ਕੱਲ ਨੂੰ ਤਨਖਾਹਾਂ ਵੀ ਦੇਣੀਆਂ ਨੇ। ਸੋ ਤੁਹਾਨੂੰ ਕੀ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਇਸ ਵਕਤ ਇਮੀਗ੍ਰੇਸ਼ਨ ਦੇ ਵਿੱਚ ਵੀ ਘਾਟਾ ਪੈ ਰਿਹਾ ਵਾ, ਇੰਨਾ ਜ਼ਿਆਦਾ ਲਾਸ ਦੇ ਵਿੱਚ ਜਾ ਰਿਹਾ, ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗਦਾ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਕੁਝ ਤਬਦੀਲੀਆਂ ਆ ਸਕਦੀਆਂ ਨੇ, ਕੋਈ ਸੌਖਾ ਹੋ ਸਕਦਾ, ਜਿਹੜੇ ਬੈਨਸ ਲਗਾਏ ਗਏ ਨੇ ਇਹਨਾਂ ਨੂੰ ਸ਼ਾਇਦ ਹਟਾਇਆ ਜਾ ਸਕਦਾ ਹੈ? ਇਮੀਗ੍ਰੇਸ਼ਨ ਦਾ ਇਸ ਤਰ੍ਹਾਂ ਹੈ ਕਿ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨੇ ਮਤਲਬ ਇਹਨਾਂ ਦੀ ਜਿਹੜੀ US ਕਾਂਗਰਸ ਆ ਉਹਨੂੰ ਕਿਹਾ ਸੀ ਕਿ ਸਾਨੂੰ ਬਹੁਤ ਘਾਟਾ ਪੈ ਰਿਹਾ, ਤੇ ਸਾਡੀਆਂ ਜਿਹੜੀਆਂ ਅੱਗੇ ਉਹਨਾਂ ਦਾ ਜਿਹੜਾ ਜ਼ਿਆਦਾ ਬਜਟ ਸੀ, ਉਹ ਜਿਹੜੀਆਂ ਆਪਾਂ ਫੀਸ ਪੇ ਕਰਦੇ ਆ ਇਮੀਗ੍ਰੇਸ਼ਨ, ਉਹ 'ਤੇ ਸੀਗਾ ਡਿਪੈਂਡੈਂਟ। ਤੇ ਉਹ ਕਹਿੰਦੇ ਆ ਵੀ ਨਵੀਆਂ ਐਪਲੀਕੇਸ਼ਨਾਂ ਘੱਟ ਆਉਣ ਕਰਕੇ ਤਾਂ ਉਹ ਫੀਸਿਸ ਘੱਟ ਆ ਰਹੀਆਂ, ਤੇ ਸਾਨੂੰ ਜਿਹੜਾ ਉਹ $1.2 ਬਿਲੀਅਨ ਦੀ ਮਦਦ ਕੀਤੀ ਜਾਵੇ, ਨਹੀਂ ਸਾਨੂੰ ਕਈ ਆਪਣੇ ਜਿਹੜੇ ਆਫਿਸਰਸ ਨੇ ਉਹ ਲੇ ਆਫ ਕਰਨੇ ਪੈਣਗੇ ਤੇ ਵੀ ਅਸੀਂ ਉਹਨਾਂ ਦੀ ਤਨਖਾਹ ਨਹੀਂ ਦੇ ਸਕਦੇ। ਸੋ ਸਾਡੀ ਗਵਰਨਮੈਂਟ ਹੈਲਪ ਕਰੇ। ਸੋ ਇਹਦੇ ਵਿੱਚ ਹੁਣ ਜਿਹੜੀ ਕਾਂਗਰਸ ਹੈਗੀ ਆ ਉਹਨੂੰ ਉਹਨਾਂ ਦੀ ਹੈਲਪ ਕਰਨੀ ਪੈਣੀ ਆ ਓਬਵੀਅਸਲੀ, ਕਿਉਂਕਿ ਮਤਲਬ ਇਹਦਾ ਜਿਹੜਾ ਗਵਰਨਮੈਂਟ ਦਾ ਸਰਕਾਰੀ ਡਿਪਾਰਟਮੈਂਟ ਆ ਤੇ ਉਹ ਕਰਨਗੇ। ਪਰ ਕਿਉਂਕਿ ਐਪਲੀਕੇਸ਼ਨਾਂ ਲੈਣ ਦੇ ਵਿੱਚ ਉਹ ਕਹਿ ਰਹੇ ਕਮੀ ਆਈ ਆ, ਜਿੰਨੇ ਬੰਦੇ ਅੱਗੇ ਅਪਲਾਈ ਕਰਦੇ ਸੀ ਇਮੀਗ੍ਰੇਸ਼ਨ ਅੱਡ ਬੈਨੀਫਿਟਸ ਲਈ, ਉਹਨਾਂ ਨੇ ਆਹ ਸਾਲ ਦੇ ਵਿੱਚ ਨਹੀਂ ਕੀਤਾ, ਤੇ ਉਹਦੇ ਕਰਕੇ ਉਹਨਾਂ ਨੂੰ ਜਿਹੜੀ ਹੈਗੀ ਫਾਈਨੈਂਸ਼ੀਅਲ ਪ੍ਰੋਬਲਮ ਆ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਦੇਖਣਾ ਪਏਗਾ ਕਿ ਉਹ ਫਾਈਨੈਂਸ਼ੀਅਲ ਪ੍ਰੋਬਲਮ ਦੂਰ ਹੁੰਦੀ ਹੈ ਜਾਂ ਉਹਨਾਂ ਨੂੰ ਗਵਰਨਮੈਂਟ ਨੂੰ ਬੇਲ ਆਊਟ ਕਰਨਾ ਪਏਗਾ। ਸੋ ਗਵਰਨਮੈਂਟ ਤਾਂ ਕਰੇਗੀ ਹੀ ਜੇ ਆਪਣਾ ਕਰਨਾ ਪਿਆ, ਪਰ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਵੀ ਇਸ ਵਕਤ ਇੱਕ ਫਾਈਨੈਂਸ਼ੀਅਲ ਪ੍ਰੋਬਲਮ ਦੇ ਵਿੱਚ ਹੈਗਾ। ਸਰ, H1B ਵੀਜ਼ਾ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਹੁਣ ਸਖਤੀ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਜਿਹੜੇ ਪ੍ਰੋਫੈਸ਼ਨਲਸ ਨੇ, IT ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਵੀ ਇਸ ਗੱਲ ਨੂੰ ਲੈ ਕੇ ਹੁਣ ਹੋ ਰਿਹਾ ਕਿ H1B ਵੀਜ਼ਾ ਅੱਗੇ ਕੀ ਉਸ ਨੂੰ ਰੀਨਿਊ ਕੀਤਾ ਜਾ ਸਕਦਾ ਜਾਂ H1B ਵੀਜ਼ਾ ਅੱਗੇ ਜਾਰੀ ਹੋਣਗੇ ਜਾਂ ਨਹੀਂ, ਇਹਨੂੰ ਲੈ ਕੇ ਵੀ ਕਾਫੀ ਇਸ ਵਕਤ ਗਹਿਮਾ ਗਹਿਮੀ ਦਾ ਮਾਹੌਲ ਦੇਖਣ ਨੂੰ ਮਿਲਿਆ ਸੀ। ਹਾਂਜੀ, ਆਪਾਂ ਤਰਨਜੀਤ ਜੀ ਜਿਹੜੇ ਪਿਛਲੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਇਹ ਮਤਲਬ ਜਾਣਕਾਰੀ ਦਿੰਦੇ ਰਹੇ ਆ ਕਿ ਜਿਹੜੇ ਜਦੋਂ ਐਗਜ਼ੈਕਟਿਵ ਇਹ ਇਮੀਗ੍ਰੇਸ਼ਨ ਬੈਨ ਲਾਇਆ ਸੀ ਪ੍ਰੈਜ਼ੀਡੈਂਟ ਟਰੰਪ ਨੇ, ਤੇ ਉਹਨਾਂ ਨੇ ਉਹਦੇ 'ਚ ਕਿਹਾ ਸੀ ਕਿ ਮੈਂ ਮਹੀਨੇ 2 ਮਹੀਨੇ ਦੇ ਵਿੱਚ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਆ ਉਹਨਾਂ 'ਤੇ ਵੀ ਗਾਈਡਲਾਈਨ ਜਾਰੀ ਕਰਾਂਗਾ ਕਿ ਉਹਨਾਂ ਦੇ ਵਿੱਚ ਕਿਹਨੂੰ ਵੀਜ਼ਾ ਮਿਲਣਾ, ਕਿਹਨੂੰ ਨਹੀਂ ਮਿਲਣਾ, ਕੀ ਰਿਸਟ੍ਰਿਕਸ਼ਨਾਂ ਨੇ। ਹੁਣ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਨੇ ਇਹਨਾਂ ਦੇ ਵਿੱਚ ਆ ਜਾਂਦਾ H1 ਵੀਜ਼ਾ, ਇਹਨਾਂ ਦੇ ਵਿੱਚ ਆ ਜਾਂਦਾ F1 ਜਿਹੜਾ ਸਟੂਡੈਂਟ ਵੀਜ਼ਾ, ਇਹਨਾਂ ਦੇ ਵਿੱਚ ਹੀ ਆ ਜਾਂਦਾ R1 ਜਿਹੜਾ ਪੁਲਿਸ ਦਾ ਵੀਜ਼ਾ। ਤੇ ਇਸ ਕੈਟਾਗਰੀ ਦੇ ਉੱਤੇ ਇੱਕ ਜਿਹੜੀ ਹਫਤਾ 10 ਦਿਨ ਪਹਿਲਾਂ ਖਬਰ ਵੀ ਆਈ ਸੀ ਵੀ ਇਹਦੇ ਰਿਸਟ੍ਰਿਕਸ਼ਨ ਲਾਉਣ ਜਾ ਰਹੇ ਆ। ਪਰ ਜਿਹੜੀ ਆ ਸਿਵਲ ਅਨਰੈਸਟ ਹੋ ਗਈ, ਜਿਹੜਾ ਆਹ
ਹੁਣ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਪੁਲਿਸ ਦੇ ਖਿਲਾਫ, ਉਹਨੇ ਇਸ ਗੱਲ ਨੂੰ ਥੋੜਾ ਜਿਹਾ ਪਿੱਛੇ ਪਾਤਾ ਤੇ ਉਹ ਗੱਲ ਦੀ ਜਿਹੜੀ ਹੈਗੀ ਹੁਣ ਜ਼ਿਆਦਾ ਪ੍ਰਾਇੋਰਟੀ ਆ। ਤੇ ਇਸ ਕਰਕੇ ਲੇਕਿਨ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈਗੀ ਐਡਮਿਨਿਸਟ੍ਰੇਸ਼ਨ ਦੀ, ਉਹ ਇਹ ਹੈਗੀ ਆ ਕਿ ਜਿਹੜੇ F1 ਤੇ ਸਟੂਡੈਂਟ ਵੀਜ਼ੇ ਤੇ ਹੈਗੇ ਆ, ਉਹਨਾਂ ਨੂੰ ਇੱਕ OPT ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਮਿਲਦਾ ਤੇ ਉਹ ਵਰਕ ਪਰਮਿਟ ਬੰਦ ਕੀਤਾ ਜਾਵੇ ਤੇ ਜਾਂ ਉਹਦੀਆਂ ਜਿਹੜੀਆਂ ਹੈਗੀਆਂ ਰੈਸਟ੍ਰਿਕਸ਼ਨਸ ਲਾਈਆਂ ਜਾਣ। ਇਦਾਂ ਹੀ H1 ਤੇ L1 ਤੇ ਵੀ ਲਾਈਆਂ ਜਾਣ। ਉਹ ਹੁਣ ਜਦੋਂ ਲੱਗਣਗੀਆਂ ਤਾਂ ਪਤਾ ਲੱਗੇਗਾ ਤੇ ਉਮੀਦ ਤਾਂ ਜਿਹੜੀ ਸਾਨੂੰ ਹੈਗੀ ਵੀ ਆਹ ਮਹੀਨੇ ਦੇ ਐਂਡ ਤੱਕ ਉਹਦੇ ਵਿੱਚ ਕੋਈ ਨਾ ਕੋਈ ਨਵੀਆਂ ਗਾਈਡਲਾਈਨ ਜ਼ਰੂਰ ਆਉਣਗੀਆਂ, ਪਰ ਅਜੇ ਤੱਕ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਪਰ ਇਹ ਤੇ ਵਰਕ ਕਰ ਰਹੇ ਆ। ਜੀ ਸਰ, ਤੁਸੀਂ OPT ਇੱਕ ਅੱਜ ਹੋਰ ਇਮੀਗ੍ਰੇਸ਼ਨ ਦੀ, ਹਾਂਜੀ ਇੱਕ ਹੋਰ ਇਮੀਗ੍ਰੇਸ਼ਨ ਦੀ ਅੱਜ ਅਪਡੇਟ ਆ, ਉਹ ਇਹ ਹੈਗੀ ਆ ਵੀ ਇੱਥੇ ਇੱਕ ਡਾਕਾ ਪ੍ਰੋਗਰਾਮ ਹੈ। ਉਹ ਇਹ ਹੈਗਾ ਵੀ ਜਿਹੜੇ ਮਤਲਬ ਬੱਚੇ ਇੱਥੇ ਇਲੀਗਲ ਐਂਟਰ ਹੋਏ ਆਪਣੇ ਪੇਰੈਂਟਸ ਦੇ ਨਾਲ ਤੇ ਉਹਨਾਂ ਨੇ ਇੱਥੇ ਐਜੂਕੇਸ਼ਨ ਲਈ ਆ, ਇਹਨੂੰ ਜਿਹੜਾ ਸੀ ਪ੍ਰੈਜ਼ੀਡੈਂਟ ਓਬਾਮਾ ਨੇ ਮਤਲਬ ਸ਼ੁਰੂ ਕੀਤਾ ਸੀ। ਉਹਨਾਂ ਨੇ ਜਿਹੜੇ ਬੱਚਿਆਂ ਨੇ ਐਨਰੋਲ ਕੀਤਾ ਹੋਇਆ ਉਹਨਾਂ ਨੂੰ ਇਹਦੇ ਅੰਡਰ ਵਰਕ ਪਰਮਿਟ ਮਿਲੀ ਜਾਂਦਾ, ਉਹਨਾਂ ਦਾ ਸਟੇਟਸ ਲੀਗਲ ਹੈ, ਕਿਉਂਕਿ ਉਹਦੇ ਪਿੱਛੇ ਰੀਜ਼ਨ ਇਹ ਸੀ ਵੀ ਜਿਹੜੇ ਬੱਚੇ ਛੋਟੇ ਆਏ ਆ ਉਹਨਾਂ ਦਾ ਕਸੂਰ ਕੋਈ ਨਹੀਂ, ਤੇ ਜੇ ਉਹਨਾਂ ਦੇ ਮਤਲਬ ਮਾਂ-ਬਾਪ ਨੇ ਕੋਈ ਲਾਅ ਵਾਇਲੇਟ ਕੀਤਾ ਤਾਂ ਇਹ 'ਚ ਬੱਚੇ ਦਾ ਕਸੂਰ ਨਹੀਂ, ਤਾਂ ਬੱਚੇ ਇੱਥੇ ਸਕੂਲ ਗਏ ਨੇ, ਸਕੂਲਿੰਗ ਲਈ ਆ, ਤਾਂ ਉਹਨਾਂ ਨੂੰ ਇਹਦੇ ਵਿੱਚ ਕੋਈ ਜਿਹੜਾ ਹੈਗਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ। ਵੀ ਮਾਂ-ਬਾਪ ਦੀ ਜਿਹੜੀ ਗਲਤੀ ਆ ਉਹ ਮਤਲਬ ਬੱਚਿਆਂ ਤੇ ਲਾਗੂ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ ਸਰ, ਆਪਾਂ ਡਾਕਾ ਪ੍ਰੋਗਰਾਮ ਦੇ ਬਾਰੇ ਚ ਅਪਡੇਸ਼ਨ ਲਵਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਸਤਿ ਸ਼੍ਰੀ ਅਕਾਲ। ਮੈਂ ਸਿਆਟਲ ਤੋਂ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੇਰਾ ਜਸਪ੍ਰੀਤ ਸਿੰਘ ਜੀ ਨੂੰ ਇਹ ਸਵਾਲ ਸੀਗਾ, ਅਸੀਂ ਇੱਥੇ 2018 ਦੇ ਵਿੱਚ ਆਏ ਸੀਗੇ ਗ੍ਰੀਨ ਕਾਰਡ ਦੇ ਉੱਤੇ, ਫੈਮਿਲੀ ਸਪਾਂਸਰਸ਼ਿਪ ਦੇ ਵਿੱਚ, ਤੇ ਉਹਦੇ ਵਿੱਚ ਅਸੀਂ ਸਿਰਫ ਇੱਥੇ ਬਹੁਤ ਥੋੜਾ ਟਾਈਮ ਰਹੇ ਹਾਂ। ਅਸੀਂ ਤਕਰੀਬਨ 2 ਮਹੀਨੇ ਇੱਥੇ ਰਹਿੰਦੇ ਹੁੰਦੇ ਸੀ, ਬਾਕੀ ਟਾਈਮ ਇੰਡੀਆ। ਤੇ ਹੁਣ ਅਸੀਂ ਜਦੋਂ ਫਰਵਰੀ ਦੇ ਵਿੱਚ ਇੱਥੇ ਦੁਬਾਰਾ ਵਾਪਸ ਆਏ ਕਰੋਨਾ ਤੋਂ ਪਹਿਲਾਂ, ਤਾਂ ਉਹਨਾਂ ਨੇ ਸਾਨੂੰ ਵਾਰਨਿੰਗ ਦਿੱਤੀ ਸੀਗੀ ਕਿ ਜੇ ਤੁਸੀਂ ਇੱਥੇ ਨਹੀਂ ਰਹਿਣਾ ਤਾਂ ਤੁਹਾਡਾ ਗ੍ਰੀਨ ਕਾਰਡ ਕੈਂਸਲ ਕਰ ਦਿੱਤਾ ਜਾਊਗਾ ਤੇ ਤੁਹਾਨੂੰ ਇੱਥੇ ਰਹਿਣਾ ਪਊਗਾ। ਤੇ ਹੁਣ ਅਸੀਂ ਇੱਥੇ ਹੀ ਆ, ਤਕਰੀਬਨ ਅਸੀਂ ਦਸੰਬਰ ਤੱਕ ਇੱਥੇ ਹੀ ਰਵਾਂਗੇ, ਬਟ ਸਾਨੂੰ 1 ਮਹੀਨੇ ਵਾਸਤੇ ਇੰਡੀਆ ਜਾਣਾ ਪਊਗਾ। ਤਾਂ ਕੀ ਸਾਨੂੰ ਪਰਮਿਸ਼ਨ ਲੈ ਕੇ ਜਾਣਾ ਪਊਗਾ ਜਾਂ ਅਸੀਂ ਸਿਰਫ ਸ਼ਾਰਟ ਟਾਈਮ ਵਾਸਤੇ ਬਿਨਾਂ ਪਰਮਿਸ਼ਨ ਤੋਂ ਵੀ ਜਾ ਸਕਦੇ ਹਾਂ? ਜੀ ਜਸਪ੍ਰੀਤ ਜੀ, ਤੁਹਾਨੂੰ ਸਵਾਲ ਸੁਣ ਗਿਆ? ਹਾਂਜੀ ਹਾਂ ਜੀ, ਆਪਾਂ ਟੀਵੀ ਜੀ, ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ। ਹਾਂਜੀ, ਇਹ ਇਸ ਤਰ੍ਹਾਂ ਹੈਗਾ ਕਿ ਜਿਹੜਾ ਇਹਨਾਂ ਦਾ ਇਹ ਮਤਲਬ ਗ੍ਰੀਨ ਕਾਰਡ ਹੋਲਡਰ ਨੇ ਤੇ ਇੱਥੇ ਅਮਰੀਕਾ ਦੇ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰਹੇ, ਤੇ ਜਦੋਂ ਤੁਸੀਂ ਜ਼ਿਆਦਾ ਦੇਰ ਨਹੀਂ ਰਹਿੰਦੇ ਤਾਂ ਉਹ ਜਿਹੜੀ ਗਵਰਨਮੈਂਟ ਆ ਉਹਨੂੰ ਇਹ ਲੱਗਦਾ ਵੀ ਪਤਾ ਨਹੀਂ ਇੰਟਰਸਟਡ ਨਹੀਂ ਹੈਗੇ ਰਹਿਣ 'ਚ, ਤੇ ਉਹਨੂੰ ਕਹਿ ਸਕਦੇ ਵੀ ਤੁਸੀਂ ਵਿਜ਼ਟਰ ਵੀਜ਼ਾ ਵਾਪਸ ਜਿਹੜਾ ਹੈਗਾ ਇਮੀਗ੍ਰੈਂਟ ਵੀਜ਼ਾ ਵਾਪਸ ਕਰੋ, ਤੁਹਾਨੂੰ ਵਿਜ਼ਟਰ ਵੀਜ਼ਾ ਦੇ ਦਿੰਦੇ ਆ। ਪਰ ਇਹਦੇ 'ਚ ਇਸ ਤਰ੍ਹਾਂ ਹੈ ਵੀ ਜੇ ਇਹ ਹੁਣ ਮਤਲਬ ਦਸੰਬਰ ਤੱਕ ਰਹਿਣਗੇ ਦੈਟ ਇਜ਼ ਵੈਰੀ ਗੁੱਡ, ਕਿਉਂਕਿ ਉਹ ਫਿਰ ਆਲਮੋਸਟ ਇਹਨਾਂ ਨੂੰ ਸਾਲ ਹੀ ਹੋ ਜਾਣਾ ਇੱਥੇ, ਤੇ ਉਹ ਰਿਕੁਆਇਰਮੈਂਟ ਤਾਂ ਪੂਰੀ ਹੋ ਜਾਏਗੀ ਵੀ ਤੁਸੀਂ ਇੱਥੇ ਰਹੋ, ਤੇ ਉਹ ਰਹੇ ਆ। ਲੇਕਿਨ ਜੇ ਇਹਨਾਂ ਨੇ ਮਹੀਨੇ ਵਾਸਤੇ ਮਤਲਬ ਆਊਟ ਆਫ ਕੰਟਰੀ ਜਾਣਾ, ਇੰਡੀਆ ਜਾਣਾ ਜਾਂ ਕਿਤੇ ਹੋਰ ਜਾਣਾ, ਤਾਂ ਉਹਦੇ ਵਾਸਤੇ ਕਿਸੇ ਪਰਮਿਸ਼ਨ ਦੀ ਲੋੜ ਨਹੀਂ। ਤੇ ਜਿਹੜਾ 6 ਮਹੀਨੇ ਦੇ ਵਿੱਚ ਵਾਪਸ ਆ ਜਾਂਦਾ ਉਹਨੂੰ ਕਿਸੇ ਪਰਮਿਸ਼ਨ ਦੀ ਕਿਸੇ ਕਿਸਮ ਦੀ ਕੋਈ ਲੋੜ ਨਹੀਂ। ਜੇ ਤੁਸੀਂ ਉਸ ਤੋਂ ਵੱਧ ਟਾਈਮ ਰਹਿਣਾ, ਜਿਵੇਂ ਕਈਆਂ ਨੇ ਸਾਲ ਤੋਂ ਵੱਧ ਰਹਿਣਾ ਹੁੰਦਾ, ਜਿਵੇਂ ਕੋਈ ਉੱਥੇ ਸਕੂਲ ਜਾਂ ਕੋਈ ਕਲਾਸ ਚੱਲਦੀ ਜਾਂ ਕਿਤੇ ਮੈਡੀਕਲ ਕਾਲਜ 'ਚ ਐਡਮਿਸ਼ਨ ਆ ਇੰਡੀਆ 'ਚ, ਜਾਂ ਕਿਸੇ ਦੀ ਕੋਈ ਸਰਕਾਰੀ ਨੌਕਰੀ ਆ ਉਹਨੂੰ ਛੁੱਟੀ ਨਹੀਂ ਮਿਲ ਰਹੀ, ਉਹੋ ਜਿਹਿਆਂ ਲਈ ਜਿਹੜਾ ਹੈਗਾ ਉਹ ਮਤਲਬ 2 ਸਾਲ ਦੀ ਪਰਮਿਸ਼ਨ ਅਪਲਾਈ ਹੁੰਦੀ ਆ, ਉਹਦੇ ਵਾਸਤੇ ਅਪਲਾਈ ਕਰਨੀ ਪੈਂਦੀ ਆ, ਉਹ ਕਰਕੇ ਜਾਣਾ ਪੈਂਦਾ। ਅਮਰੀਕਾ 'ਚ ਅਪਲਾਈ ਹੁੰਦੀ ਆ, ਬਾਹਰੋਂ ਨਹੀਂ ਮਿਲਦੀ। ਪਰ ਇਹਨਾਂ ਨੇ ਜੇ ਮਹੀਨੇ 2 ਮਹੀਨੇ ਲਈ ਜਾਣਾ, ਉਹਦੇ ਵਾਸਤੇ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੈ, ਇਸੇ ਤਰ੍ਹਾਂ ਹੀ ਜਾ ਕੇ ਆ ਸਕਦੇ, ਇਹ 'ਚ ਕੋਈ ਪ੍ਰੋਬਲਮ ਨਹੀਂ। ਸਰ, ਜਿਵੇਂ ਇਹਨਾਂ ਨੂੰ ਵਾਰਨਿੰਗ ਵੀ ਮਿਲ ਚੁੱਕੀ ਹੈ, ਇਸ ਦੇ ਬਾਵਜੂਦ ਜ਼ਰੂਰੀ ਤਾਂ ਨਹੀਂ ਕਿ ਇਹਨਾਂ ਨੇ ਪਰਮਿਸ਼ਨ ਲੈਣੀ ਹੈ? ਨਹੀਂ, ਇਹਦੇ ਕੋਈ ਪਰਮਿਸ਼ਨ ਦੀ ਲੋੜ ਨਹੀਂ। ਜੇ ਇਹਨਾਂ ਨੇ ਮਹੀਨੇ ਲਈ ਜਾਣਾ ਉਹਦੇ ਵਾਸਤੇ ਕੋਈ ਪਰਮਿਸ਼ਨ ਦੀ ਲੋੜ ਨਹੀਂ। ਤਾਂ ਗ੍ਰੀਨ ਕਾਰਡ ਹੋਲਡਰ ਆ ਉਹ 6 ਮਹੀਨੇ ਤੋਂ ਘੱਟ ਟਾਈਮ ਟਰੈਵਲ ਕਰ ਸਕਦਾ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈ। ਸਰ, ਅਸੀਂ ਗੱਲ ਕਰ ਰਹੇ ਸੀ ਡਾਕਾ ਪ੍ਰੋਗਰਾਮ ਦੇ ਬਾਰੇ ਵਿੱਚ ਜੋ ਨਵੀਂ ਅਪਡੇਸ਼ਨ ਆਈ ਹੈ। ਹਾਂਜੀ, ਉਹਦੇ 'ਚ ਇਹਨਾਂ ਨੇ ਉਹ ਕੇਸ US ਸੁਪਰੀਮ ਕੋਰਟ ਕੋਲ ਗਿਆ ਹੋਇਆ, ਤੇ ਉਹਦੇ 'ਚ ਕਈ ਜਿਹੜੀ ਹੈਗੀ ਆ ਉਹ ਚੈਲੰਜ ਇਹ ਹੈਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਇਲੀਗਲ ਜਿਹੜੇ ਇੱਥੇ ਐਂਟਰ ਹੋਏ ਬੱਚੇ ਉਹਨਾਂ ਨੂੰ ਬੈਨੀਫਿਟ ਦਿੰਦਾ, ਗਲਤ ਆ। ਉਹ 'ਤੇ ਫੈਸਲਾ US ਸੁਪਰੀਮ ਕੋਰਟ ਨੇ ਕਰਨਾ, ਤਾਂ ਹੋ ਸਕਦਾ ਇਸੇ ਟਰਮ 'ਚ ਕਰਨ। ਪਰ ਉਹਦੀ ਜਿਹੜੀ ਹੁਣ ਐਕਸਪਾਇਰੀ ਵੀ ਮਤਲਬ ਹੋਣ ਵਾਲੀ ਹੈ, ਉਹਨੂੰ ਅੱਗੇ ਰਿਨਿਊ ਕਰ ਦਿੰਦੀ ਹੈ ਕਾਂਗਰਸ, ਤੇ ਉਹਦੇ 'ਤੇ ਹੁਣ ਅਪਡੇਟ ਸੀਗੀ ਕਿ ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਆ ਉਹਨੂੰ ਰਿਨਿਊ ਕਰਨਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਇਲੈਕਸ਼ਨ ਦੇ ਉੱਤੇ ਇਹਦਾ ਮਤਲਬ ਜੇ ਨਹੀਂ ਰਿਨਿਊ ਕਰਨਗੇ ਤਾਂ ਅਸਰ ਪੈ ਸਕਦਾ। ਤੇ ਉਹ ਮਤਲਬ ਜਿਹੜਾ ਹਾਊਸ ਤੇ ਸੈਨੇਟ ਹੈਗੀ ਆ ਉਹਨਾਂ ਨਾਲ ਉਹਨਾਂ ਦੇ ਜਿਹੜਾ ਸਟਾਫ ਆ ਉਹਨਾਂ ਨੇ ਗੱਲਬਾਤ ਸ਼ੁਰੂ ਕਰਤੀ ਆ ਕਿ ਇਹਨੂੰ ਕਿਸ ਤਰ੍ਹਾਂ ਰਿਨਿਊ ਕੀਤਾ ਜਾਵੇ, ਕਿਹੜੀਆਂ ਸ਼ਰਤਾਂ 'ਤੇ ਕੀਤਾ ਜਾਵੇ।
ਤਾਂ ਕਿ ਇਹਨੂੰ ਮਤਲਬ ਜਿਹੜਾ ਲੈਪਸ ਹੋਣ ਤੋਂ ਬਚਾਇਆ ਜਾਵੇ। ਸੋ ਉਹਦੀ ਵੀ ਕੋਈ ਨਾ ਕੋਈ ਅਪਡੇਟ ਆਪਣੇ ਆਉਂਦੇ ਜਿਹੜੇ ਹੁਣ ਆਉਂਦਾ ਵੀਕ ਹੈ ਜਾਂ 2 ਵੀਕਾਂ 'ਚ ਆਪਾਂ ਨੂੰ ਸੁਣਨ ਨੂੰ ਜ਼ਰੂਰ ਮਿਲੇਗੀ। ਤੇ ਡ੍ਰੀਮਰਸ ਪ੍ਰੋਗਰਾਮ ਇਹ ਦੋਵੇਂ ਸੇਮ ਹੀ ਪ੍ਰੋਗਰਾਮਸ ਹੁੰਦੇ ਆ ਜਾਂ ਇਹਨਾਂ 'ਚ ਕੋਈ ਡਿਫਰੈਂਸ ਹੁੰਦਾ ਆ? ਸੇਮ ਹੀ ਆ, ਉਹਨੂੰ ਡ੍ਰੀਮਰ ਕਹਿ ਦਿੰਦੇ ਆ ਜੀ, ਉਹਨਾਂ ਨੂੰ ਹੀ ਡ੍ਰੀਮਰਸ ਕਹਿੰਦੇ ਨੇ ਜੀ, ਬਿਲਕੁਲ, ਕਿਉਂਕਿ ਉਹਨਾਂ ਨੂੰ ਡ੍ਰੀਮਰ ਕਹਿੰਦੇ ਆ। ਹਾਂਜੀ ਜੀ ਬਿਲਕੁਲ, ਕਾਫੀ ਦੇਰ ਤੋਂ ਮੰਗ ਚੱਲ ਰਹੀ ਸੀ ਕਿ ਜਿਨ੍ਹਾਂ ਨੂੰ ਇਹਨਾਂ ਨੇ ਇਸ ਪ੍ਰੋਗਰਾਮ ਥੱਲੇ ਵਰਕ ਪਰਮਿਟਸ ਵਗੈਰਾ ਦਿੱਤੇ ਆ ਉਹਨਾਂ ਨੂੰ ਅੱਗੇ ਗ੍ਰੀਨ ਕਾਰਡ ਦਿਓ ਵੀ ਇੱਥੇ ਜਿਹੜੀ ਹੈਗੀ ਪਰਮਾਨੈਂਟ ਰੈਜ਼ੀਡੈਂਸੀ ਮਿਲੇ, ਪਰ ਉਹ ਗੱਲ ਜਿਹੜੀ ਆ ਉਹ ਵਿੱਚੇ ਰਹਿ ਗਈ ਕਿਉਂਕਿ ਉਹ ਤੇ ਮਤਲਬ ਸਹਿਮਤੀ ਨਹੀਂ ਬਣਦੀ ਇਹਨਾਂ ਦੀ ਜਿਹੜੀ ਹੁੰਦੀ ਆ ਸੈਨੇਟ ਤੇ ਹਾਊਸ ਦੀ ਜਾਂ ਪ੍ਰੈਜ਼ੀਡੈਂਟ ਦੇ ਨਾਲ, ਤੇ ਉਹਨੂੰ ਅੱਗੇ ਐਕਸਟੈਂਡ ਕਰ ਦਿੰਦੇ ਆ। ਤੇ ਇਹ ਸੇਮ ਪ੍ਰੋਗਰਾਮ ਹੈ, ਪਰ ਜ਼ਿਆਦਾਤਰ ਜਿਹੜੇ ਲਾਅ ਮੇਕਰਸ ਨੇ ਜਾਂ ਲੋਕ ਨੇ ਉਹਨਾਂ ਦਾ ਮੰਨਣਾ ਇਹੀ ਆ ਕਿਉਂਕਿ ਇਹ ਬੱਚੇ ਜਿਹੜੇ ਨੇ ਇੱਥੇ ਬੜੇ ਵੈਲ ਐਜੂਕੇਟਡ ਨੇ ਸਾਰੇ, ਜਿਹੜੇ ਇੱਥੋਂ ਦੀ ਐਜੂਕੇਸ਼ਨ ਲਈ ਆ ਤੇ ਇਹਨਾਂ 'ਚੋਂ ਕਾਫੀ ਕੰਮ ਕਰ ਰਹੇ ਨੇ ਤੇ ਚੰਗੀਆਂ ਜਿਹੜੀਆਂ ਮਤਲਬ ਜਿਹੜੇ ਹੈਗੇ ਪ੍ਰੋਫੈਸ਼ਨ ਦੇ ਵਿੱਚ ਕਰ ਰਹੇ ਨੇ ਤੇ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ। ਸੋ ਜਿਹੜੇ ਇਹ ਤਾਂ ਐਸੈਟ ਨੇ ਅਮਰੀਕਾ ਲਈ, ਅਮਰੀਕਾ ਨੂੰ ਫਾਇਦਾ, ਅਮਰੀਕਾ ਦੀ ਇਕਨੋਮੀ ਨੂੰ ਫਾਇਦਾ ਉਹਨਾਂ ਦਾ, ਤੇ ਇਹ ਜਿਹੜੀ ਇਹਨਾਂ ਨੂੰ ਮਤਲਬ ਇੱਥੇ ਪੱਕਾ ਕਰਨ ਦੇ ਵਿੱਚ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਸੋ ਇਹ ਤੇ ਤਕਰੀਬਨ ਆਮ ਰਾਏ ਹੈਗੀ ਆ ਸਾਰਿਆਂ ਦੀ ਵੀ ਇਹਨਾਂ ਨੂੰ ਪੱਕਾ ਕਰ ਦਿਓ, ਇਹਨਾਂ ਨੂੰ ਗ੍ਰੀਨ ਕਾਰਡ ਦੇ ਦਿਓ, ਪਰ ਅਜੇ ਫਿਲਹਾਲ ਉਹਨਾਂ ਨੂੰ ਰਿਨਿਊ ਕਰ ਰਹੇ ਨੇ। ਉਹਦੀ ਜਿਹੜੀ ਰਿਨਿਊਅਲ ਆ ਉਹਦੇ ਬਾਰੇ ਹੁਣ ਵਾਈਟ ਹਾਊਸ ਤੇ ਜਿਹੜੀ ਮਤਲਬ ਇਹਨਾਂ ਦੀ ਕਾਂਗਰਸ ਹੈਗੀ ਆ ਉਹਦੇ ਨਾਲ ਗੱਲਬਾਤ ਸਟਾਰਟ ਹੋ ਗਈ ਹੈ ਇਸ ਹਫ਼ਤੇ ਤੋਂ, ਤੇ ਆਉਂਦੇ ਜਿਹੜੇ ਹੈਗੇ ਦਿਨਾਂ ਵਿੱਚ ਉਹਦਾ ਪਤਾ ਲੱਗੂਗਾ ਵੀ ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਰਿਨਿਊ ਕਰ। ਜੀ ਸਰ, ਜਿਹੜੇ ਸਾਰੇ ਡ੍ਰੀਮਰਸ ਹੁੰਦੇ, ਮੈਂ ਇਹਦੇ ਬਾਰੇ ਇੱਕ ਕੁਐਸਚਨ ਪੁੱਛਾਂਗੀ ਜ਼ਰੂਰ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਬੋਲਦੀ ਤਾਂ ਵੈਸੇ ਬੇਟਾ ਕੈਨੇਡਾ ਤੋਂ ਆ ਤੇ ਮੈਂ ਗ੍ਰੀਨ ਕਾਰਡ ਆ ਅਮਰੀਕਾ ਦੀ। ਓਕੇ ਸਰ, ਮੈਮ ਕੀ ਪੁੱਛਣਾ ਚਾਹੁੰਦੇ ਹੋ? ਮੈਂ ਜਸਪ੍ਰੀਤ, ਮੈਂ ਉਹਨਾਂ ਨੂੰ ਪੁੱਛਣਾ ਸੀਗਾ, ਮੈਂ ਨਵੰਬਰ 'ਚ ਆਈ ਸੀ ਬੇਟਾ ਇੱਥੇ। ਮੈਂ ਦਸੰਬਰ 'ਚ ਜਿੱਦਾਂ ਮੇਰਾ ਬੇਟਾ ਇੱਥੇ ਰਹਿੰਦੇ, ਬੇਟੀ ਮੇਰੀ ਹੈਗੀ ਆ ਇੱਥੇ ਚੈਟਰ ਰਹਿੰਦੇ ਆ ਜੀ, ਤੇ ਮੈਂ ਆਈ ਸੀ ਤੇ ਮੈਂ ਦਸੰਬਰ 'ਚ ਬੱਚਿਆਂ ਨੂੰ ਛੁੱਟੀ ਤੇ ਲੈ ਕੇ ਜਾਣਾ ਸੀਗਾ। ਉਹ ਮੁੜ ਕੇ ਫਿਰ ਮੇਰੇ ਤੇ ਜਾ ਨਹੀਂ ਹੋਇਆ, ਫਿਰ ਮੁੜ ਕੇ ਲੋਕਡਾਊਨ ਦਾ ਪੰਗਾ ਜਿਹਾ ਇਹਦਾ ਪੈ ਗਿਆ ਤੇ ਹੁਣ ਮੈਂ ਫਿਰ ਮਈ 'ਚ ਜਾਣਾ ਸੀ ਵਾਪਸ ਇੱਥੋਂ 11 ਮਈ ਨੂੰ ਜੀ, ਤੇ ਫਿਰ ਮੇਰੇ ਤੋਂ ਹੁਣ ਜਾ ਨਹੀਂ ਹੋ ਸਕਿਆ ਹੈਗਾ ਜੀ ਇੱਥੇ ਅਮਰੀਕਾ ਨੂੰ ਜੀ। ਕੀ ਪੁੱਛਣਾ ਚਾਹੁੰਦੇ ਮੈਮ ਤੁਸੀਂ? ਮੇਰਾ ਪਾਸਪੋਰਟ ਐਕਸਪਾਇਰਡ ਹੈ। ਪੁੱਛਣਾ ਕੀ ਚਾਹੁੰਦੇ ਹੋ ਜੀ ਤੁਸੀਂ ਇਹਦੇ ਬਾਰੇ ਵਿੱਚ? ਮੈਂ ਨਾ ਪੁੱਛਣਾ ਇਹੀ ਚਾਹੁੰਦੀ ਆ, ਮੈਨੂੰ ਹੁਣ 6 ਮਹੀਨੇ ਤੋਂ ਉੱਪਰ ਓਵਰ ਹੋ ਗਈ ਮੈਂ ਇੱਥੇ ਜਿੱਦਾਂ ਕੈਨੇਡਾ 'ਚ ਜੀ, ਤੇ ਵੀਜ਼ਾ ਦਾ ਜਿੱਦਾਂ ਮੈਂ ਲਿਆ ਜਿੱਦਾਂ 10 ਸਾਲ ਦਾ ਇੱਥੇ, ਮੈਨੂੰ 7 ਸਾਲ ਹੋ ਗਏ ਅਮਰੀਕਾ ਆਈ ਨੂੰ, ਗ੍ਰੀਨ ਕਾਰਡ ਆ ਮੇਰੇ ਕੋਲ ਜੀ। ਤੇ ਮੈਂ ਇਹੀ ਪੁੱਛਣਾ ਵੀ ਹੁਣ ਮੈਨੂੰ ਕੋਈ, ਇੱਕ ਤਾਂ ਮੇਰਾ ਪਾਸਪੋਰਟ 19 ਨੂੰ ਖਤਮ ਹੋ ਗਿਆ ਇਸ ਮਈ ਨੂੰ, ਤੇ ਮੈਂ ਉਹ ਤੋਂ ਪਹਿਲਾਂ ਚੱਲ ਜਾਣਾ ਸੀ। ਹੁਣ ਮੈਂ ਇਹੀ ਪੁੱਛਣਾ ਚਾਹੁੰਦੀ ਆ ਕਿ ਮੈਨੂੰ ਹੁਣ ਕੋਈ ਪ੍ਰੋਬਲਮ ਜਾਂ ਮੈਂ ਕੀ ਕੋਈ ਕਰ ਸਕਦੀ ਆ ਵੀ ਹੁਣ ਆਹੀ ਲੋਕਡਾਊਨ ਕਰਕੇ ਵੀ ਥੋੜਾ ਇੱਕ ਪਾਸੇ ਬੰਦ ਕਰਕੇ ਕਿਤੇ ਜਾ ਨਹੀਂ ਸਕਦੇ ਆ ਜੀ। ਮੈਮ ਅਸੀਂ ਜਸਪ੍ਰੀਤ ਜੀ ਨੂੰ ਪੁੱਛਦੇ ਹਾਂ। ਜਸਪ੍ਰੀਤ ਜੀ ਤੁਸੀਂ ਸਵਾਲ ਸੁਣ ਲਿਆ, ਆਪਾਂ ਇਹਨਾਂ ਦਾ ਜਵਾਬ ਦਈਏ? ਹਾਂਜੀ ਹਾਂਜੀ ਜੀ ਬਿਲਕੁਲ, ਸਮਝ ਗਿਆ ਜੀ, ਆਪਾਂ ਜਵਾਬ ਦੇ ਦਿੰਦੇ ਹਾਂ। ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਇਹ ਇਸ ਤਰ੍ਹਾਂ ਜੀ ਕਿ ਇਹ ਆਪਾਂ ਪਹਿਲਾਂ ਜਿਹੜੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਕੈਟਾਗਰੀ ਬਾਰੇ ਮਤਲਬ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਵਿੱਚੋਂ ਕਈ ਜਿਵੇਂ ਇੰਡੀਆ ਗਏ ਆ ਜਾਂ ਕਈ ਕੈਨੇਡਾ, ਜਿਵੇਂ ਹੁਣ ਕੈਨੇਡਾ ਗਏ ਜਾਂ ਹੋਰਾਂ ਮੁਲਕਾਂ 'ਚ ਗਏ ਆ, ਤੇ ਇਹਨਾਂ ਕੋਲ ਟਾਈਮ ਹੁੰਦਾ 6 ਮਹੀਨੇ ਦਾ, ਕਿ 6 ਮਹੀਨੇ ਦੇ ਵਿੱਚ ਇਹਨਾਂ ਨੇ ਵਾਪਸ ਆਉਣਾ ਹੁੰਦਾ। ਤੇ ਜੇ ਕਿਸੇ ਵਜ੍ਹਾ ਕਰਕੇ ਉਹ ਨਾ ਆ ਸਕਣ, ਜਿਹੜੀ ਕਿ ਇਹਨਾਂ ਦੇ ਉਹ ਜਿਹੜੀ ਵਜ੍ਹਾ ਹੈਗੀ ਆ ਉਹ ਕੰਟਰੋਲ ਤੋਂ ਬਾਹਰ ਆ, ਜਿਸ ਤਰ੍ਹਾਂ ਕਿ ਫੋਰ ਐਗਜ਼ਾਮਪਲ ਹੁਣ ਕਰੋਨਾ ਵਾਇਰਸ ਆ ਗਿਆ ਤਾਂ ਉਹਦੇ ਨਾਲ ਜਿਹੜੀਆਂ ਮਤਲਬ ਫਲਾਈਟਸ ਨਹੀਂ ਜਾ ਰਹੀਆਂ, ਲੋਕਡਾਊਨ ਆ, ਜਾਂ ਕੋਈ ਬਿਮਾਰ ਹੋ ਗਿਆ, ਜਿਵੇਂ ਕਿਸੇ ਨੂੰ ਫਜਕਰੋ ਕੋਈ ਮਤਲਬ ਆਪਰੇਸ਼ਨ ਵਗੈਰਾ ਹੋਇਆ ਤੇ ਡਾਕਟਰਸ ਨੇ ਕਿਹਾ ਵੀ ਤੂੰ ਟਰੈਵਲ ਨਹੀਂ ਕਰ ਸਕਦਾ, ਤੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਹਦੇ ਕਰਕੇ ਉਹ ਮਤਲਬ ਜੇ ਲੇਟ ਵੀ ਆਉਣਗੇ ਤਾਂ ਉਹਨੂੰ ਇਹ ਮਾਫ ਕਰ ਦੇਣਗੇ। ਲੇਕਿਨ ਇਹ 1 ਸਾਲ ਤੋਂ ਵੱਧ ਬਾਹਰ ਨਹੀਂ ਰਹਿ ਸਕਦੇ ਜੀ। ਜੇ ਇਹ 1 ਸਾਲ ਤੋਂ ਵੱਧ ਬਾਹਰ ਰਹਿਣਗੇ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਲੋਕਲ ਕਾਉਂਸਲੇਟ ਆ, ਜਿਹੜੀ ਅਮਰੀਕਨ ਐਮਬੈਸੀ ਹੈਗੀ ਜਿੱਥੇ ਵੀ ਹੈਗੇ ਆ, ਉਹਦੇ ਨਾਲ ਕੰਟੈਕਟ ਕਰਨਾ ਪਊਗਾ। ਉਹ ਇੱਥੇ ਐਂਟਰੀ ਦੀ ਪਰਮਿਸ਼ਨ ਦੇ ਸਕਦੇ ਆ, ਹਾਲਾਤ ਮਤਲਬ ਜਿਹੜੇ ਪਤਾ ਕਰਕੇ ਵੀ ਇਹਨਾਂ ਦੀ ਕੀ ਮਜਬੂਰੀ ਨਹੀਂ ਆ, ਤੇ ਬੈਟਰ ਤਾਂ ਇਹਨਾਂ ਨੂੰ ਐਡਵਾਈਸ ਇਹੀ ਆ ਕਿ 1 ਸਾਲ ਦੇ ਅੰਦਰ ਵਾਪਸ ਆ ਜਾਣ। ਜਿਵੇਂ ਇਹਨਾਂ ਨੂੰ ਸਾਲ ਦੇ ਨਵੰਬਰ ਹੁੰਦਾ ਜਾਂ ਅਕਤੂਬਰ ਹੁੰਦਾ, ਤਾਂ ਜਦੋਂ ਵੀ ਆ ਲੋਕਡਾਊਨ ਖੁੱਲ੍ਹਦਾ ਇਹ ਆ ਜਾਣ। ਦੂਜਾ ਇਹਨਾਂ ਨੇ ਕਿਹਾ ਮੇਰਾ ਇੰਡੀਅਨ ਪਾਸਪੋਰਟ ਖਤਮ ਆ, ਉਹਦੇ ਵਾਸਤੇ ਇਹਨਾਂ ਨੂੰ ਜਿਹੜੀ ਇੰਡੀਅਨ ਕਾਉਂਸਲੇਟ ਹੈਗਾ ਉਹ ਉੱਥੇ ਅਪਲਾਈ ਕਰਨਾ ਚਾਹੀਦਾ ਤਾਂ ਕਿ ਇਹਨਾਂ ਦਾ ਪਾਸਪੋਰਟ ਜਿਹੜਾ ਹੈਗਾ ਰਿਨਿਊ ਹੋ ਜਾਵੇ। ਤੇ ਇੰਡੀਅਨ ਪਾਸਪੋਰਟ ਤਾਂ ਮੇਰਾ ਖਿਆਲ ਰਿਨਿਊ ਹੋ ਹੀ ਜਾਣਾ, ਉਹ ਤਾਂ ਉਹਨਾਂ ਨੇ ਕੋਈ ਇੱਦਾਂ ਦਾ ਬੈਨ ਨਹੀਂ ਲਾਇਆ ਹੋਇਆ। ਤੇ ਬਾਕੀ ਕਈ ਥਾਵਾਂ ਤੇ ਜਿਹੜੀ ਐਂਟਰੀ ਹੈਗੀ ਆ ਉਹ ਪਾਸਪੋਰਟ ਤੋਂ ਬਿਨਾਂ ਵੀ ਹੈਗੀ। ਜੇ ਬੰਦਾ ਬਾਏ ਰੋਡ ਆਵੇ ਇੱਥੇ ਅਮਰੀਕਾ 'ਚ
ਜੇ ਤੁਹਾਡੇ ਵੈਨਕੂਵਰ ਸਾਈਡ ਤੋਂ ਬਾਏ ਰੋਡ ਆਉਂਦਾ ਜਾਂ ਬਫਲੋ ਵੱਲੋਂ, ਤਾਂ ਉਹਦੇ 'ਚ ਜੇ ਕੋਈ ਗ੍ਰੀਨ ਕਾਰਡ ਆ ਇਕੱਲਾ, ਉਹ 'ਤੇ ਐਂਟਰੀ ਮਿਲ ਜਾਂਦੀ, ਪਾਸਪੋਰਟ ਦੀ ਲੋੜ ਨਹੀਂ। ਉਹ ਕਹਿ ਸਕਦਾ ਮੇਰਾ ਐਕਸਪਾਇਰਡ ਪਾਸਪੋਰਟ ਆ, ਫਿਰ ਵੀ ਐਂਟਰੀ ਦੇ ਦਿੰਦੇ ਅਮਰੀਕਾ 'ਚ। ਸੋ ਇਸ ਕਰਕੇ ਇਹਨਾਂ ਨੂੰ ਇਹੀ ਆ ਕਿ ਇਹ ਆਪਣਾ ਸਾਲ ਪੂਰਾ ਹੋਣ ਤੋਂ ਪਹਿਲਾਂ ਅਕਤੂਬਰ ਤੋਂ ਪਹਿਲਾਂ ਹਰ ਹਾਲਤ ਇੱਥੇ ਅਮਰੀਕਾ ਦੇ ਵਿੱਚ ਐਂਟਰ ਹੋਣ। ਜੀ ਬਿਲਕੁਲ। ਤੇ ਸਰ ਜਿਵੇਂ ਇਹਨਾਂ ਦਾ ਤਾਂ ਇੱਕ ਹੋ ਗਿਆ ਕਿ ਇਹਨਾਂ ਦੇ ਕੋਲ ਗ੍ਰੀਨ ਕਾਰਡ ਸੀ ਤੇ ਇਹਨਾਂ ਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ, ਤਾਂ ਇੱਕ ਅਲੱਗ ਸਿਨੈਰੀਓ ਹੋ ਗਿਆ। ਅਸੀਂ ਗੱਲ ਕਰੀਏ ਜੇਕਰ ਕੋਈ ਅਮਰੀਕਨ ਗ੍ਰੀਨ ਕਾਰਡ ਹੋਲਡਰ ਹੈਗਾ, ਆਪਣੀ ਕੰਪਨੀ ਦੇ ਲਈ ਹੀ ਅਮਰੀਕਾ ਤੋਂ ਬਾਹਰ ਜੌਬ ਕਰ ਰਿਹਾ, ਪੈਂਡੈਮਿਕ ਕਰਕੇ ਉਸ ਦੀ ਜੌਬ ਛੁੱਟ ਗਈ ਆ, ਜੌਬ ਨਹੀਂ ਹੈਗੀ, ਕਿ ਇਸ ਦਾ ਅਸਰ ਕੱਲ ਨੂੰ ਉਸ ਤੇ ਵਾਪਸ ਆਉਣ ਤੇ ਪਏਗਾ? ਨਹੀਂ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦਾ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਕੰਮ ਕਰੇ ਨਾ ਕਰੇ, ਉਹਦਾ ਇਸ ਬੇਸ 'ਤੇ ਗ੍ਰੀਨ ਕਾਰਡ ਵਾਪਸ ਨਹੀਂ ਜਾਂਦਾ। ਲੇਕਿਨ ਇੱਕ ਜ਼ਰੂਰ ਆ ਕਿ ਜੇ ਉਹਨੇ ਅੱਗੇ ਸਿਟੀਜ਼ਨਸ਼ਿਪ ਲੈਣੀ ਆ, ਤਾਂ ਉਹਨੂੰ ਜਿਹੜਾ ਪਬਲਿਕ ਚਾਰਜ ਨਹੀਂ ਬਣਨਾ ਚਾਹੀਦਾ ਵੀ ਉਹ ਜਿਹੜੀਆਂ ਪਬਲਿਕ ਵੈਲਫੇਅਰ ਸਕੀਮਾਂ ਆਉਂਦੀਆਂ ਨੇ, ਜਿਸ ਤਰ੍ਹਾਂ ਆਹ ਫੂਡ ਸਟੈਂਪਾਂ ਹੋ ਗਈਆਂ, ਗਵਰਨਮੈਂਟ ਦਾ ਮੈਡੀਕਲ ਹੋ ਗਿਆ ਫ੍ਰੀ, ਜਾਂ ਇੱਦਾਂ ਦੀਆਂ ਚੀਜ਼ਾਂ, ਉਹ ਜੇ ਲਏਗਾ ਤਾਂ ਉਹਦੀ ਸਿਟੀਜ਼ਨਸ਼ਿਪ ਲੈਣ 'ਤੇ ਅਸਰ ਪਏਗਾ। ਸੋ ਉਹਨੂੰ ਕੋਈ ਜਿਹੜਾ ਇਸ ਕਿਸਮ ਦਾ ਪਬਲਿਕ ਬੈਨੀਫਿਟ ਹੁੰਦਾ ਉਹ ਨਹੀਂ ਲੈਣਾ ਚਾਹੀਦਾ। ਲੇਕਿਨ ਜੇ ਉਹ ਨਹੀਂ ਲੈਂਦਾ ਪਬਲਿਕ ਬੈਨੀਫਿਟ ਤੇ ਕੰਮ ਨਹੀਂ ਕਰ ਰਿਹਾ ਕਿਸੇ ਵਜ੍ਹਾ ਕਰਕੇ, ਉਹਦੇ ਕਰਕੇ ਗ੍ਰੀਨ ਕਾਰਡ 'ਤੇ ਕੋਈ ਅਸਰ ਨਹੀਂ। ਉਹ ਜੇ ਕੰਟਰੀ 'ਚ ਤਾਂ ਵੀ ਠੀਕ ਹੈ, ਜੇ ਬਾਹਰ ਕਿਤੇ ਗਿਆ ਤਾਂ ਵੀ ਵਾਪਸ ਆ ਸਕਦਾ। ਉਹ ਇਹ ਨਹੀਂ ਪੁੱਛਦੇ ਵੀ ਤੂੰ ਕੰਮ ਕਰਦਾ ਕਿ ਨਹੀਂ ਕਰਦਾ, ਉਹਦੀ ਕੋਈ ਰਿਕੁਆਇਰਮੈਂਟ ਨਹੀਂ। ਜੀ ਸਰ, ਅਸੀਂ ਡ੍ਰੀਮਰਸ ਦੀ ਗੱਲ ਕਰ ਰਹੇ ਸੀ। ਜਿਹੜੇ ਡ੍ਰੀਮਰਸ ਹੁੰਦੇ ਆ, ਇਹਨਾਂ ਦੀ ਕੀ ਕੋਈ ਏਜ ਲਿਮਿਟ ਹੁੰਦੀ ਹੈ ਕਿ ਇਸ ਏਜ ਤੋਂ ਬਾਅਦ ਜਿਹੜੇ ਆ ਇਹ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਦੇ ਨੇ ਗ੍ਰੀਨ ਕਾਰਡ ਲੈਣ ਲਈ ਜਾਂ ਫਿਰ ਸਿਟੀਜ਼ਨਸ਼ਿਪ ਦੇ ਲਈ, ਜਾਂ ਫਿਰ ਉਹਨਾਂ ਦੀ ਟਾਈਮ ਪੀਰੀਅਡ ਨੂੰ ਲੈ ਕੇ ਪਹਿਲਾਂ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਹੁੰਦਾ, ਉਸ ਤੋਂ ਬਾਅਦ ਉਹਨਾਂ ਨੂੰ ਗ੍ਰੀਨ ਕਾਰਡ ਲਈ ਉਹ ਅਪਲਾਈ ਕਰ ਸਕਦੇ ਨੇ? ਇਹਨਾਂ ਦਾ ਇੱਕ ਤਾਂ ਇਹ ਹੈਗਾ ਜੀ ਵੀ ਉਹ ਪ੍ਰੋਗਰਾਮ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਇੱਕ ਏਜ ਲਿਮਿਟ ਸੀਗੀ ਵੀ ਇੰਨੀ ਦੇਰ ਦੀ ਉਮਰ ਤੱਕ ਬੰਦਾ ਅਮਰੀਕਾ ਆਇਆ ਹੋਵੇ, ਤੇ ਉਦੋਂ ਬਾਅਦ ਉਹ ਅਮਰੀਕਾ ਆ ਕੇ ਇੱਥੇ ਪੜ੍ਹਿਆ, ਸਕੂਲ ਗਿਆ, ਆਪਣਾ ਪ੍ਰੂਫ ਦੇਵੇ, ਤੇ ਇੰਨੇ ਸਾਲ ਤੱਕ ਅਪਲਾਈ ਕਰ ਸਕਦਾ। ਉਹ ਜਿਨ੍ਹਾਂ ਨੇ ਵੀ ਅਪਲਾਈ ਤਕਰੀਬਨ ਉਦੋਂ ਕੀਤਾ, ਉਹ ਉਸ ਟਾਈਮ ਫਰੇਮ ਦੇ ਵਿੱਚ ਆਉਂਦੇ ਸੀਗੇ, ਉਹਨਾਂ ਨੂੰ ਵਰਕ ਪਰਮਿਟ ਮਿਲੇ, ਤੇ ਉਹਨਾਂ ਦੇ ਉਹ ਜਿਹੜੇ ਵਰਕ ਪਰਮਿਟ ਆ ਉਹ 19 ਸਾਲਾਂ, ਹੁਣ ਕਈ ਸਾਲ ਹੋ ਗਏ, ਰਿਨਿਊ ਹੋਈ ਜਾਂਦੇ ਵਾਰ-ਵਾਰ। ਫਿਰ ਗੱਲ ਚੱਲੀ ਇਹ ਜਿਹੜੀ US ਕਾਂਗਰਸ ਦੇ ਵਿੱਚ ਕਿ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਆਪਣਾ ਕਸੂਰ ਕੋਈ ਨਹੀਂ, ਜਿਹੜਾ ਲਾ ਇਹ ਕਹਿੰਦਾ ਵੀ ਜਿਹੜਾ ਮਾਈਨਰ ਹੈ ਉਹ ਜੇ ਆਪਣੇ ਪੇਰੈਂਟਸ ਨਾਲ ਆਉਂਦਾ ਤਾਂ ਉਹਦੀ ਗਲਤੀ ਕੋਈ ਨਹੀਂ ਗੀ, ਤੇ ਇਸ ਕਰਕੇ ਇਹਨਾਂ ਨੂੰ ਜੇ ਲਾ ਬ੍ਰੇਕ ਵੀ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਪੇਰੈਂਟਸ ਨੇ ਕੀਤਾ ਤੇ ਇਹਨਾਂ ਨੂੰ ਗ੍ਰੀਨ ਕਾਰਡ ਮਿਲਣਾ ਚਾਹੀਦਾ। ਤੇ ਉਹ ਗੱਲ 'ਤੇ ਤਕਰੀਬਨ ਆਮ ਸਹਿਮਤੀ ਸੀ, ਤੇ ਉਹ ਹੁਣ ਅਜੇ ਗੱਲ ਚੱਲੀ ਜਾਂਦੀ ਹੈ। ਅਜੇ ਤੱਕ ਇਹਨਾਂ ਦੇ ਗ੍ਰੀਨ ਕਾਰਡ ਦੀ ਕੋਈ ਮਤਲਬ ਸੰਭਾਵਨਾ ਨਹੀਂ ਹੈਗੀ ਵੀ ਇੰਨੀ ਛੇਤੀ ਮਿਲ ਜੂਗਾ, ਪਰ ਉਹ 'ਤੇ ਆਮ ਰਾਏ ਜ਼ਰੂਰ ਆ ਵੀ ਮਿਲਣਾ ਚਾਹੀਦਾ। ਤੇ ਇਹਨਾਂ ਨੂੰ ਅਜੇ ਗ੍ਰੀਨ ਕਾਰਡ ਦਾ ਕੋਈ ਇੱਦਾਂ ਦਾ ਨਹੀਂ ਹੈਗਾ ਪ੍ਰੋਸੀਜਰ ਵੀ ਗ੍ਰੀਨ ਕਾਰਡ ਅਪਲਾਈ ਕਰ ਸਕਦੇ, ਇਹ ਵਰਕ ਪਰਮਿਟ ਹੀ ਕਰ ਸਕਦੇ। ਸਰ ਜਿਹੜਾ ਉਹ ਪ੍ਰੋਗਰਾਮ ਹੈ ਉਹ ਸਟਨ ਸਾਲਾਂ ਨਹੀਂ ਹੁੰਦਾ, ਐਕਸਪਾਇਰ ਹੁੰਦਾ, ਉਹਨੂੰ ਦੁਬਾਰਾ ਰਿਨਿਊ ਕੀਤਾ ਜਾਂਦਾ। ਓਕੇ। ਤੇ ਉਹ ਹੁਣ ਰਿਨਿਊਅਲ ਦੀ ਜਿਹੜੀ ਗੱਲਬਾਤ ਚੱਲ ਰਹੀ ਆ, ਤੇ ਉਹ ਹੁਣ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਰੀਸੈਂਟ ਨਿਊਜ਼ ਆਈ ਆ, ਉਹ ਹੈਗੀ ਵੀ ਵਾਈਟ ਹਾਊਸ ਨੇ, ਜਿਹੜੇ ਦੋਨੇ ਹਾਊਸ ਨੇ, ਕਾਂਗਰਸ ਦੇ ਸੈਨੇਟ ਤੇ ਹਾਊਸ ਆਫ ਰੈਪਰੈਜ਼ੈਂਟੇਟਿਵਸ, ਉਹਦੇ ਜਿਹੜੇ ਲੀਡਰ ਨਾਲ ਗੱਲਬਾਤ ਸ਼ੁਰੂ ਕਰਤੀ ਹੈ ਵੀ ਰਿਨਿਊ ਕਰੀਏ, ਤੇ ਉਹ 'ਚ ਹੁਣ ਇਹ ਫਿਰ ਰਿਨਿਊ ਹੋਏਗਾ, ਪਰ ਗ੍ਰੀਨ ਕਾਰਡ ਦੀ ਅਜੇ ਕੋਈ ਗੱਲ ਨਹੀਂ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ। ਹੈਲੋ, ਹਾਂਜੀ ਮੈਡਮ, ਮੈਂ ਟੈਕਸਸ ਤੋਂ ਬੋਲਦਾ ਜੀ ਸਰ। ਮੈਡਮ, ਜਿੱਦਾਂ K1 ਵੀਜ਼ਾ ਲਈ ਕੀ ਰਿਕੁਆਇਰਮੈਂਟ ਚਾਹੀਦੀਆਂ ਹੁੰਦੀਆਂ, ਜਿਹੜੇ K1 ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ? ਜਿੱਦਾਂ ਮੇਰੇ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਆ ਜੀ। ਹਾਂਜੀ ਸਰ, K1 ਵੀਜ਼ਾ ਦੇ ਬਾਰੇ ਵਿੱਚ ਬਾਰੇ ਪੁੱਛਣਾ ਚਾਹੁੰਦੇ ਆ? ਹਾਂਜੀ K1 ਵੀਜ਼ਾ ਲੱਗ ਜਾਂਦਾ। ਸਰ ਇੱਕ ਮਿੰਟ ਤੁਸੀਂ ਹੋਲਡ ਕਰੋ। ਜੀ ਜਸਪ੍ਰੀਤ ਜੀ, ਕੀ ਕਹਿ ਰਹੇ ਹੋ ਤੁਸੀਂ? ਮੈਂ ਕਿਹਾ ਇਹ ਫਿਆਂਸੇ ਵੀਜ਼ੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਜਿਵੇਂ ਇਹਨਾਂ ਨੇ ਕਿਸੇ ਨਾਲ ਉੱਥੇ ਮੰਗਣਾ ਕੀਤਾ, ਉਹਨੂੰ ਵਾਪਸ ਇੱਥੇ ਬੁਲਾਉਣਾ, ਇਹ ਗੱਲ ਕਰਨੀ ਚਾਹੁੰਦੇ। ਤੁਸੀਂ ਸਰ ਫਿਆਂਸੇ ਵੀਜ਼ਾ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹੋ? ਹਾਂਜੀ ਹਾਂਜੀ ਜੀ ਬਿਲਕੁਲ ਸਰ। ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ, ਆਪਾਂ ਦੇ ਦਿੰਦੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ। ਹਾਂਜੀ, ਇਹ ਜਿਹੜਾ K1 ਵੀਜ਼ਾ, ਜਿਹਨੂੰ ਅਸੀਂ ਫਿਆਂਸੇ ਵੀਜ਼ਾ ਕਹਿ ਦਿੰਦੇ ਆਮ ਤੌਰ ਤੇ, ਇਹਨਾਂ ਦਾ ਵੀ ਸਰ ਸਵਾਲ ਦਾ ਜਵਾਬ ਦਵਾਂਗੇ। ਇੱਕ ਕੁਆਰੀ ਹੋਰ ਲੈ ਲਈ, ਆਪਾਂ ਇਕੱਠੇ ਸਵਾਲਾਂ ਦੇ ਜਵਾਬ ਦੇ ਦਿੰਦੇ ਹਾਂ। ਹੈਲੋ। ਹਾਂਜੀ, ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਕੈਲੀਫੋਰਨੀਆ ਤੋਂ ਬੋਲਦਾ। ਜੀ ਸਰ, ਦੱਸੋ। ਮੇਰਾ ਕੁਐਸਚਨ ਹੈ ਕਿ ਮੇਰੇ ਮੁੰਡੇ ਨੇ ਜਾਣਾ ਪੰਜਾਬ ਵਿਆਹ ਕਰਾਉਣ, ਤੇ ਉਹਨੂੰ ਉੱਥੇ ਅਪਲਾਈ ਕਰਨਾ ਪਊਗਾ ਵਾਈਫ ਦਾ ਕਿ ਇੱਥੇ ਆ ਕੇ ਅਪਲਾਈ ਕਰਨਾ ਪਊ? ਉਹ ਸਿਟੀਜ਼ਨ ਆ ਮੁੰਡਾ। ਜੀ ਜਸਪ੍ਰੀਤ ਜੀ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਨਸਰ ਸਿੱਧਾ ਦਈਏ ਟੀਵੀ ਸਕਰੀਨ ਤੇ? ਹਾਂਜੀ, ਦੇ ਦਾਂਗੇ ਆਨਸਰ ਟੀਵੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਪਹਿਲੇ ਕਾਲਰ ਜਿਹੜੇ K1 ਵੀਜ਼ਾ ਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ। ਹਾਂਜੀ, ਜਿਹੜਾ ਇਹ ਫਿਆਂਸੇ ਵੀਜ਼ਾ ਹੈ, ਬੇਸਿਕਲੀ ਇਹ ਆ ਕਿ ਜੇ US ਸਿਟੀਜ਼ਨ ਕੋਈ ਆਪਣੇ ਮਤਲਬ ਬਾਹਰ ਜਾ ਕੇ ਕਿਸੇ ਨਾਲ ਅੰਗੇਜਮੈਂਟ ਕਰਦਾ, ਉਹਨੂੰ ਉਹ 2 ਸਾਲ ਦੇ ਵਿੱਚ ਮਿਲਿਆ ਹੋਵੇ ਆਪਣੇ ਫਿਆਂਸੇ ਨੂੰ, ਤੇ ਉਹ ਅਪਲਾਈ ਕਰੇ ਤੇ ਉਹ ਵੀਜ਼ਾ ਲੈ ਕੇ ਇੱਥੇ ਆ ਸਕਦਾ, ਤੇ ਇੱਥੇ ਫਿਰ ਉਹਨੂੰ ਆ ਕੇ
90 ਦਿਨ ਦੇ ਵਿੱਚ ਵਿਆਹ ਰਜਿਸਟਰ ਕਰਾ ਕੇ ਤੇ ਗ੍ਰੀਨ ਕਾਰਡ ਅਪਲਾਈ ਕਰਨਾ ਪੈਂਦਾ। ਪਰ ਇਹ ਜਿਹੜੀ ਸਹੂਲਤ ਆ ਸਿਰਫ US ਸਿਟੀਜ਼ਨ ਲਈ ਆ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ K ਵੀਜ਼ਾ ਅਪਲਾਈ ਨਹੀਂ ਕਰ ਸਕਦਾ। ਸੋ ਇਸ ਕਰਕੇ ਇਹਨਾਂ ਦੇ ਉਹ ਜਿਹੜਾ K ਵੀਜ਼ਾ ਉਹ ਮਤਲਬ ਇਹ ਅਪਲਾਈ ਨਹੀਂ ਕਰ ਸਕਦੇ। ਤੇ ਇਹਨਾਂ ਨੂੰ ਜੇ ਇਹਨਾਂ ਨੇ ਕਰਨਾ ਹੀ ਆ ਤੇ ਇਹਨਾਂ ਨੂੰ ਵਿਆਹ ਕਰਾਉਣਾ ਪਊਗਾ ਉੱਥੇ ਜਾ ਕੇ, ਤੇ ਵਿਆਹ ਤੇ ਫਿਰ ਅਪਲਾਈ ਕਰਨਗੇ ਇੱਥੇ ਆ ਕੇ, ਤੇ ਉਹਨੂੰ ਜੋ ਵੀ ਟਾਈਮ ਆ ਉਹ ਲੱਗੇਗਾ। ਅੱਜ ਕੱਲ੍ਹ ਇਹ ਕੈਟੇਗਰੀ ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਮੈਰਿਜ ਵਾਲੀ ਆ ਉਹ ਜਿਹੜਾ ਇਮੀਗ੍ਰੇਸ਼ਨ ਬੈਨ ਆ ਉਹਦੇ ਅੰਡਰ ਹੈਗੀ ਆ। ਸੋ ਇਹ 'ਚ ਡਿਲੇ ਹੋਏਗੀ। ਪਰ ਇਹ ਫਿਆਂਸੇ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਉਹ ਸਿਰਫ US ਸਿਟੀਜ਼ਨ ਹੀ ਕਰ ਸਕਦਾ। ਜੀ, ਤੇ ਦੂਸਰੇ ਸਰ ਦਾ ਸਵਾਲ ਸੀ ਕਿ ਉਹਨਾਂ ਦੇ ਬੇਟੇ ਦੀ ਮੈਰਿਜ ਹੈ ਇੰਡੀਆ ਦੇ ਵਿੱਚ ਤੇ ਉਹ ਸਿਟੀਜ਼ਨ ਹੈਗੇ ਨੇ US ਤੇ, ਉਹਨਾਂ ਨੂੰ ਜਾ ਕੇ ਉੱਥੇ ਅਪਲਾਈ ਕਰਨਾ ਪੈਣਾ ਜਾਂ ਇੱਥੇ ਆ ਕੇ ਵਾਪਸ ਅਪਲਾਈ ਕਰਨਾ ਪੈਣਾ ਆ? ਇਹ ਜਿਵੇਂ ਹੁਣ ਅੱਜ ਕੱਲ੍ਹ ਦੇ ਜਿਹੜੇ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਤਾਂ ਹੋ ਸਕਦਾ ਵੀ ਅੰਬੈਸੀ ਵਾਲੇ ਨਾ ਉੱਥੇ ਅਲਾਓ ਕਰਨ, ਨੂੰ ਕਹਿਣ ਵੀ ਉੱਥੇ ਜਾ ਕੇ ਅਪਲਾਈ ਕਰ ਦਿਓ ਅਮਰੀਕਾ 'ਚ। ਸੋ ਅੱਗੇ ਪਹਿਲਾਂ ਅਲਾਓ ਕਰ ਦਿੰਦੀ ਸੀ ਅੰਬੈਸੀ ਵੀ ਉੱਥੇ ਇੰਡੀਆ 'ਚ ਵੀ ਕਰ ਦਿਓ, ਪਰ ਹੁਣ ਮੈਨੂੰ ਲੱਗਦਾ ਵੀ ਇਹੀ ਆ ਬੇਸਿਕਲੀ ਇਹਨੂੰ ਆ ਕੇ ਕਰਨਾ ਪਏਗਾ। ਤੇ ਬਾਕੀ ਉੱਥੇ ਜਦੋਂ ਜਾਣ ਤੇ ਜਿਹੜੀ ਅਮਰੀਕਨ ਅੰਬੈਸੀ ਹੈਗੀ ਆ ਉੱਥੇ, ਜਿਵੇਂ ਦਿੱਲੀ 'ਚ ਹੈ, ਮੁੰਬਈ 'ਚ ਆ, ਉਹਨਾਂ ਤੋਂ ਪਤਾ ਕਰ ਲੈਣ ਇੱਕ ਵਾਰੀ ਕਿ ਇੱਥੇ ਅਸੀਂ ਐਪਲੀਕੇਸ਼ਨ ਦੇ ਸਕਦੇ ਹਾਂ। ਜੇ ਉਹ ਅਲਾਓ ਕਰਨਗੇ ਤਾਂ ਉੱਥੇ ਵੀ ਦੇ ਸਕਦੇ ਆ, ਪਰ ਇੱਥੇ ਤਾਂ ਕਰ ਹੀ ਸਕਦੇ। ਜਦੋਂ ਇੱਥੇ ਆ ਜਾਣ ਇੱਥੋਂ ਅਪਲਾਈ ਕਰਨ 'ਚ ਕੋਈ ਪ੍ਰੋਬਲਮ ਨਹੀਂ, ਦੇ ਕੈਨ ਡੂ ਇਟ। ਜੀ ਬਿਲਕੁਲ। ਤੇ ਸਰ ਇੱਥੇ ਇੱਕ ਛੋਟਾ ਜਿਹਾ ਅਸੀਂ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸ ਆਉਂਦੇ ਹਾਂ ਤੇ ਉਸ ਤੋਂ ਬਾਅਦ ਅਮਰੀਕਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਦਰਸ਼ਕਾਂ ਨੂੰ ਦੱਸੀਏ ਤੁਹਾਡੇ ਵੀ ਕੋਈ ਸਵਾਲ ਹੈਗਾ ਸਾਨੂੰ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਰੋਜ਼ਵੁੱਡ ਕਿਚਨਸ, ਲਗਭਗ 25 ਸਾਲ ਦਾ ਤਜਰਬਾ। ਰੋਜ਼ਵੁੱਡ ਕਿਚਨਸ ਨੂੰ ਲਗਜ਼ਰੀਅਸ ਕਸਟਮ ਕਿਚਨਸ ਬਣਾਉਣ ਵਿੱਚ ਮੁਹਾਰਤ ਹਾਸਿਲ ਹੈ ਜੋ ਕਿਸੇ ਵੀ ਘਰ ਵਿੱਚ ਫਿੱਟ ਹੋ ਸਕਦੀ ਹੈ। ਅਸੀਂ ਟੌਪ ਕੁਆਲਿਟੀ ਦੀ ਕਸਟਮ ਕਿਚਨਸ, ਆਈਲੈਂਡਸ, ਕੈਬਿਨੇਟਸ, ਬਾਰਸ ਡਿਲੀਵਰ ਕਰਵਾਉਂਦੇ ਹਾਂ। ਰੋਜ਼ਵੁੱਡ ਕਿਚਨਸ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖਦਿਆਂ ਹਾਰਡਵੇਅਰ ਦੀ ਲੇਟੈਸਟ ਟੈਕਨੀਕਸ ਦਾ ਇਸਤੇਮਾਲ ਕਰਦੀ ਹੈ ਜੋ ਹਰ ਗ੍ਰਾਹਕ ਦੀ ਜ਼ਰੂਰਤ ਤੇ ਖਰੀ ਉਤਰੇ। ਸਾਡੇ ਸ਼ੋਰੂਮਸ ਵਿੱਚ ਸੈਂਪਲ ਅਤੇ ਆਪਸ਼ਨਸ ਦੀ ਸਾਰੀ ਵੈਰਾਈਟੀ ਹੈ। ਵਧੇਰੇ ਜਾਣਕਾਰੀ ਜਾਂ ਫਿਰ ਬੁਕਿੰਗ ਲਈ ਸਾਡੀ ਵੈਬਸਾਈਟ ਤੇ ਜਾਂ ਫਿਰ ਸਾਡੇ ਸਟੋਰ ਤੇ ਵਿਜ਼ਿਟ ਕਰੋ। ਟੋਰਾਂਟੋ ਇਲਾਕੇ 'ਚ ਲੰਬੇ ਅਰਸੇ ਤੋਂ ਸੇਵਾਵਾਂ ਦੇ ਰਹੇ ਫੋਮ ਦਾ ਵੱਡਾ ਸਟੋਰ ਸਿੰਘ ਫੋਮ। ਫੋਮ ਦੀ ਕਿਸੇ ਤਰ੍ਹਾਂ ਦੀ ਲੋੜ ਨੂੰ ਪੂਰਾ ਕਰਨ ਲਈ ਕੁਲਵੰਤ ਸਿੰਘ ਨਾਲ ਸੰਪਰਕ ਕਰੋ। 20 Melanie Drive, Unit 1013, Brampton, 905 793 5599। ਕੈਨੇਡਾ ਵਿੱਚ ਬੱਲੇ ਬੱਲੇ ਸਭ ਸਾਮਾਨ ਇੱਕੋ ਛੱਤ ਥੱਲੇ, ਭਰ ਭਰ ਗੱਡੀਆਂ ਲੋਕ ਲੈ ਚੱਲੇ, ਭਰ ਭਰ ਗੱਡੀਆਂ ਲੋਕ ਲੈ ਚੱਲੇ। ਏਸ਼ੀਅਨ ਫੂਡ ਸੈਂਟਰ ਦੀ ਬੱਲੇ 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 ਬੱਲੇ। AFC ਘੱਟ ਰੇਟ ਤੇ ਕੁਆਲਿਟੀ ਗ੍ਰੇਟ। ਏਸ਼ੀਅਨ ਫੂਡ ਸੈਂਟਰ, ਕਾਲ ਕਰੋ 416 740 3262। ਬੱਲੇ ਬੱਲੇ ਬੱਲੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਮਰੀਕੀ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਤੇ ਸਾਡੇ ਨਾਲ ਜੁੜੇ ਹੋਏ ਨੇ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਜੀ ਤੇ ਸਾਨੂੰ ਜਾਣਕਾਰੀ ਦੇ ਰਹੇ ਨੇ, ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਰਹੇ ਨੇ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਜਸਪ੍ਰੀਤ ਜੀ, ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ ਅਸੀਂ ਕਾਫੀ ਵੀਜ਼ਾਸ ਦੇ ਬਾਰੇ ਵਿੱਚ ਡਿਸਕਸ ਕੀਤਾ ਸੀ। ਹੁਣ ਵਿਜ਼ਟਰ ਵੀਜ਼ਿਆਂ ਵਾਲੇ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿਜ਼ਟਰ ਵੀਜ਼ਾ ਲੱਗੇ ਹੋਏ ਨੇ ਤੇ ਇਸ ਵਕਤ ਸਮਾਂ ਪੂਰਾ ਲਗਭਗ ਉਹਨਾਂ ਦਾ ਹੋ ਚੁੱਕਿਆ ਸੀ। ਐਕਸਟੈਂਸ਼ਨ ਲਈ ਉਹਨਾਂ ਨੇ ਅਪਲਾਈ ਕੀਤਾ ਕਿ ਵੀਜ਼ਾ ਐਕਸਟੈਂਡ ਕੀਤਾ ਜਾ ਸਕੇ। ਸੋ ਕਿੰਨਾ ਕੁ ਟਾਈਮ ਇਸ ਪ੍ਰੋਸੈਸ ਨੂੰ ਲੱਗ ਰਿਹਾ ਤੇ ਜਿਨ੍ਹਾਂ ਨੇ ਅਪਲਾਈ ਕਰ ਦਿੱਤਾ ਉਹਨਾਂ ਨੂੰ ਹਜੇ ਹੋਰ ਕਿੰਨਾ ਸਮਾਂ ਲੱਗੇਗਾ? ਇਸ ਤਰ੍ਹਾਂ ਜੀ ਵੀ ਜਿਹੜੇ ਇੱਥੇ ਵਿਜ਼ਟਰ ਵੀਜ਼ੇ ਤੇ ਕਈ ਆਏ ਸੀਗੇ ਤੇ ਉਹ ਮਤਲਬ ਲੋਕਡਾਊਨ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਉਹ ਫਲਾਈਟ ਵਗੈਰਾ ਅਵੇਲੇਬਲ ਨਹੀਂ ਹੋਈ, ਉਹ ਜਾ ਨਹੀਂ ਸਕੇ।
ਤੇ ਉਹਨਾਂ ਨੇ ਅੱਗੇ ਜਿਹੜਾ ਹੈਗਾ ਉਹ ਐਕਸਟੈਂਸ਼ਨ ਅਪਲਾਈ ਕੀਤੀ ਆ, ਤੇ ਉਹ ਕਾਫੀਆਂ ਨੂੰ ਤਾਂ ਰਸੀਦਾਂ ਆ ਗਈਆਂ, ਇਮੀਗ੍ਰੇਸ਼ਨ ਦੇ ਲੈਟਰ ਆ ਗਏ ਵੀ ਸਾਨੂੰ ਮਿਲ ਗਈ ਆ ਤੁਹਾਡੀ ਐਕਸਟੈਂਸ਼ਨ ਦੀ ਰਿਕੁਐਸਟ, ਤੇ ਉਹ ਉਹਨਾਂ ਨੂੰ ਜਿਹੜੀ ਪ੍ਰੋਸੈਸਿੰਗ ਹੋ ਰਹੀ ਆ। ਸੋ ਜਿੰਨੀ ਦੇਰ ਪ੍ਰੋਸੈਸਿੰਗ ਹੋ ਰਹੀ ਆ ਉਹ ਰਹਿ ਸਕਦੇ ਆ, ਉਹ 'ਚ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ, ਤੇ ਉਹਨੂੰ ਥੋੜ੍ਹਾ ਟਾਈਮ ਲੱਗੇਗਾ ਤੇ ਅਪਰੂਵਲ ਆ ਜਾਏਗੀ। ਤੇ ਉਹਨਾਂ ਨੂੰ ਉਹਨਾਂ ਨੇ ਜਿੰਨਾ ਵੀ ਟਾਈਮ ਮੰਗਿਆ, ਕਿਸੇ ਨੇ 4 ਮਹੀਨੇ ਮੰਗੇ ਆ, ਕਿਸੇ ਨੂੰ ਅਪ ਟੂ 6, ਮਤਲਬ 6 ਤੋਂ ਵੱਧ ਨਹੀਂ ਦੇ ਸਕਦੇ ਉਹ, ਪਰ 6 ਤੋਂ ਘੱਟ ਕਿਸੇ ਨੇ 4, 5 ਉਹਨੂੰ ਮਿਲ ਜੂਗਾ। ਪਰ ਜੇ ਕਿਸੇ ਨੇ ਅਪਲਾਈ ਨਹੀਂ ਕੀਤਾ ਤੇ ਉਹ ਹੋ ਗਿਆ ਇੱਥੇ ਓਵਰਸਟੇ, ਉਹਨੂੰ ਪ੍ਰੋਬਲਮ ਆ ਸਕਦੀ ਆ, ਕਿਉਂਕਿ ਉਹਦੇ ਵਿੱਚ ਫਿਰ ਜਦੋਂ ਉਹ ਰੀ ਐਂਟਰੀ ਕਰਨਗੇ ਜਾਂ ਤਾਂ ਹੁਣੇ ਚਲੇ ਜਾਣ ਵਾਪਸ, ਉਹ ਮਤਲਬ ਮਹੀਨੇ ਦੇ ਵਿੱਚ ਹੀ, ਅਦਰਵਾਈਜ਼ ਜੇ ਰੀ ਐਂਟਰੀ ਕਰਨਗੇ ਤਾਂ ਉਹਨਾਂ ਨੂੰ ਫਿਰ ਉਹ ਓਵਰਸਟੇਜ ਗਿਣੇ ਜਾਣਗੇ, ਉਹਨਾਂ ਨੂੰ ਇੱਥੇ ਰੀ ਐਂਟਰੀ ਵੇਲੇ ਪ੍ਰੋਬਲਮ ਆਏਗੀ ਜੇ ਮਤਲਬ ਦੁਬਾਰਾ ਅਮਰੀਕਾ ਜਾਣਾ ਚਾਹੁੰਗੇ। ਤੇ ਤੀਜੀ ਉਹ ਨੇ ਜਿਨ੍ਹਾਂ ਨੇ ਜੇ ਅਪਲਾਈ ਨਹੀਂ ਕੀਤਾ, ਜਿਨ੍ਹਾਂ ਦੇ ਹੁਣ ਗਾਹਾਂ ਵਿਜ਼ਟਰ ਵੀਜ਼ਾ ਫੈਕਰੋ ਜੁਲਾਈ 'ਚ ਖਤਮ ਹੋ ਰਿਹਾ, ਕਿਸੇ ਦਾ ਅਗਸਤ 'ਚ ਹੋ ਰਿਹਾ, ਜੂਨ ਦੇ ਐਂਡ 'ਚ ਹੋ ਰਿਹਾ, ਉਹਨਾਂ ਸਾਰਿਆਂ ਨੂੰ ਮੇਰੀ ਇਹੀ ਸਲਾਹ ਆ ਵੀ ਤੁਸੀਂ ਇਹ ਆਪਣੇ ਆਪ ਐਕਸਟੈਂਡ ਨਹੀਂ ਹੋ ਜਾਣਾ, ਤੁਹਾਨੂੰ ਅਪਲਾਈ ਕਰਨਾ ਪੈਣਾ ਐਕਸਟੈਂਸ਼ਨ ਲਈ, ਤੇ ਫਾਰਮ I-539 ਹੈ ਉਹ ਭਰ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਉਹ 'ਚ ਰੀਜ਼ਨ ਲਿਖੋ ਵੀ ਸਾਨੂੰ ਆਹ ਪ੍ਰੋਬਲਮ ਹੈ ਵੀ ਫਲਾਈਟ ਸਾਡੀ ਨਹੀਂ ਗਈ, ਤੇ ਉਹ 'ਚ ਜਿਹੜਾ ਪ੍ਰੂਫ ਲਾਓ ਰਿਟਰਨ ਟਿਕਟ ਦਾ ਵੀ ਅਸੀਂ ਮੁੜਨਾ ਸੀ ਫਲਾਣੀ ਤਰੀਕ ਨੂੰ, ਤੇ ਏਅਰਲਾਈਨ ਦੇ ਵਿੱਚ ਅਵੇਲੇਬਲ ਨਹੀਂ ਸੀਗੀ, ਤੇ ਇਸ ਕਰਕੇ ਅਸੀਂ ਨਹੀਂ ਜਾ ਸਕੇ, ਤੇ ਉਹ ਫਿਰ ਐਕਸਟੈਂਸ਼ਨ ਇਹਨਾਂ ਨੂੰ ਮਿਲੇਗੀ। ਤੇ ਜਿਨ੍ਹਾਂ ਦੇ ਆਲਰੇਡੀ ਅਪਲਾਈ ਕੀਤਾ ਲੈਟਰ ਆ ਚੁੱਕੇ ਆ, ਉਹਨਾਂ ਨੂੰ ਵਰੀ ਦੀ ਲੋੜ ਨਹੀਂ, ਉਹ ਉਹਦਾ ਵੇਟ ਕਰਨ। ਜੇ ਇਮੀਗ੍ਰੇਸ਼ਨ ਨੂੰ ਉਹਨਾਂ ਕੋਲੋਂ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਇਆ ਤਾਂ ਆਪੇ ਉਹਨਾਂ ਨੂੰ RFE ਨੂੰ ਅਸੀਂ ਕਹਿੰਦੇ ਰਿਕੁਐਸਟ ਫॉर ਐਵੀਡੈਂਸ, ਉਹ ਆ ਜਾਏਗਾ ਲੈਟਰ, ਉਹਦੇ ਵਿੱਚ ਲਿਖਿਆ ਹੋਊਗਾ ਵੀ ਆਹ ਚੀਜ਼ਾਂ ਸਾਨੂੰ ਹੋਰ ਚਾਹੀਦੀਆਂ ਭੇਜੋ, ਉਹ ਭੇਜ ਦੇਣ ਤਾਂ ਐਕਸਟੈਂਡ ਹੋ ਜਾਊਗਾ। ਇਹ ਵੀ ਹੋ ਸਕਦਾ ਵੀ ਕੁਝ ਨਾ ਮੰਗਣ ਤੇ ਉਹ ਐਕਸਟੈਂਡ ਕਰ ਦੇਣ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਸਰ ਜਿਵੇਂ ਤੁਸੀਂ ਕਿਹਾ ਕਿ ਐਕਸਟੈਂਡ ਹੋ ਸਕਦਾ ਕਿ ਕੋਈ ਪ੍ਰੋਬਲਮ ਨਹੀਂ ਆਏਗੀ, ਪਰ ਜਿਵੇਂ ਅਸੀਂ ਕਈ ਦੇਖ ਰਹੇ ਹਾਂ ਕਿ ਇਸ ਵਕਤ ਫਲਾਈਟਸ ਜਿਹੜੀਆਂ ਨੇ ਓਪਨ ਹੋ ਚੁੱਕੀਆਂ ਨੇ, ਇੰਡੀਆ ਤੋਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ US ਲਈ ਵੀ ਵੱਖ-ਵੱਖ 에ਅਰਪੋਰਟਸ ਲਈ ਰਵਾਨਾ ਹੋਈਆਂ ਨੇ, ਕਿ ਇਹਨਾਂ ਫਲਾਈਟਸ ਤੇ ਸਿਰਫ US ਸਿਟੀਜ਼ਨਸ ਹੀ ਆ ਸਕਦੇ ਨੇ, ਜਾਂ ਫਿਰ ਕੋਈ H1B ਵੀਜ਼ਾ ਧਾਰਕ ਜਾਂ ਫਿਰ ਜੇ ਕੋਈ ਹੋਰ ਵੀਜ਼ਾ ਧਾਰਕ ਹੈਗਾ ਉਹਨਾਂ ਨੂੰ ਵੀ ਆਉਣ ਦੀ ਹੈਗੀ ਹੈ, ਛੋਟ ਹੈਗੀ ਹੈ? ਦੇਖੋ ਜਿਹੜੀਆਂ ਫਲਾਈਟਸ ਅਮਰੀਕਨ ਜਿਹੜੀ ਐਮਬੈਸੀ ਆ ਉਹ ਅਰੇਂਜ ਕਰ ਰਹੀ ਆ ਇੰਡੀਆ ਤੋਂ, ਜਾਂ ਇਹਨਾਂ ਦਾ ਸਟੇਟ ਡਿਪਾਰਟਮੈਂਟ ਕਰ ਰਿਹਾ, ਉਹ 'ਤੇ ਸਿਰਫ ਜਿਹੜਾ US ਸਿਟੀਜ਼ਨ ਆ ਉਹੀ ਆ ਸਕਦਾ, ਤੇ ਜਾਂ ਜਿਹੜਾ US ਗ੍ਰੀਨ ਕਾਰਡ ਹੋਲਡਰ ਆ ਉਹ ਆ ਸਕਦਾ। ਉਹਦੇ ਉੱਤੇ ਮਤਲਬ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਆ ਜਾਂ H1 ਵਾਲੇ ਆ ਉਹ ਨਹੀਂ ਆ ਸਕਦੇ, ਉਹਨਾਂ ਦਾ ਆਉਣ ਦਾ ਕੋਈ ਨਹੀਂ ਹੈਗਾ। ਸੋ ਜਿਹੜੇ ਅਮਰੀਕਨ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਆ ਉਹੀ ਆ ਸਕਦੇ ਆ। ਪਰ ਜਿਹੜੇ ਇੱਥੋਂ ਵੀ ਕਈ ਫਲਾਈਟਾਂ ਅਮਰੀਕਾ ਤੋਂ ਵੀ ਇੰਡੀਆ ਗਈਆਂ ਨੇ, ਜਿਹੜੀਆਂ ਏਅਰ ਇੰਡੀਆ ਨੇ ਚਲਾਈਆਂ ਜਾਂ ਇੰਡੀਅਨ ਗਵਰਨਮੈਂਟ ਨੇ ਚਲਾਈਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਵਿਜ਼ਟਰ ਵੀਜ਼ੇ 'ਤੇ ਅਮਰੀਕਾ ਆਏ ਸੀਗੇ ਇੰਡੀਅਨ ਸਿਟੀਜ਼ਨ ਉਹੀ ਜਾ ਸਕਦੇ, ਜਿਹੜੇ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਸਿਟੀਜ਼ਨ ਨੇ ਉਹਨਾਂ ਨੂੰ ਅਲਾਓ ਨਹੀਂ ਆ ਉੱਥੇ ਜਾਣਾ, ਤੇ ਉਹ ਮਤਲਬ ਉਹਨਾਂ ਫਲਾਈਟਾਂ ਤੋਂ ਉਹ ਸਿਰਫ ਵਿਜ਼ਟਰ ਵੀਜ਼ੇ ਵਾਲਿਆਂ ਵਾਸਤੇ ਹੀ ਆ ਬੇਸਿਕਲੀ। ਤੇ ਪਰ ਇਹ ਆ ਵੀ ਜਦੋਂ ਹੁਣ ਜਰਨਲ ਫਲਾਈਟਾਂ ਰਿਜ਼ਿਊਮ ਹੋ ਜਾਣਗੀਆਂ, ਜੋ ਕਿ ਸਾਨੂੰ ਲੱਗਦਾ ਸ਼ਾਇਦ ਜੁਲਾਈ ਦੇ ਵਿੱਚ ਜਾਂ ਮਹੀਨੇ ਦੇ ਐਂਡ ਤੱਕ ਹੋ ਜਾਣ, ਉੱਤੇ ਫਿਰ ਜਿਹਦੇ ਕੋਲ ਕੋਈ ਵੀ ਵੀਜ਼ਾ ਹੈਗਾ, ਚਾਹੇ ਕਿਸੇ ਕੋਲ H1 ਹੈ ਜਾਂ ਵਿਜ਼ਟਰ ਆ ਜਾਂ ਗ੍ਰੀਨ ਕਾਰਡ ਵੀ ਆ ਜਾਂ ਸਿਟੀਜ਼ਨ, ਉਹ ਆ ਸਕਦੇ। ਜੀ ਸਰ, ਜਿਨ੍ਹਾਂ ਨੇ ਹੁਣ ਉੱਥੇ H1B ਵੀਜ਼ਾ ਜਿਨ੍ਹਾਂ ਦਾ ਆ ਚੁੱਕਿਆ ਹੈ ਬਟ ਹਜੇ ਉਹ ਆ ਨਹੀਂ ਸਕਦੇ, ਕੱਲ ਨੂੰ ਉਹਨਾਂ ਦਾ ਵੀਜ਼ਾ ਫਿਰ ਇੱਕ ਲਿਮਿਟਿਡ ਟਾਈਮ ਤੋਂ ਬਾਅਦ ਐਕਸਪਾਇਰ ਵੀ ਹੋਣਾ ਸ਼ੁਰੂ ਹੋ ਜਾਣਾ, ਕੱਲ ਨੂੰ ਫਿਰ ਉਹ ਆਪਣੇ ਜੇ ਗ੍ਰੀਨ ਕਾਰਡ ਲਈ ਕੱਲ ਨੂੰ ਅਪਲਾਈ ਕਰਨਾ ਚਾਹੁੰਦੇ ਆ, ਕਿ ਇਸ ਪੂਰੇ ਸਿਸਟਮ ਦਾ ਉਹਨਾਂ ਦੇ ਐਕਸਪੀਰੀਅੰਸ ਦਾ ਕੋਈ ਅਸਰ ਪਏਗਾ ਕੱਲ ਨੂੰ ਬਾਕੀ ਦੇ ਪ੍ਰੋਸੈਸ ਦੇ ਉੱਤੇ? ਇਸ ਤਰ੍ਹਾਂ ਜੀ ਕਿ ਜਿਹੜੀ ਵੀਜ਼ੇ ਦੀ ਜਿੰਨੀ ਮਿਆਦ ਆ ਉਹਦੀ, ਕਿਉਂਕਿ ਐਂਟਰੀ ਦੀ ਵੀ ਇੰਨੀ ਦੇਰ ਦੇ ਵਿੱਚ ਚਲੇ ਜਾਓ, ਉਹਦੇ ਵਿੱਚ ਉਹਨੂੰ ਆਉਣਾ ਪਏਗਾ। ਇਹਦੇ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਆ ਵੀ ਕਈ ਇੱਦਾਂ ਦੇ ਵੀ ਹੈਗੇ ਨੇ ਲੋਕ ਜਿਨ੍ਹਾਂ ਨੂੰ ਕਿ ਜਿਹੜੀ F4 ਕੈਟਾਗਰੀ ਹੈਗੀ ਭਰਾ ਭੈਣ ਵਾਲੀ US ਸਿਟੀਜ਼ਨ ਦੀ, ਜਾਂ ਮੈਰਿਡ ਬੱਚੇ ਨੇ ਸਿਟੀਜ਼ਨ ਦੇ, ਉਹਨਾਂ ਨੂੰ ਆਲਰੇਡੀ ਇੰਟਰਵਿਊ ਹੋ ਕੇ ਤੇ ਗ੍ਰੀਨ ਕਾਰਡ ਇਸ਼ੂ ਜਾਂ ਕਹਿ ਲਓ ਵੀ ਇਮੀਗ੍ਰੈਂਟ ਵੀਜ਼ਾ ਇਸ਼ੂ ਹੋ ਚੁੱਕਾ, ਪਰ ਉਹ ਲੋਕਡਾਊਨ ਕਰਕੇ ਨਹੀਂ ਆ ਸਕੇ, ਜਾਂ ਕਿਸੇ ਦੇ ਬੱਚੇ ਦੇ ਐਗਜ਼ਾਮ ਚੱਲਦੇ ਸੀ ਇੰਡੀਆ 'ਚ, ਮਾਰਚ 'ਚ ਪੇਪਰ ਸੀ, ਉਹਨੇ ਕਿਹਾ ਚਲੋ ਅਪ੍ਰੈਲ ਚੱਲ ਜਾਂਗੇ, ਤੇ ਉਹ ਜਾ ਨਹੀਂ ਸਕੇ। ਉਹਨਾਂ ਨੂੰ ਇਹ ਆ ਵੀ ਵੀਜ਼ਾ ਦੀ ਜਿਹੜੀ ਮਿਆਦ ਆ ਉਹ ਖਤਮ ਹੋਣ ਤੋਂ ਪਹਿਲਾਂ ਐਂਟਰ ਕਰ ਜਾਣ। ਜੇ ਉਹ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਐਂਟਰ ਨਹੀਂ ਕਰਨਗੇ ਤਾਂ ਉਹਨਾਂ ਨੂੰ ਇਹਦੇ ਵਿੱਚ ਅੰਬੈਸੀ ਦੇ ਥਰੂ ਦੁਬਾਰਾ ਜਾਣਾ ਪਊਗਾ, ਤਾਂ ਅੰਬੈਸੀ ਵਾਲੇ ਜਿਹੜੇ ਹੈਗੇ ਆ ਉਹ ਦੁਬਾਰਾ ਜੋ ਸਾਰੇ ਉਹਨਾਂ ਦੇ ਪ੍ਰੋਸੀਜਰ ਨੇ, ਜਿਵੇਂ ਫਾਰਮ ਦੁਬਾਰਾ ਭਰਨੇ, ਕੁਛ ਜਿਵੇਂ ਜਿਹੜੀ ਪੁਲਿਸ ਰਿਪੋਰਟ, ਮੈਡੀਕਲ, ਉਹ ਸਾਰਾ ਦੁਬਾਰਾ ਮੰਗ ਸਕਦੇ ਆ, ਤੇ ਪਲੱਸ ਉਹ 'ਤੇ ਬੈਨ ਵੀ ਟ੍ਰਿਗਰ ਹੋ ਸਕਦਾ, ਜਿਹੜਾ ਇਮੀਗ੍ਰੇਸ਼ਨ ਬੈਨ ਆ ਉਹਦੇ ਵਿੱਚ ਇਹ ਮਤਲਬ ਕੈਟਾਗਰੀਜ਼ ਹੈਗੀਆਂ, ਤੇ ਉਹ ਵੀ ਹੋਏਗਾ। ਤਾਂ ਉਹਨਾਂ ਨੂੰ ਇਹੀ ਆ ਵੀ ਜੇ ਉਹਨਾਂ ਨੂੰ ਜੂਨ ਦੇ ਐਂਡ ਜਾਂ ਜੁਲਾਈ ਤੱਕ ਦਾ ਵੀਜ਼ਾ ਮਿਲਿਆ ਹੋਇਆ, ਦੇ ਸ਼ੁੱਡ ਐਂਟਰ, ਉਹਨਾਂ ਨੂੰ ਜਿਹੜੀ ਵੀ ਫਲਾਈਟ ਮਿਲਦੀ ਆ ਉਹ ਲੈ ਕੇ ਆ ਜਾਣ। ਪਰ ਜਿਹੜੀਆਂ ਗਵਰਨਮੈਂਟ ਫਲਾਈਟਾਂ ਭੇਜ ਰਹੀ ਆ, ਜਿਵੇਂ ਤੁਸੀਂ ਪਹਿਲਾਂ ਪੁੱਛਿਆ ਵੀ ਜਿਹੜੇ ਅੰਬੈਸੀ ਥਰੂ ਆਇਆ ਜਾਂ ਸਟੇਟ ਡਿਪਾਰਟਮੈਂਟ ਦੇ, ਉਹਨਾਂ 'ਚ ਨਹੀਂ ਆ ਸਕਦੇ, ਉਹਨਾਂ ਨੂੰ ਜਿਹੜੀ ਨਾਰਮਲ 에ਅਰਲਾਈਨ ਆ ਉਹਦੇ ਰਾਹੀਂ ਆਉਣਾ ਪਏਗਾ। ਬਿਲਕੁਲ। ਤੇ ਸਰ ਇੱਕ ਅਸਾਈਲਮ ਦੀਆਂ ਐਪਲੀਕੇਸ਼ਨਸ ਦੇ ਬਾਰੇ ਵਿੱਚ ਜ਼ਰੂਰ ਪੁੱਛਣਾ ਚਾਹਾਂਗੀ, ਪੋਲੀਟੀਕਲ ਅਸਾਈਲਮਸ ਦੀਆਂ ਐਪਲੀਕੇਸ਼ਨਸ ਕੀ ਹਜੇ ਪ੍ਰੋਸੈਸਿੰਗ ਇਹਨਾਂ ਦੀ ਚੱਲ ਰਹੀ ਹੈ, ਪ੍ਰੋਸੈਸ ਹੋ ਰਹੀਆਂ ਨੇ ਇਹ ਫਾਈਲਸ ਜੇ ਕਿਸੇ ਨੇ ਅਪਲਾਈ ਕਰਨਾ ਆ? ਤੇ ਦੂਜੀ ਗੱਲ ਇਹ ਹੈ ਕਿ ਜੇ ਕਿਸੇ ਨੂੰ ਅਪਰੂਵਲ ਆ ਚੁੱਕੀ ਹੈ, ਉਹਨਾਂ ਦੀ ਪਾਸ ਹੋ ਚੁੱਕੀ ਹੈ ਫਾਈਲ, ਕੀ ਅੱਗੇ ਉਹ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਨੇ?
ਦੇਖੋ ਜੀ, ਜਿਹੜਾ ਅਮਰੀਕਾ ਦੇ ਵਿੱਚ ਅਸੈਲਮ ਦਾ ਕੇਸ ਕਿਸੇ ਦਾ ਅਪਰੂਵ ਹੋਇਆ, ਜਿਹੜਾ ਅਸੈਲੀ ਆ, ਉਹ 1 ਸਾਲ ਬਾਅਦ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦਾ, ਅਸੈਲਮ ਪਾਸ ਹੋਣ ਤੋਂ 1 ਸਾਲ ਬਾਅਦ। ਸੋ ਉਹ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਇਮੀਗ੍ਰੇਸ਼ਨ ਲੈ ਰਹੀ ਆ, ਉਹਦੇ ਉੱਪਰ ਕੋਈ ਵੀ ਜਿਹੜਾ ਇਮੀਗ੍ਰੇਸ਼ਨ ਬੈਨ ਹੈਗਾ ਉਹ ਨਹੀਂ ਲੱਗਿਆ। ਸੋ ਜੇ ਉਹਨਾਂ ਨੂੰ ਸਾਲ ਪੂਰਾ ਹੋ ਗਿਆ, ਉਹ ਆਪਣੇ ਐਪਲੀਕੇਸ਼ਨ ਅਪਲਾਈ ਕਰ ਸਕਦੇ ਆ, ਪਰ ਉਹਨੂੰ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਜਿਹੜਾ ਮਤਲਬ ਜਿੰਨਾ ਵੀ ਲੱਗੇਗਾ ਉਹ ਪਤਾ ਲੱਗੇਗਾ, ਕਿਉਂਕਿ ਡਿਲੇ ਤਾਂ ਆਬਵੀਅਸਲੀ ਇਮੀਗ੍ਰੇਸ਼ਨ 'ਚ ਹੈਗੀ ਆ, ਪਰ ਅਪਲਾਈ ਉਹ ਕਰ ਸਕਦੇ, ਅਪਲਾਈ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਅਪਲਾਈ ਕਰ ਦੇਣ ਤੇ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਚਾਲੂ ਹੋ ਜਾਏਗਾ। ਫਿਰ ਜਿੰਨਾ ਵੀ ਟਾਈਮ ਉਹ ਉੱਤੇ ਲੱਗਦਾ ਉਹਦੇ ਵਿੱਚ ਉਹਨਾਂ ਨੂੰ ਗ੍ਰੀਨ ਕਾਰਡ ਆ ਜਾਏਗਾ। ਅਮਰੀਕਾ ਦੇ ਵਿੱਚ ਰਹਿਣ ਲਈ ਕੀ ਕੋਈ ਸਟੇਟਸ ਹੋਣਾ ਜ਼ਰੂਰੀ ਹੈ? ਜਿਵੇਂ ਕਿਸੇ ਨੇ ਬਾਈ ਚਾਂਸ ਕਿਸੇ ਨੂੰ ਡਿਨਾਈਲ ਆ ਚੁੱਕੀ ਆ, ਅਗਲੇ ਨੇ ਕਿਸੇ ਨੇ ਕੋਈ ਪ੍ਰੋਸੈਸ ਲਗਾਇਆ ਸੀ, ਡਿਨਾਈ ਹੋ ਗਿਆ ਉਹਦਾ ਪ੍ਰੋਸੈਸ, ਜਾਂ ਫਿਰ ਉਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰਸ ਆ ਚੁੱਕੇ ਨੇ, ਉਹਨਾਂ ਨੇ ਦੁਬਾਰਾ ਅਪੀਲ ਕਰਨੀ ਹੈ ਤੇ ਇਨ ਦਾ ਮੇਨ ਟਾਈਮ ਉਹਨਾਂ ਦਾ ਕੋਈ ਇਸ ਟਾਈਮ ਸਟੇਟਸ ਨਹੀਂ ਹੈਗਾ, ਕੀ ਉਹ ਅਮਰੀਕਾ ਵਿੱਚ ਰਹਿਣ ਲਈ ਐਲੀਜੀਬਲ ਹੈਗੇ ਨੇ ਜਾਂ ਫਿਰ ਅਪੀਲ ਦਾਇਰ ਕਰ ਸਕਦੇ ਨੇ? ਜਦੋਂ ਕਿਸੇ ਦਾ ਕੋਈ ਕੇਸ ਜਿਹੜਾ ਡਿਨਾਈ ਹੁੰਦਾ, ਉਹਦੇ ਕੋਲ ਨਾਰਮਲੀ 30 ਦਿਨ ਹੁੰਦੇ ਆ ਅਪੀਲ ਕਰਨ ਲਈ। ਇੱਥੇ ਜਿਵੇਂ ਕਿਸੇ ਦਾ ਜੇ ਕੇਸ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕੀਤਾ, ਉਹਦੇ ਕੋਲ 30 ਦਿਨ ਹੁੰਦੇ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ ਅਪੀਲ ਕਰਨ ਦੇ। ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਕਿਸੇ ਦਾ ਕੇਸ ਡਿਨਾਈ ਕਰਦੀ ਆ ਤਾਂ ਉਹਨਾਂ ਕੋਲ ਟਾਈਮ ਹੁੰਦਾ ਤਕਰੀਬਨ 1 ਮਹੀਨੇ ਦਾ, 30 ਦਿਨ ਦਾ, ਜਿਹੜੀ US ਸਰਕਟ ਕੋਰਟ ਹੈਗੀ ਆ ਉਹ 'ਚ ਕਰਨ ਦਾ। ਜਿਹੜਾ ਇਮੀਗ੍ਰੇਸ਼ਨ ਕਿਸੇ ਦੇ ਕੇਸ ਨਾਰਮਲੀ ਡਿਨਾਈ ਕਰਦੀ ਆ, ਉਹਦੇ ਵਿੱਚ ਵੀ ਤਕਰੀਬਨ 30 ਦਿਨ ਦਾ ਟਾਈਮ ਹੁੰਦਾ ਤੇ ਉਹ ਆਪਣਾ ਕੇਸ ਜਿਹੜੀ ਅਪੀਲ ਅੱਗੇ ਕਰ ਸਕਦੇ ਨੇ ਜਾਂ ਰੀਓਪਨ ਲਈ ਉਹਨਾਂ ਨੂੰ ਦੁਬਾਰਾ ਮਤਲਬ ਕਹਿ ਸਕਦੇ ਆ। ਸੋ ਉਹ ਜੇ ਤਾਂ ਉਹ ਟਾਈਮ ਦੇ ਵਿੱਚ ਕਰ ਦੇਣ ਫਿਰ ਤਾਂ ਹੈਗਾ ਬੈਟਰ, ਪਰ ਜੇ ਉਹ ਨਹੀਂ ਕਰ ਸਕਦੇ ਉਸ ਟਾਈਮ ਦੇ ਵਿੱਚ ਫਿਰ ਪ੍ਰੋਬਲਮ ਆਏਗੀ, ਕਿਉਂਕਿ ਉਹਦੇ ਵਿੱਚ ਫਿਰ ਸਰਟਨ ਲਾਜ਼ ਹੈਗੇ, ਡਿਪੈਂਡ ਕਰੂਗਾ ਹਰੇਕ ਦੀ ਕੀ ਸਿਚੁਏਸ਼ਨ ਆ ਤੇ ਉਹਦੇ 'ਚ ਫਿਰ ਉਹਨੂੰ ਦੁਬਾਰਾ ਰੀਓਪਨ। ਹੁਣ ਕਈ ਕੇਸਾਂ ਦੇ ਵਿੱਚ ਜੇ ਬੰਦਾ ਡੇਟ ਤੇ ਨਹੀਂ ਜਾ ਸਕਿਆ, ਫਰਜ਼ ਕਰੋ ਉਹ ਬਿਮਾਰ ਸੀਗਾ, ਤਾਂ ਇਮੀਗ੍ਰੇਸ਼ਨ ਕੋਰਟ ਦੇ ਕੋਲ ਉਹਦੇ ਕੋਲ 6 ਮਹੀਨੇ ਹੈਗੇ ਆ, ਤਾਂ ਉਹ 6 ਮਹੀਨੇ ਦੇ ਵਿੱਚ ਆਪਣਾ ਕੇਸ ਰੀਓਪਨ ਕਰਾ ਸਕਦਾ, ਇਹ ਦੱਸ ਕੇ ਵੀ ਉਹ ਡੇਟ ਤੇ ਕਿਉਂ ਨਹੀਂ ਗਿਆ, ਵੀ ਕੀ ਪ੍ਰੋਬਲਮ ਸੀ। ਸੋ ਇਹ ਅੱਡ ਆ, ਪਰ ਨਾਰਮਲੀ ਜਿਹੜਾ ਟਾਈਮ ਹੈ ਅਪੀਲਾਂ ਦਾ ਉਹ 30 ਦਿਨ ਦਾ ਹੀ ਆ, ਉਹਨੂੰ 30 ਦਿਨ ਦੇ ਵਿੱਚ ਅਪੀਲ ਕਰਨੀ ਜ਼ਰੂਰੀ ਹੈ। ਜੀ ਸਰ ਤੁਹਾਡੀ ਗੱਲ ਕਰੀਏ ਕਿ ਤੁਸੀਂ ਇਹ ਸਾਰੇ ਕੇਸਿਸ ਦੇ ਵਿੱਚ ਮੁਹਾਰਤ ਹਾਸਲ ਹੋ, ਕਿਉਂਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਤੁਸੀਂ ਜਿਹੜੇ ਆ ਵੱਖ-ਵੱਖ ਕੇਸਿਸ ਸੰਭਾਲ ਰਹੇ ਹੋ, ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਤੁਸੀਂ ਇਸ ਵਕਤ ਜਿਹੜੇ ਆ ਕੇਸਿਸ ਵਗੈਰਾ ਲੈ ਰਹੇ ਹੋ ਜਾਂ ਅਪਲਾਈ ਕਰ ਰਹੇ ਹੋ? ਅਸੀਂ ਸਾਰੇ ਕਿਸਮ ਦੇ ਇਮੀਗ੍ਰੇਸ਼ਨ ਦੇ ਕੇਸ ਕਰਦੇ ਹਾਂ ਜੀ। ਸਾਡੇ ਹੁਣ ਜਿਹੜਾ ਮੇਨ ਆਫਿਸ ਨਿਊਯਾਰਕ ਹੈ ਤੇ ਕੈਲੀਫੋਰਨੀਆ 3 ਦਫ਼ਤਰ ਨੇ, ਉਹਨਾਂ ਦੇ ਵਿੱਚ ਅਸੀਂ ਜਿਹੜੀਆਂ ਅਪੀਲਾਂ ਕਰਦੇ ਹਾਂ ਅਸੈਲਮ ਦੇ ਕੇਸ ਜਿਹੜੇ ਇਮੀਗ੍ਰੇਸ਼ਨ ਕੋਰਟ 'ਚ, ਅਸੈਲਮ ਆਫਿਸ 'ਚ, ਉਦੋਂ ਬਾਅਦ ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ ਅਪੀਲ ਉਹ ਕਰਦੇ ਹਾਂ, ਉਦੋਂ ਬਾਅਦ ਜਿਹੜੇ ਸਰਕਟ ਕੋਰਟ 'ਚ ਅਪੀਲਾਂ ਜਾਂਦੀਆਂ ਉਹ ਵੀ ਕਰਦੇ ਹਾਂ। ਤੇ ਉਸ ਤੋਂ ਬਾਅਦ ਜਿਵੇਂ ਕੈਲੀਫੋਰਨੀਆ ਦੀ ਜਿਹੜੀ 9 ਸਰਕਟ ਹੈਗਾ, ਨਿਊਯਾਰਕ 'ਚ ਜਿਹੜੀ 2nd ਸਰਕਟ ਕੋਰਟ ਆ, ਨਿਊ ਜਰਸੀ 3rd ਸਰਕਟ ਆ, ਉਹ ਸਾਰਿਆਂ 'ਚ ਕਰਦੇ ਹਾਂ। ਉਹਦੇ ਨਾਲ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਦੇ ਕਰਦੇ ਹਾਂ, ਜਿਹੜੇ H1 ਦੇ ਕਰਦੇ ਆ, L1 ਦੇ ਕਰਦੇ ਆ। ਉਹਦੇ ਨਾਲ ਜਿਹੜੇ ਆ ਪੰਜਾਬੀ ਸਿੰਗਰ ਇੱਥੇ ਪਰਫਾਰਮ ਕਰਨ ਲਈ ਆਉਂਦੇ, ਹੁਣ ਤਾਂ ਨਹੀਂ ਆ ਰਹੇ ਕਿਉਂਕਿ ਇਹਦੇ ਕਰਕੇ ਕਰੋਨਾ ਕਰਕੇ ਸ਼ੋਅਜ਼ ਵਗੈਰਾ ਨਹੀਂ ਹੋ ਰਹੇ, ਪਰ ਪਿਛਲੇ ਸਾਲਾਂ ਦੇ ਵਿੱਚ ਤਕਰੀਬਨ 80-90% ਜਿਹੜੇ ਆਏ ਆ ਉਹ ਮਤਲਬ ਸਾਡੇ ਆਫਿਸ ਦੇ ਰਾਹੀਂ ਹੀ ਆਏ ਆ, ਚਾਹੇ ਅੱਡ ਪ੍ਰਮੋਟਰ ਸੀਗੇ। ਫਿਰ ਜਿਹੜੇ ਸ਼ੂਟਿੰਗ ਕਰਨ ਆਉਂਦੇ ਆ, ਚਾਹੇ ਮਿਊਜ਼ਿਕ ਵੀਡੀਓ ਦੀ ਸ਼ੂਟ ਆ, ਚਾਹੇ ਫਿਲਮਾਂ ਦਾ ਸ਼ੂਟ ਆ, ਉਹਦਾ O1 O2 ਵੀਜ਼ਾ ਹੁੰਦਾ, ਉਹ ਵੀ ਅਸੀਂ ਕਰਦੇ ਹਾਂ। ਜਿਹੜੀ ਹਿੰਦੀ ਫਿਲਮ ਇੰਡਸਟਰੀ ਆ ਬਾਲੀਵੁੱਡ ਦੀ, ਉਹਦੇ ਨਾਲ ਐਕਸਟੈਂਸਿਵਲੀ ਕਰਦੇ ਹਾਂ। ਸਾਊਥ ਦੀ ਜਿਹੜੀ ਫਿਲਮ ਇੰਡਸਟਰੀ ਆ ਇੰਡੀਆ ਦੀ, ਉਹਦਾ ਵੀ ਕੰਮ ਕਰਦੇ ਹਾਂ। ਤੋ ਇਹ ਸਾਰਾ ਕੁਛ ਮਤਲਬ ਜਿਹੜਾ ਹੈਗਾ ਪਿਛਲੇ ਅਸੀਂ ਤਕਰੀਬਨ 20 ਸਾਲ ਤੋਂ ਵੱਧ ਹੋ ਗਿਆ, ਹੁਣ 23 ਸਾਲ ਹੀ ਹੋ ਗਏ ਉੱਤੇ ਕਰ ਰਹੇ ਹਾਂ। ਤੇ ਜੇ ਕਿਸੇ ਨੂੰ ਵੀ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਜਿਹੜੀ ਹੈਲਪ ਦੀ ਲੋੜ ਆ ਜਾਂ ਸਲਾਹ ਚਾਹੀਦੀ ਆ ਜਾਂ ਅਪਲਾਈ ਕਰਨਾ, ਉਹ ਸਾਡੇ ਨਾਲ ਕੰਟੈਕਟ ਕਰੇ ਤੇ ਅਸੀਂ ਆਪਣੇ ਵੱਲੋਂ ਪੂਰੀ ਮਦਦ ਕਰਾਂਗੇ ਜੀ। ਸਟੂਡੈਂਟਸ ਨੇ ਆਪਣੇ ਉਹਨਾਂ ਨੂੰ ਸਟੱਡੀ ਵੀਜ਼ਾ ਮਿਲ ਚੁੱਕਿਆ ਸੀ ਇੰਡੀਆ ਤੋਂ ਜਾਂ ਕਿਤੋਂ ਵੀ ਅਪਲਾਈ ਕੀਤਾ, ਪਰ ਆਨਲਾਈਨ ਸਟੱਡੀਜ਼, ਮੈਂ ਇਹਦੇ ਬਾਰੇ ਕੁਐਸਚਨ ਪੁੱਟ ਕਰਾਂਗੀ। ਪਹਿਲਾਂ ਇੱਕ ਦਰਸ਼ਕ ਜਿਹੜੇ ਆ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਨਿਊਯਾਰਕ ਤੋਂ ਬੋਲਦਾ ਪਿਆ ਜੀ। ਮੈਂ ਸੁਖਜਿੰਦਰ ਸਿੰਘ ਮੇਰਾ ਨਾਮ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ, ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਨਾ ਮਤਲਬ ਜੇ ਮੈਂ ਇੱਥੇ ਅਪਲਾਈ ਕੀਤਾ ਸੀ ਆਪਣਾ ਕੇਸ ਪੋਲੀਟੀਕਲ ਦਾ, ਤਾਂ ਮੇਰਾ ਕੇਸ ਪਾਸ ਹੋ ਗਿਆ ਸੀ ਪਿਛਲੇ ਸਾਲ। ਤਾਂ ਮੈਂ ਥੋੜੀ ਅਪਲਾਈ ਕੀਤੀ ਸੀ, ਮਤਲਬ 6 ਮਹੀਨੇ ਨਾ 7ਵੇਂ ਮਹੀਨੇ ਅਪਲਾਈ ਕੀਤੀ ਸੀ 2019 ਚ, ਤੇ ਹਜੇ ਤੱਕ ਉਹਦਾ ਕੋਈ ਪੇਪਰ ਵਰਕ ਨਹੀਂ ਨਿਕਲਿਆ ਹੈਗਾ। ਸਰ ਤੁਸੀਂ ਦੁਬਾਰਾ ਰਿਪੀਟ ਕਰੋਗੇ ਆਪਣਾ ਕੁਐਸਚਨ? ਮੈਂ ਮੇਰਾ ਨਾ ਸੈਲਮ ਆਇਆ ਸੀਗਾ ਜੀ, ਮੈਂ 2018 ਚ ਇੱਥੇ ਆਇਆ ਸੀਗਾ ਜੀ, ਤੇ ਸੈਲਮ ਮੇਰਾ ਪਾਸ ਹੋ ਗਿਆ, ਮਤਲਬ ਪ੍ਰੂਫ ਹੋ ਗਿਆ। ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਅਪਲਾਈ ਕੀਤੀ ਸੀ ਮੈਂ। ਓਕੇ। ਤੇ ਹਾਂਜੀ, ਤੇ ਉਹਦਾ ਹਜੇ ਤੱਕ ਕੋਈ ਪੇਪਰ ਵਰਕ ਨਹੀਂ ਨਿਕਲਿਆ ਹੈਗਾ। ਮਤਲਬ ਲੈਟਰ ਆਇਆ ਸੀ ਉਹਨਾਂ ਦਾ, ਜਿਵੇਂ ਕੋਰਟ ਵਿੱਚ ਕੇਸ ਲੱਗਾ ਹੋਇਆ, ਉਹਨਾਂ ਦੇ 6 ਇਲੀਅਨ ਮਿਲਾ ਗਏ ਨੇ ਜੀ, ਤੇ ਮਤਲਬ
ਉਹਨਾਂ ਦਾ ਕੋਈ ਹੋਰ ਪੇਪਰ ਵਰਕ ਨਹੀਂ ਹਜੇ ਤੱਕ ਨਿਕਲਿਆ ਕੋਈ ਬਾਹਰ। ਜੀ ਬਿਲਕੁਲ। ਜਸਪ੍ਰੀਤ ਜੀ ਤੁਹਾਨੂੰ ਪ੍ਰਸ਼ਨ ਸੁਣ ਗਿਆ ਜਾਂ ਦੁਬਾਰਾ ਰਿਪੀਟ ਕੀਤਾ ਜਾਵੇ? ਹਾਂਜੀ ਹਾਂਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ ਤੁਸੀਂ ਹੋਰ? ਨਹੀਂ, ਟੀਵੀ ਸਕਰੀਨ ਤੇ ਜਵਾਬ ਦੇ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂ ਹਾਂਜੀ, ਮੈਂ USA ਤੋਂ ਬੋਲ ਰਹੀ ਹਾਂ ਜੀ। ਜੀ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਵੀ ਕਾਲ ਜੀ ਹਾਂਜੀ, ਮੈਂ ਪੁੱਛਣਾ ਸੀ ਜਸਪ੍ਰੀਤ ਸਿੰਘ ਜੀ ਦਾ ਕੁਐਸਚਨ ਜੀ। ਜੀ ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ ਹਾਂਜੀ, ਮੇਰੇ ਨਾ ਬੇਟੇ ਦਾ ਅਸੀਂ ਅਪਲਾਈ ਕੀਤਾ ਸੀ, ਮੇਰੇ ਹਸਬੰਡ ਨੇ ਗ੍ਰੀਨ ਕਾਰਡ ਤੇ 2012 ਵਿੱਚ ਕੀਤਾ ਸੀਗਾ ਜੀ। ਹਾਂਜੀ 13 ਚ ਤੇ 14 ਵਿੱਚ ਉਹਦੀ ਅਪਰੂਵਲ ਵੀ ਆ ਗਈ ਸੀ ਗ੍ਰੀਨ ਕਾਰਡ, ਉਹ ਅਨਮੈਰਿਡ ਸੀ ਉਸ ਟਾਈਮ ਜੀ। ਤੇ ਉਸ ਤੋਂ ਬਾਅਦ ਫਿਰ ਸਾਨੂੰ ਮਤਲਬ ਕਿ ਹੁਣ ਉਹਦਾ ਲਾਸਟ 2018 ਲੈਟਰ ਆ ਗਈ ਸੀ ਵੀ ਇਸ ਵਾਸਤੇ ਤੁਸੀਂ ਪੇਪਰ ਵਗੈਰਾ ਭੇਜੋ। ਅਸੀਂ ਬੇਟੇ ਦਾ ਵਿਆਹ ਕਰ ਲਿਆ, ਹੁਣ ਅਸੀਂ ਉਹਨਾਂ ਨੂੰ ਬਸ ਪੇਪਰ ਵਗੈਰਾ ਭੇਜਦੇ ਸੀ ਵਿਆਹ ਮੈਰਿਜ ਦੇ, ਜਿਸ ਦੀ ਮੈਰਿਜ ਕਰਤੀ ਤੇ ਉਸ ਤੋਂ ਬਾਅਦ ਕੇਸ ਇੰਡੀਆ ਵਿੱਚ ਚਲਿਆ ਗਿਆ ਸੀ। ਤੇ ਹੁਣ ਇੰਡੀਆ ਤੋਂ ਇਹ ਜਨਵਰੀ ਚ ਵਾਪਸ ਉਹਨਾਂ ਨੇ ਅਮਰੀਕਾ ਭੇਜਤਾ ਜੀ। ਤੇ ਸਾਨੂੰ ਵੈਸੇ ਹਜੇ ਤੱਕ ਕੋਈ ਉਹਦਾ ਰਿਪਲਾਈ ਨਹੀਂ ਆਇਆ ਜੀ ਕਿ ਉਹ ਅਸੀਂ ਮੈਰਿਜ ਭੇਜਦੇ ਸੀ ਉਹ ਕੇਸ ਬੰਦ ਹੋ ਜਾਊਗਾ ਜਾਂ ਕੁਛ ਚੱਲੂਗਾ। ਸਾਨੂੰ ਕੋਈ ਹਜੇ ਇਨਫੋਰਮੇਸ਼ਨ ਕੋਈ ਨਹੀਂ ਮਿਲੀ ਜੀ ਉਹਨਾਂ ਬਾਰੇ, ਤੇ ਉਹਨਾਂ ਨੂੰ ਪ੍ਰੋਸੈਸਿੰਗ ਤੇ ਪਾ ਰਹੇ ਨੇ ਅਜੇ। ਮੈਂ ਉਹਦੇ ਬਾਰੇ ਪਤਾ ਕਰਨਾ ਸੀ ਵੀ ਕੀ ਕੋਈ ਅਸੀਂ ਇਹਨੂੰ ਜਾਂ ਮੈਂ ਸਿਟੀਜ਼ਨ ਦੀ ਚੇਂਜ ਕਰ ਸਕਦੀ ਜਾਂ ਮੇਰੀ ਬੇਟੀ ਸਿਟੀਜ਼ਨ ਆ ਜੀ, ਇਹਦੇ ਬਾਰੇ ਪਤਾ ਕਰਨਾ ਸੀ ਕੀ। ਜੀ ਜਸਪ੍ਰੀਤ ਜੀ, ਤੁਸੀਂ ਕੁਐਸਚਨ ਸੁਣ ਲਿਆ ਤੁਸੀਂ ਜਾਂ ਆਪਾਂ ਰਿਪੀਟ ਕਰੀਏ? ਹਾਂਜੀ ਮੈਂ ਸਮਝ ਗਿਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ ਜਾਂ ਕੁਝ ਪੁੱਛਣਾ ਇਹਨਾਂ ਤੋਂ? ਨਹੀਂ, ਜਵਾਬ ਦੇ ਦਿੰਦੇ ਜੀ ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਪਹਿਲਾਂ ਜਿਹੜੇ ਸਰ ਨੇ ਕਾਲ ਕੀਤੀ ਸੀ ਕਿ ਉਹਨਾਂ ਨੇ ਫੈਮਿਲੀ ਲਈ ਅਪਲਾਈ ਕੀਤਾ, ਉਹਨਾਂ ਨੂੰ ਪੋਲੀਟੀਕਲ ਉਹਦਾ ਅਸਾਈਲਮ ਦਾ 2018 ਚ ਅਪਰੂਵਲ ਆ ਗਈ ਸੀ ਤੇ ਫੈਮਿਲੀ ਦੇ ਬਾਰੇ ਪੁੱਛਣਾ ਜੀ। ਉਹਨਾਂ ਨੇ ਅਸੈਲੀ ਰਿਲੇਟਿਵ ਜਿਹੜੀ ਇਹਦੀ ਕੈਟਾਗਰੀ ਉਹਦੇ ਅੰਡਰ ਅਪਲਾਈ ਕੀਤਾ ਤੇ ਇਹਦੇ ਚ ਬੇਸਿਕਲੀ ਟਾਈਮ ਲੱਗਦਾ। ਤੇ ਜੇ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਕਹਿੰਦੇ ਸਾਨੂੰ ਲੈਟਰ ਆ ਗਿਆ, ਉਹਨਾਂ ਦੇ ਵੀ ਕੇਸ ਮਿਲ ਗਿਆ, ਇਹਦੇ 'ਚ ਟਾਈਮ ਲੱਗੇਗਾ ਥੋੜ੍ਹਾ ਜਿਹਾ ਹੋਰ ਪਲੱਸ। ਲੇਕਿਨ ਮੇਰੀ ਸਲਾਹ ਇਹਨਾਂ ਨੂੰ ਇਹੀ ਆ ਵੀ ਇਹਨਾਂ ਨੇ ਜਿਹੜੇ ਵਕੀਲ ਸਾਹਿਬ ਦੇ ਥਰੂ ਅਪਲਾਈ ਕੀਤਾ ਜਾਂ ਆਪ ਕੀਤਾ, ਇਮੀਗ੍ਰੇਸ਼ਨ ਨਾਲ ਕੰਟੈਕਟ ਜ਼ਰੂਰ ਕਰਨ ਤੇ ਉਹਨਾਂ ਨੂੰ ਕਿਸੇ ਹੋਰ ਡਾਕੂਮੈਂਟ ਦੀ ਲੋੜ ਨਾ ਹੋਵੇ। ਤੇ ਬਾਕੀ ਇਹਦੇ 'ਚ ਟਾਈਮ ਤਾਂ ਲੱਗ ਰਿਹਾ, ਟਾਈਮ ਇਹਦੇ 'ਚ ਲੱਗੇਗਾ ਕਿਉਂਕਿ ਅੱਗੇ ਨਾਲੋਂ ਜ਼ਿਆਦਾ ਟਾਈਮ ਲੱਗ ਰਿਹਾ ਤੇ ਇਸ ਕਰਕੇ ਇਹਨਾਂ ਨੂੰ ਵੇਟ ਕਰਨੀ ਪੈਣੀ ਆ। ਪਰ ਫਿਰ ਵੀ ਇਹ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਜ਼ਰੂਰ ਕਰਨ ਵੀ ਕੋਈ ਹੋਰ ਡਾਕੂਮੈਂਟੇਸ਼ਨ ਰਿਕੁਆਇਰਡ ਨਾ ਹੋਵੇ ਜਿਹੜੀ ਮੰਗੀ ਹੋਵੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਇਹਨਾਂ ਨੂੰ ਮਿਲੀ ਨਹੀਂ। ਸੋ ਇਸ ਕਰਕੇ ਇਹਨਾਂ ਨੂੰ ਇਮੀਗ੍ਰੇਸ਼ਨ ਨਾਲ ਲਿੰਕ ਜ਼ਰੂਰ ਕਰਨਾ ਚਾਹੀਦਾ। ਤੇ ਉੱਦਾਂ ਜਿਹੜਾ ਟਾਈਮ ਫਰੇਮ ਹੈ ਇਹਦਾ ਅੱਜ ਕੱਲ੍ਹ ਤਕਰੀਬਨ ਸਾਲ ਤੋਂ 1.5 ਸਾਲ ਦੇ ਆਸ-ਪਾਸ ਟਾਈਮ ਲੱਗ ਰਿਹਾ। ਪਰ ਸਲਾਹ ਇਹੀ ਹੈ ਵੀ ਇਹ ਇੱਕ ਵਾਰੀ ਇਮੀਗ੍ਰੇਸ਼ਨ ਨਾਲ ਕੰਟੈਕਟ ਜ਼ਰੂਰ ਕਰਨ। ਇਸ ਤੋਂ ਬਾਅਦ ਮੈਮ ਦੀ ਜਿਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੇ ਬੇਟੇ ਦੀ ਉਹਨਾਂ ਨੇ ਕੀਤਾ ਸੀ, ਐਪਲੀਕੇਸ਼ਨ ਲਗਾਈ ਸੀ, ਬਟ ਉਸ ਤੋਂ ਬਾਅਦ 2018 ਚ ਉਹਨਾਂ ਦੀ ਲੈਟਰ ਵੀ ਆ ਗਈ ਸੀ, ਬਟ ਉਸ ਤੋਂ ਬਾਅਦ ਮੈਰਿਜ ਕਰਵਾ ਦਿੱਤੀ ਗਈ ਤੇ ਹੁਣ ਉਹ ਕਹਿ ਰਹੇ ਨੇ ਕਿ ਜਿਹੜੀ ਆ ਇੰਡੀਆ ਤੋਂ ਵਾਪਸ ਜਿਹੜਾ ਐਪਲੀਕੇਸ਼ਨ ਜਿਹੜੀ ਆ ਉਹ ਅਮਰੀਕਾ ਵਾਪਸ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਹਜੇ ਕੋਈ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੀ ਹੈਗੀ। ਦੇਖੋ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਅਨਮੈਰਿਡ ਬੱਚੇ ਦਾ ਅਪਲਾਈ ਕਰ ਸਕਦਾ ਜਿਹੜਾ 21 ਸਾਲ ਤੋਂ ਘੱਟ ਹੈ ਜਾਂ 21 ਤੋਂ ਉੱਪਰ ਆ। ਜਦੋਂ ਉਹਦਾ ਵਿਆਹ ਹੋ ਜਾਂਦਾ ਤਾਂ ਉਹਦੀ ਜਿਹੜੀ ਹੈਗੀ ਆ ਐਪਲੀਕੇਸ਼ਨ ਉਹ ਖਤਮ ਹੋ ਜਾਂਦੀ। ਕੋਈ ਗ੍ਰੀਨ ਕਾਰਡ ਹੋਲਡਰ ਮੈਰਿਡ ਬੱਚੇ ਦਾ ਨਹੀਂ ਅਪਲਾਈ ਕਰ ਸਕਦਾ। ਸੋ ਜੇ ਇਹਨਾਂ ਨੇ ਗ੍ਰੀਨ ਕਾਰਡ ਤੇ ਬੱਚੇ ਦਾ ਅਪਲਾਈ ਕੀਤਾ ਅਨਮੈਰਿਡ ਮਤਲਬ ਕੈਟਾਗਰੀ ਦੇ ਵਿੱਚ ਤੇ ਬਾਅਦ ਦੇ ਵਿੱਚ ਉਸੇ ਬੱਚੇ ਦਾ ਵਿਆਹ ਹੋ ਗਿਆ ਤਾਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਕੇਸ ਖਤਮ ਹੋ ਗਿਆ, ਉਹਨਾਂ ਨੇ ਵਾਪਸ ਭੇਜਤਾ। ਸੋ ਉਹਦੇ ਵਿੱਚ ਮਤਲਬ ਇਹਨਾਂ ਨੂੰ ਰਿਲੀਫ ਮਿਲਣ ਦੀ ਸੰਭਾਵਨਾ ਘੱਟ ਆ। ਪਰ ਜੇ ਇਹ ਮਤਲਬ ਹੁਣ ਸਿਟੀਜ਼ਨ ਬਣ ਗਏ ਨੇ ਤਾਂ ਇਹ ਫਿਰ ਮੈਰਿਡ ਬੱਚੇ ਦਾ ਉਸ ਹਿਸਾਬ ਨਾਲ ਦੁਬਾਰਾ ਅਪਲਾਈ ਕਰ ਸਕਦੇ। ਇਹਨਾਂ ਦੇ ਹਸਬੈਂਡ ਜਿਹੜੇ ਉਹ ਗ੍ਰੀਨ ਕਾਰਡ ਤੇ ਨੇ ਤੇ ਉਹ ਪੁੱਛ ਰਹੇ ਨੇ ਕਿ ਉਹ ਆਪ, ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹ ਖੁਦ ਸਿਟੀਜ਼ਨ ਨੇ, ਕਿ ਇਹ ਫਾਈਲ ਖੁਦ ਉਹ ਆਪਣੇ ਨਾਮ ਤੇ ਟ੍ਰਾਂਸਫਰ ਕਰਵਾ ਸਕਦੇ ਨੇ ਜਾਂ ਆਪਣੀ ਬੇਟੀ ਦੇ ਨਾਮ ਤੇ ਜੋ ਕਿ ਸਿਟੀਜ਼ਨ ਨੇ। ਇਹਨਾਂ ਨੂੰ ਇੱਕ ਹੋਰ ਵੀ ਪ੍ਰੋਗਰਾਮ ਤੋਂ ਬਾਅਦ ਮੈਨੂੰ ਸਾਰੀ ਆਪਣੀ ਡਿਟੇਲ ਜਿਹੜੀ ਆ ਨਾ ਉਹ ਦੱਸਣ ਤੇ ਇਹਨਾਂ ਦਾ ਸਾਰਾ ਪੇਪਰ ਵਰਕ ਦੇਖ ਕੇ ਵੀ ਕਿਉਂ ਵਾਪਸ ਆਇਆ ਕੇਸ ਇਹਨਾਂ ਦਾ, ਕੀ ਉਹਨਾਂ ਨੇ ਗਰਾਊਂਡ ਲਿਖ ਕੇ ਵਾਪਸ ਭੇਜਿਆ, ਉਹਦੇ ਮੁਤਾਬਕ ਇਹਨਾਂ ਨੂੰ ਆਪਾਂ ਸਲਾਹ ਦੇ ਦਿਆਂਗੇ। ਪਰ ਜਨਰਲ ਰੂਲ ਤਾਂ ਇਹੀ ਆ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਮਤਲਬ ਆਪਣੇ ਅਨਮੈਰਿਡ ਬੱਚੇ ਦਾ ਕਰ ਸਕਦਾ, ਮੈਰਿਡ ਬੱਚੇ ਦਾ ਨਹੀਂ ਕਰ ਸਕਦਾ। ਜੇ ਤੁਸੀਂ ਅਨਮੈਰਿਡ ਬੱਚੇ ਦਾ ਕੀਤਾ ਤਾਂ ਉਹਦਾ ਵਿੱਚ ਕੇਸ ਚੱਲਦੇ ਚੱਲਦੇ ਵਿਆਹ ਹੋ ਗਿਆ ਤਾਂ ਉਹ ਪਟੀਸ਼ਨ ਖਤਮ ਹੋ ਜਾਂਦੀ ਆ, ਉੱਤੇ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਦਾ। ਪਰ ਇਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਹਰੇਕ ਦੇ ਮਤਲਬ ਜਿਹੜੇ ਫੈਕਟਸ ਅੱਡ ਹੁੰਦੇ ਨੇ ਤੇ ਮੇਰੇ ਨਾਲ ਡਿਟੇਲ 'ਚ ਗੱਲ ਕਰ ਲੈਣ, ਮੈਂ ਇਹਨਾਂ ਦਾ ਜਿਹੜਾ ਸਹੀ ਜਵਾਬ ਦੇ
ਜੀ ਬਿਲਕੁਲ। ਤੇ ਸਰ ਲਗਭਗ ਸਾਡਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਮੇਰਾ ਇੱਕ ਸਟੂਡੈਂਟਸ ਨੂੰ ਲੈ ਕੇ ਸਵਾਲ ਜ਼ਰੂਰ ਸੀਗਾ, ਮੈਂ ਉਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਜਿਹੜੇ ਸਟੂਡੈਂਟਸ ਦਾ ਇਸ ਵਕਤ ਆ ਚੁੱਕੀ ਸੀ ਅਪਰੂਵਲ, ਆ ਚੁੱਕੀ ਸੀ, ਸਟੂਡੈਂਟ ਵੀਜ਼ਾ ਮਿਲ ਚੁੱਕਿਆ ਸੀ, ਬਟ ਪੈਂਡੈਮਿਕ ਦੇ ਕਰਕੇ ਹਜੇ ਉੱਥੇ ਫਸੇ ਹੋਏ ਨੇ, ਕਿ ਆਨਲਾਈਨ ਉਹਨਾਂ ਨਾਲ ਸਟੱਡੀਜ਼ ਉਹ ਕਰ ਸਕਦੇ ਨੇ, ਜਿਵੇਂ ਯੂਨੀਵਰਸਿਟੀਜ਼ ਵੱਲੋਂ ਆਨਲਾਈਨ ਸਟੱਡੀਜ਼ ਆਫਰ ਕੀਤਾ ਗਿਆ ਸੀ ਕੋਰਸ, ਜਾਂ ਫਿਰ ਉਹਨਾਂ ਦੇ ਵੀਜ਼ਾ ਦੇ ਉੱਤੇ ਇਸ ਚੀਜ਼ ਦਾ ਕੋਈ ਇੰਪੈਕਟ ਪਏਗਾ ਕੱਲ ਨੂੰ ਜੇ ਉਹ H1 ਦੇ ਲਈ ਇਸ ਤੋਂ ਬਾਅਦ ਸਟੱਡੀਜ਼ ਤੋਂ ਬਾਅਦ ਅਪਲਾਈ ਕਰਦੇ ਨੇ? ਨਹੀਂ, ਜੇ ਉਹਨਾਂ ਨੂੰ ਆਲਰੇਡੀ ਸਟੂਡੈਂਟ ਵੀਜ਼ਾ ਮਿਲਿਆ ਹੋਇਆ ਤੇ ਉਹ ਆ ਸਕਦੇ ਆ ਜਦੋਂ ਵੀ ਇਹਨਾਂ ਨੂੰ ਫਲਾਈਟ ਅਵੇਲੇਬਲ ਹੁੰਦੀ ਆ, ਕਿਉਂਕਿ ਉਹ ਤੇ ਇਹ ਬੈਨ ਲਾਗੂ ਨਹੀਂ ਹੁੰਦਾ, ਕਿਉਂਕਿ ਆਲਰੇਡੀ ਜਿਹਨੂੰ ਵੀਜ਼ਾ ਹੋਲਡਰ ਹੈਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਜਿਹੜਾ ਆਨਲਾਈਨ ਹੈ ਤਾਂ ਯੂਨੀਵਰਸਿਟੀ ਨੇ ਦੇਖਣਾ, ਤੇ ਜੇ ਉਹ ਯੂਨੀਵਰਸਿਟੀ ਜਿਹੜੀ ਆ ਉਹਨਾਂ ਨੂੰ ਆਨਲਾਈਨ ਕਲਾਸਿਸ ਦੇ ਰਹੀ ਆ ਤਾਂ ਉਹਨਾਂ ਨੂੰ ਮੇਰਾ ਨਹੀਂ ਖਿਆਲ ਵੀ ਉਹਦੇ ਕਰਕੇ ਪ੍ਰੋਬਲਮ ਆਊਗੀ ਵੀ ਤੁਸੀਂ ਇਨ ਪਰਸਨ, ਜੇ ਹੁਣ ਇਨ ਪਰਸਨ ਕਲਾਸ ਅਵੇਲੇਬਲ ਹੀ ਹੈ ਨਹੀਂ ਯੂਨੀਵਰਸਿਟੀ ਤਾਂ ਉਹ ਜਾ ਕੇ ਜਿਹੜੀ ਇਨ ਪਰਸਨ ਕਲਾਸ ਕਿਵੇਂ ਅਟੈਂਡ ਕਰ ਸਕਦੇ, ਸੋ ਉਹ ਤਾਂ ਉਹਦੇ ਮੁਤਾਬਕ ਆਪਾਂ ਜੇ ਕੱਲ ਨੂੰ ਇਨ ਪਰਸਨ ਕਲਾਸਿਸ ਅਵੇਲੇਬਲ ਹੋ ਗਈਆਂ ਤਾਂ ਸਟੂਡੈਂਟ ਵੀ ਜਿਹੜਾ ਇਹ ਨਹੀਂ ਕਹਿ ਸਕਦਾ ਕਿ ਮੈਂ ਤਾਂ ਆਨਲਾਈਨ ਹੀ ਪੜ੍ਹਨਾ, ਉਹਨੂੰ ਉੱਥੇ ਜਾਣਾ ਪਏਗਾ। ਪਰ ਫਿਲਹਾਲ ਜੇ ਉਹਨਾਂ ਕੋਲੇ ਵੀਜ਼ਾ ਹੈਗਾ, ਉਹ ਆ ਰਹੇ ਨੇ ਆਨਲਾਈਨ ਪੜ੍ਹ ਰਹੇ ਨੇ, ਤਾਂ ਕੋਈ ਪ੍ਰੋਬਲਮ ਨਹੀਂ ਹੈ। ਜੀ ਬਿਲਕੁਲ। ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਵੇਖ ਰਹੇ ਨੇ, ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਨੇ, ਕਿਹੜੇ ਸਮੇਂ ਕੰਟੈਕਟ ਕਰ ਸਕਦੇ ਨੇ? ਮੇਰੇ ਨਾਲ ਉਹ ਮੇਰਾ ਜਿਹੜਾ ਆਹ ਨੰਬਰ ਹੈਗਾ 9179154142 ਇਹ ਤੇ ਲਿੰਕ ਕਰ ਸਕਦੇ ਆ, ਤੇ ਮੈਨੂੰ ਈਮੇਲ ਵੀ ਕਰ ਸਕਦੇ ਆ jpsinghattorney@gmail ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਵੱਧ ਤੋਂ ਵੱਧ ਕਾਲਾਂ ਲੈ ਸਕਾਂ। ਮੈਂ ਕਾਲ ਬੈਕ ਵੀ ਕਰਦਾ ਜਿੱਥੇ ਮੈਨੂੰ ਪਤਾ ਲੱਗਦਾ ਵੀ ਕਿਸੇ ਦੀ ਕਾਲ ਆਈ ਹੈ, ਤੇ ਉਹ ਉੱਥੇ ਸੰਪਰਕ ਕਰਨ ਤੇ ਮੈਂ ਆਪਣੇ ਵੱਲੋਂ ਜਿੰਨੀ ਵੀ ਜਿਹੜੀ ਹੈਗੀ ਜਾਣਕਾਰੀ ਉਹਨਾਂ ਨੂੰ ਦੇ ਸਕਾਂ ਉਹ ਮੈਂ ਦਿਆਂਗਾ। ਤੇ ਸਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ, ਕੋਈ ਦਰਸ਼ਕਾਂ ਦੇ ਨਾਮ ਸੰਦੇਸ਼? ਹਾਂਜੀ, ਸੰਦੇਸ਼ ਇਹੀ ਆ ਕਿ ਅਮਰੀਕਾ ਦੇ ਵਿੱਚ ਜਿਵੇਂ ਹੁਣ ਸਿਵਲ ਅਨਰੈਸਟ ਹੈਗਾ, ਇਹਦੇ ਕਰਕੇ ਜਾਂ ਜਿਹੜੀ ਕਰੋਨਾ ਆ ਤੇ ਉਹ ਸੇਫ ਰਹਿਣ, ਕਿਉਂਕਿ ਜੇ ਹੁਣ ਅਮਰੀਕਾ ਖੁੱਲ੍ਹ ਰਿਹਾ ਤੇ ਆਲਮੋਸਟ ਸਾਰੀਆਂ ਸਟੇਟਾਂ ਨੇ ਹੁਣ ਰੀਓਪਨਿੰਗ ਦੇ, ਕਈ ਸਟੇਟਾਂ ਫੇਜ਼ 2 'ਚ ਹੈਗੀਆਂ ਜਾਂ ਫੇਜ਼ 3 'ਚ ਨੇ, ਤੇ ਨਿਊਯਾਰਕ ਨੇ ਵੀ ਫੇਜ਼ 1 ਸ਼ੁਰੂ ਕਰਤਾ ਓਪਨਿੰਗ ਦਾ। ਉਹਦਾ ਮਤਲਬ ਇਹ ਨਹੀਂ ਹੈਗਾ ਵੀ ਕਰੋਨਾ ਖਤਮ ਹੋ ਗਿਆ। ਜਿਹੜੀ ਇਹ ਬਿਮਾਰੀ ਆ ਜਾਂ ਵਾਇਰਸ ਆ, ਤਾਂ ਇਸੇ ਤਰ੍ਹਾਂ ਹੀ ਆ। ਸੋ ਉਹਦੇ 'ਚ ਜਦੋਂ ਆਪਣੇ ਕੰਮਾਂ 'ਤੇ ਜਾਣ ਜਾਂ ਜੋ ਵੀ ਕਰਨ, ਉੱਥੇ ਪੂਰਾ ਧਿਆਨ ਰੱਖਣ। ਜਿਹੜੇ ਰੂਲਸ ਹੈਗੇ ਸੋਸ਼ਲ ਡਿਸਟੈਂਸਿੰਗ ਦੇ, ਮਾਸਕ ਪਾਉਣ, ਆਪਣੇ ਹੱਥ ਧੋਣ ਬਾਰ-ਬਾਰ, ਇਹ ਰਿਲੈਕਸ ਨਾ ਕਰਨ। ਜੇ ਹੁਣ ਹਸਪੀਟਲਾਂ 'ਚ ਕੇਸ ਜਾਣੇ ਘੱਟ ਹੋ ਗਏ ਦਾ ਮਤਲਬ ਇਹ ਨਹੀਂ ਹੈ ਕਿ ਕਰੋਨਾ ਖਤਮ ਹੋ ਗਿਆ, ਕਰੋਨਾ ਉਸੇ ਤਰ੍ਹਾਂ ਹੀ ਆ, ਲੇਕਿਨ ਉਹਦੇ 'ਚ ਸੇਫ ਰਹਿਣ। ਤੇ ਬਾਕੀ ਜਿਹੜੀ ਮਤਲਬ ਜਾਣਕਾਰੀ ਆ ਉਹ ਕਿਸੇ ਜਿਹੜਾ ਵਕੀਲ ਹੈ ਜਾਂ ਜਿਵੇਂ ਕੋਈ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ ਜਾਂ ਹੋਰਾਂ ਜਿਹੜੀਆਂ ਡਿਪਾਰਟਮੈਂਟ ਦੀਆਂ ਵੈਬਸਾਈਟ ਆ ਉਹਨਾਂ ਤੋਂ ਲੈਣ। ਜਿਹੜੀ ਮਤਲਬ ਤੁਰਦੇ ਫਿਰਦੇ ਜਾਣਕਾਰੀ ਵੀ ਕਈ ਵਾਰੀ ਸਾਨੂੰ WhatsApp 'ਤੇ ਮਿਲ ਜਾਂਦੀ ਹੈ ਜਾਂ ਹੋਰਾਂ ਥਾਵਾਂ 'ਤੇ, ਉਹਦੇ 'ਤੇ ਨਾ ਇੰਨਾ ਯਕੀਨ ਕਰਨ। ਬਾਕੀ ਆਪਾਂ ਅਪਡੇਟ ਤੀਵਨ ਆਪਣੇ ਪ੍ਰੋਗਰਾਮ ਦੇ ਰਾਹੀਂ ਹਰ ਵੀਕ ਹੀ ਦਿੰਦੇ ਹਾਂ, ਜਿਹੜੀ ਕੋਈ ਨਵੀਂ ਚੀਜ਼ ਹੁੰਦੀ ਆ ਤੇ ਉਹ ਅਸੀਂ ਜਿਵੇਂ ਹੁਣ ਜਿਹੜੀਆਂ ਨਵੀਆਂ ਅਪਡੇਟਸ ਆਉਣਗੀਆਂ, ਚਾਹੇ ਡਾਕਾ ਪ੍ਰੋਗਰਾਮ ਬਾਰੇ ਆਉਣ, ਚਾਹੇ H1 ਜਾਂ F1 ਵਾਲਿਆਂ ਬਾਰੇ ਆਉਣ, ਉਹ ਆਪਾਂ ਦੱਸਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ, ਤੁਸੀਂ ਹਮੇਸ਼ਾ ਸਾਡੇ ਨਾਲ ਜੁੜਦੇ ਹੋ, ਸਮਾਂ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਦੇ ਵੀ ਸਵਾਲਾਂ ਦੀ ਜਾਣਕਾਰੀ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਇਹ ਸਨ ਜੀ ਜਸਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਅਮਰੀਕੀ ਇਮੀਗ੍ਰੇਸ਼ਨ ਦੇ ਬਾਰੇ ਵਿੱਚ। US ਇਮੀਗ੍ਰੇਸ਼ਨ ਸੰਬੰਧੀ ਜੋ ਨਵੀਆਂ ਅਪਡੇਟਸ ਹੁੰਦੀਆਂ ਨੇ ਅਸੀਂ ਹਰ ਸੋਮਵਾਰ ਨੂੰ ਟੋਰਾਂਟੋ ਸਮੇਂ ਦੇ ਮੁਤਾਬਿਕ 3 ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਸੋ ਕੱਲ ਨੂੰ ਅਸੀਂ ਹਾਜ਼ਰ ਹੋਵਾਂਗੇ 3 ਤੋਂ ਲੈ ਕੇ 4 ਵਜੇ ਤੱਕ ਟੋਰਾਂਟੋ ਸਮੇਂ ਦੇ ਮੁਤਾਬਿਕ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਲੈ ਕੇ। ਦੱਸ ਦਈਏ ਕਿ US ਅਮਰੀਕੀ ਬਾਰਡਰ ਕੁਝ ਹੱਦ ਤੱਕ ਖੁੱਲ ਚੁੱਕਿਆ ਹੈ, ਸੋ ਕੌਣ ਜਾ ਸਕਦਾ ਇਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜੋ ਨਵੀਆਂ ਅਪਡੇਸ਼ਨਸ ਇਸ ਵਕਤ ਸਾਹਮਣੇ ਆ ਰਹੀਆਂ ਨੇ ਉਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, 6 ਤੋਂ ਲੈ ਕੇ 7 ਵਜੇ ਤੱਕ ਹਾਜ਼ਰ ਹੋਵਾਂਗੇ ਨਿਊਜ਼ ਐਂਡ ਵਿਊਜ਼ ਲੈ ਕੇ ਵਿਦ ਮਰਗਿੰਦਰ ਨਾਥ ਜੀ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।